JRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:10 ਹੋਏ ਨੇ। 21 ਮਈ ਦਾ ਦਿਨ ਹੈ, ਵਰਾ 2020 ਦਾ ਵੀਰਵਾਰ ਹੈ ਤੇ 7 ਜੇਠ ਨਾਨਕਸ਼ੇ ਸੰਮਤ 552। ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਲਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਦੇ ਨਾਲ ਦੂਸਰੇ ਹਿੱਸੇ 'ਚ 12 ਤੋਂ 1 ਵਜੇ ਤੱਕ ਅੱਜ ਵੀਰਵਾਰ ਵਾਲੇ ਦਿਨ ਆਪਾਂ ਭਾਈਚਾਰੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਦੇ ਹਾਂ। ਸਿੱਖਾਂ ਦਾ COVID-19 ਦੇ ਇਹਨਾਂ ਦਿਨਾਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਲੰਗਰ ਜਿਹੜਾ ਛਕਾਉਣਾ, ਉਹਦੇ ਕਰਕੇ ਪਤਾ ਵੀ ਲੋਕਾਂ ਨੂੰ ਲੱਗਿਆ ਤੇ ਮਾਣ ਸਤਿਕਾਰ ਲੋਕਾਂ ਦੇ ਵੱਡਿਆਂ ਦੇਸ਼ਾਂ ਦੀਆਂ ਪਾਰਲੀਮੈਂਟਾਂ ਦੇ ਵਿੱਚ, ਚਾਹੇ UK ਹੈ, ਚਾਹੇ ਅਮਰੀਕਾ ਹੈ ਤੇ ਕੈਨੇਡਾ ਵਾਲੇ ਵੀ ਬੁਲਵਾ ਦੇਣਗੇ ਸ਼ਾਇਦ ਆਉਣ ਵਾਲੇ ਦਿਨਾਂ 'ਚ। ਹਾਲੇ ਤੱਕ ਤਾਂ ਨਹੀਂ ਗੱਲ ਬੋਲੀ ਤੇ ਇਸ ਦੀ ਗੱਲਬਾਤ ਹੋਏਗੀ। ਪਰ ਇਹਦੇ ਨਾਲ ਹੀ ਜਦ ਨਿੱਜੀ ਤੌਰ ਤੇ, ਜਥੇਬੰਦੀ ਤੌਰ ਤੇ ਆਪਸੀ ਜਿਹੜੀ ਫੁੱਟ ਆ, ਉਹ ਕੌਮੀਅਤ ਦਾ ਕਿੰਨਾ ਨੁਕਸਾਨ ਕਰ ਰਹੀ ਹੈ, ਇਸ ਵਿਸ਼ੇ ਤੇ ਅੱਜ ਮੈਂ ਗੱਲ ਕਰਨੀ ਚਾਹੁੰਦਾ। ਇਹ ਤਾਂ ਠੀਕ ਹੈ, ਬਾਹਰਲੀ ਦੁਨੀਆ ਦੇ ਵਿੱਚ ਲੋਕ, ਹੋਰ ਧਰਮਾਂ ਦੇ ਲੋਕ, ਹੋਰ ਭਾਸ਼ਾਵਾਂ ਵਾਲੇ ਲੋਕ, ਕੋਈ ਫਰਿਸ਼ਤਾ ਕਹਿ ਰਿਹਾ, ਕੋਈ ਦੇਵਤਾ ਕਹਿ ਰਿਹਾ, ਉਹ ਸਾਰੀਆਂ ਚੀਜ਼ਾਂ ਸਾਡੀਆਂ ਚੰਗਿਆਈਆਂ। ਪਰ ਨਿੱਜੀ ਤੌਰ ਤੇ, ਕੌਮੀਅਤ ਤੌਰ ਤੇ ਜਦ ਅਸੀਂ ਇੱਕ ਜਗ੍ਹਾ ਤੇ ਨਹੀਂ, ਉਹ ਸਾਨੂੰ ਕਿਤੇ ਨਾ ਕਿਤੇ ਘਾਟਾ ਵੀ ਪੈ ਰਿਹਾ। ਇਸ ਦੀ ਗੱਲ ਹੋਈ ਕਿਉਂਕਿ ਪਿਛਲੇ ਦਿਨੀ UK ਦੇ ਵਿੱਚ ਬਹੁਤ ਵੱਡੀ ਕੋਸ਼ਿਸ਼ ਸੀ ਇੱਕ ਸੈਂਸਸ ਦੇ ਵਿੱਚ ਸਿੱਖ ਦਾ ਨਾਂ ਜਿਹੜਾ ਮਰਦਮਸ਼ੁਮਾਰੀ ਦੇ ਇੱਕ ਖਾਨੇ ਦੇ ਵਿੱਚ ਲਿਖਣ ਦਾ, ਤੇ ਪਰ ਉਹਦੇ ਵਿੱਚ ਗੱਲ ਨਾ ਗਾਹਾਂ ਚੱਲੀ, ਗੌਲਿਆਂ ਨਾ ਅੱਗੇ UK ਸਿੱਖ ਕੌਂਸਲ ਉਸ ਤੋਂ ਬਾਅਦ ਵਾਲੀ ਗੱਲ ਨਾ ਚੱਲੀ ਤੇ ਉਹਦੇ ਤੇ ਘਾਟਾ ਪਿਆ। ਉਹ ਇੱਕ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰਾਂਗਾ ਵੀ ਕਾਰਨ ਕੀ ਹੋਈ, ਤੇ ਬਹੁਤ ਵਧੀਆ ਇੱਕ ਲੇਖ ਉੱਥੇ ਦੇ ਇੱਕ ਬੁੱਧੀਜੀਵੀ ਨੇ, ਡਾਕਟਰ ਗੁਰਨਾਮ ਸਿੰਘ ਜੀ। ਡਾਕਟਰ ਗੁਰਨਾਮ ਸਿੰਘ ਜੀ ਜਿਹੜੇ ਨੇ ਉਹ ਬਹੁਤ ਵਧੀਆ ਲਿਖਦੇ ਨੇ। ਉਹਨਾਂ ਨੇ ਇੱਕ ਲੇਖ ਲਿਖਿਆ ਵੀ ਅਸੀਂ ਕਿੱਥੇ ਸਾਡਾ ਘਾਟਾ ਕਿੱਥੇ ਰਹਿ ਗਿਆ। ਉਹਨਾਂ ਦਾ ਈਵਨ ਇਸ ਖਬਰ ਦਾ ਜਿਹੜਾ ਹੈਡਿੰਗ ਹੈ ਉਹ ਬੜਾ ਵਧੀਆ। ਅੱਗੇ ਜਾ ਕੇ ਗੱਲਬਾਤ ਮੈਂ ਕਰਾਂਗਾ ਇਸ ਤੇ। ਆਖਰੀ ਹਿੱਸੇ 'ਚ ਜਿੱਦਣ ਮਨ ਖੁਸ਼ ਹੁੰਦਾ ਹੈ ਤਾਂ ਕਿੰਨਾ ਕੁ ਚੰਗਾ ਲੱਗਦਾ, ਜਿੱਦਣ ਮਨ ਬੁਝਿਆ ਹੁੰਦਾ ਤਾਂ ਸਾਰੀ ਦੁਨੀਆ ਦਾ ਅੰਤ ਹੋਇਆ ਲੱਗਦਾ। ਇਹ ਮਨੂਆ ਰਾਮ ਕਦੇ ਕਦੇ ਚੰਗਾ, ਕਦੇ ਕਦੇ ਮਾੜਾ ਹੈ। ਇਸ 'ਚ ਔਲਾਰ ਤੇ ਜਿਹੜਾ ਨਿਵਾਣ ਹੈ ਜਿਹੜੀ, ਇਹ ਕਿਉਂ ਆਉਂਦੀ ਹੈ, ਇਹ ਸਦਾ ਇੱਕ ਰੰਗ 'ਚ ਕਿਉਂ ਨਹੀਂ ਰਹਿੰਦਾ, ਇਹਦਾ ਕਾਰਨ ਕੀ ਹੈ? ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਹਨੂੰ ਚਿਤਵ ਦਿੰਦੀਆਂ ਤੇ ਇਹ ਨਰਮ ਹੋ ਜਾਂਦਾ? ਕਿਹੜੀਆਂ ਚੀਜ਼ਾਂ ਜਿਹਨੂੰ ਇੱਕ ਲੱਤ ਦੇ ਨੱਚਣ ਲਾ ਦਿੰਦੀਆਂ ਤੇ ਫਿਰ ਇਹਦੇ ਨਾਲ ਹੀ ਅੱਖ ਪਰੇ ਜਗ ਪਰਲੋ, ਜਿਵੇਂ ਕਹਿੰਦੇ ਆ ਨਾ, ਜਿਵੇਂ ਬਿਮਾਰ ਹੋਈਏ ਅਸੀਂ ਤਾਂ ਅਗਲਾ ਕਹੇ ਹੋਏ ਆ ਵੇਖ ਦੀ ਦੁਨੀਆ, ਕਹਿੰਦਾ ਬਹੁਤ ਵਧੀਆ। ਉਹ ਕਹਿੰਦਾ ਯਾਰ ਮੈਂ ਦੁਨੀਆ ਨੂੰ ਤੇ ਦਿਨਾਂ ਨੂੰ ਕੀ ਲੈਣਾ, ਮੈਂ ਤਾਂ ਮੰਜੇ ਤੇ ਪਿਆ। ਤੇ ਜਿਸ ਦਿਨ ਕਾਇਮ ਹੋਵੇ ਉਸ ਦਿਨ ਉਹਨੂੰ ਸਾਰਾ ਕੁਛ ਚੰਗਾ ਲੱਗਦਾ। ਇਹ ਮਨ ਦੀ ਖੁਸ਼ੀ ਦੇ ਬਾਰੇ, ਤੇ ਮਨ ਖੁਸ਼ ਤੇ ਨਾ ਖੁਸ਼ ਇਹ ਕਿਉਂ ਹੋ ਜਾਂਦਾ, ਕਿਹੜੀਆਂ ਚੀਜ਼ਾਂ ਜਿਹੜੀਆਂ ਬੌਦਰ ਕਰਦੀਆਂ ਤੇ ਉਹਨਾਂ ਦਾ ਇਲਾਜ ਕੀ ਹੈ? ਅਲੱਗ-ਅਲੱਗ ਪ੍ਰਚਲਿਤ ਵਿਧੀਆਂ ਨੇ। ਕੋਈ ਕਹਿੰਦਾ ਰੱਬ ਦਾ ਨਾਂ ਲੈ ਲੈ, ਕੋਈ ਕਹਿੰਦਾ ਧਿਆਨ ਧਰ ਲੈ, ਕੋਈ ਕਹਿੰਦਾ ਕੁਝ ਕਰ ਲੈ, ਕੋਈ ਕਹਿੰਦਾ ਕੁਝ ਕਰ ਲੈ। ਮਨ ਨੂੰ ਖੇੜੇ 'ਚ ਲਿਆਉਣ ਦੇ ਲਈ ਗੱਲਾਂ ਕਿਹੜੀਆਂ ਜਿਨ੍ਹਾਂ ਦਾ ਖਿਆਲ ਰੱਖਿਆ ਜਾਵੇ? ਇਹਦੇ ਨਾਲ ਇਹ ਸਭ ਕੁਝ ਚੱਲਦਾ। 1844 247 1550 1844247155 ਵਾਹਿਦ ਤਮਾਨੀ ਅਰਬਾ ਅਰਬਾ ਤਨੀਨ ਅਰਬਾ ਸਵਾ ਵਾਹਿਦ ਖਮਸਾ ਖਮਸਾ ਸਿਫਰ। ਮਸਕਟ ਦੇ ਵਿੱਚ ਇੱਕ ਅਸ਼ਫਾਕ ਹੁੰਦਾ ਸਾਡੇ ਕੋਲ ਕੰਮ ਕਰਦਾ, ਮੇਸਨ ਉਹਨੂੰ ਕਹਿੰਦੇ, ਤੇ ਸਰਗੋਧੇ ਦਾ ਸਰਾਇਕੀ ਬੋਲਦਾ। ਜਦ ਕਿਤੇ ਮੈਂ ਅਰਬੀ ਉਹਨੂੰ ਬੋਲਣੀ ਨਾ ਆਉਂਦੀ, ਕਿਸੇ ਨਾਲ ਅਮਾਨੀ ਨਾਲ ਅਰਬੀ ਬੋਲਦੇ, ਖਮਸਾ ਖਮਸਾ ਕਰਨਾ ਹੈ। ਉਹ ਕਹਿੰਦਾ ਸਾਹਿਬ ਜੀ, ਉਹਨੇ ਆ ਕੇ ਕਹਿਣਾ ਸਰਾਇਕੀ 'ਚ, ਮੁੜ ਮੈਂ ਕੀ ਵੰਝਾ, ਮੇਰੀ ਜਾਨ ਹੀ ਟੁੱਟਦੀ ਜਾਂਦੀ ਹੈ। ਮੈਂ ਕਿਹਾ ਕੀ ਹੋਇਆ? ਜਦ ਨਾ ਤੁਸੀਂ ਖਮਸਾ ਖਮਸਾ ਵੰਝਦੇ ਹੋ ਤੇ ਮੈਨੂੰ ਬੁੱਢੀ ਦੀ ਯਾਦ ਆ ਜਾਂਦੀ। ਮੈਂ ਕਿਹਾ ਖਸਮ ਤੇ ਖਮਸ ਦਾ ਫਰਕ ਹੈ, ਉਹ ਖਸਮ ਵਾਲੀ ਗੱਲ ਹੈ, ਖਮਸ ਵਾਲੀ ਗੱਲ ਨਹੀਂ, ਇੱਕੋ ਹੀ ਗੱਲ ਹੁੰਦੀ ਹੈ, ਇਹਦਾ ਫਰਕ ਕੋਈ ਨਹੀਂ। ਮਹਿੰਗਾ ਤੁਹਾਨੂੰ ਮੁੜ ਮੁੜ ਕਹਿਣਾ ਹੈ, ਜਦ ਮੈਂ ਕੋਲ ਖੜਸਾਂ ਤੇ ਤੁਸਾਂ ਇਹ ਖਮਸਾ ਨਾ ਕਹਿਣਾ। ਬਸ ਸਾਹਿਬ ਜੀ ਉਹ ਬਹੁਤ ਵਧੀਆ ਬੋਲਦਾ ਹੁੰਦਾ ਇਸ਼ਫਾਕ,
ਉਹਦੀ ਇੱਕ ਹੋਰ ਵੀ ਗੱਲ ਸੁਣਾਉਣ ਵਾਲੀ, ਗਾਂਹ ਚੱਲ ਕੇ ਸੁਣਾਉਣਾ। krpradio.com ਤੇ ਸਿੱਧਾ ਪ੍ਰਸਾਰਨ ਹੁੰਦਾ ਤੇ ਪ੍ਰੋਗਰਾਮ ਰਹਿ ਜੇ ਤਾਂ ਲੋਕ ਸੱਤ ਤੇ ਪਾ ਦਿੰਦਾ, ਪਾਇਆ ਜਾਂਦਾ। ਲੋਕ ਸੱਤ ਤਾਂ ਫਿਰ ਉਹੀ ਗੱਲ ਹੁੰਦੀ ਹੈ। YouTube ਤੇ ਪਾਇਆ ਹੁੰਦਾ ਲੋਕ ਸੱਤ, LOKSATTH ਪਾਤੀ ਪਵਨ ਜਵੰਦੇ ਨੇ ਜਦ ਚੈਨਲ ਬਣਾਇਆ ਤੇ ਸਾਰੀਆਂ ਉਹਦੇ ਤੇ ਕਥਾ ਕਹਾਣੀਆਂ ਪਈਆਂ ਹੁੰਦੀਆਂ। ਕਥਾ ਨਾ ਕਹਾਂ, ਸੌਰੀ ਗਲਤੀ ਹੋ ਗਈ, ਤੇ ਕਹਾਣੀਆਂ ਤੇ ਗੱਲਾਂ ਬਾਤਾਂ। ਤੇ ਇਸ ਦੇ ਨਾਲ ਹੀ ਦਫ਼ਤਰ ਦਾ ਨੰਬਰ ਹੈ 604-440-6462। ਨਿੰਮੀ ਡੌਲਾ ਜੀ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ। info@krpradio.com। ਹਰਜੀਤ ਸਿੰਘ ਗਿੱਲ ਦਾ ਫੇਸਬੁੱਕ ਦਾ ਪੇਜ ਤੇ ਅਕਾਊਂਟ ਤੇ harjeet.g@krpradio.com। 604-729-1224 6047291224 WhatsApp ਤੇ ਟੈਕਸਟ ਲਈ ਨੰਬਰ ਹੈ। ਨੀਂਦ ਵੇ ਸਾਡੜੀ ਦੇ ਨੈਣਾ ਵਿੱਚ ਤਾਰਿਆਂ ਤੋਂ ਪਾਜਾ ਇੱਕ ਸੁਪਨ ਸਲਾਈ ਦੇ ਲਾਚੀਆਂ ਦੀ ਮਹਿਕ ਜਿਹਦੇ ਨੇਤਰਾਂ ਚ ਉੱਡਦੀ ਹੈ ਹਾੜਾ ਉਹਦੇ ਪਿੰਡ ਲੈ ਕੇ ਜਾਈ। ਉਹਦੇ ਪਿੰਡ ਜਾਣ ਨੂੰ ਸਵਾਈ ਜੋੜੀ ਜੁੱਤੀਆਂ ਦੀ ਪੈਰਾਂ ਵਿੱਚ ਲਮਾ ਕੇ ਜਪਾਵੇ। ਉਹਦੇ ਪਿੰਡ ਜਾਣਾ ਅਸੀਂ ਨੰਗੇ ਨੰਗੇ ਪੈਰੀ ਸਾਨੂੰ ਫੁੱਲਾਂ ਜਿਹਾ ਰੋੜਿਆਂ ਦਾ ਚਾਅ। ਉਹਦੇ ਪਿੰਡ ਤਾਰਿਆ ਵੇ ਦੁਧੀਆਂ ਪਹਾੜੀਆਂ ਦੀ ਕੋਠਿਆਂ ਤੋਂ ਪੈਂਦੀ ਝਲਕਾਰ ਵੇ, ਜਿਵੇਂ ਹੁਣ ਦੇਖਦੇ ਨੇ ਦੁਧੀਆਂ ਪਹਾੜੀ। ਉਹਦੇ ਪਿੰਡ ਤਾਰਿਆ ਫਕੀਰ ਜੇ ਭੌਂਦੇ ਰਹਿੰਦੇ ਮੋਰਾਂ ਵਾਲੀ ਬਗਲੀ ਦੇ ਯਾਰ। ਮੌਸਮ ਦੇ ਪਿੰਡਿਆਂ ਤੇ ਮੌਸਮਾਂ ਦੇ ਪਿੰਡੇ ਉੱਤੇ ਮਲਿਆ ਲੇਪ ਕੀ ਨੇ ਜੰਗਲੀ ਅਨਾਰਾਂ ਨੂੰ ਨਿਚੋੜ ਕੇ। ਉਹਦੇ ਪਿੰਡ ਆਉਂਦੀਆਂ ਨਰੰਗੀ ਬਦਲੋਟੀਆਂ ਵੇ ਤੁਰਦੀਆਂ ਪੱਬ ਨੂੰ ਮਰੋੜ ਕੇ। ਉਹਦੇ ਪਿੰਡ ਵਾਸ਼ਨਾ ਨੂੰ ਚੁੰਨੀਆਂ ਨਾ ਵੰਨ ਵੰਨ ਨੱਚਦੀਆਂ ਧੀਆਂ ਵੇ ਧਿਆਣੀਆਂ। ਉਹਦੇ ਪਿੰਡ ਤਾਰਿਆ ਵੇ ਅੱਖ ਵੀ ਗੁਲਾਬ ਲੱਗੇ ਬੂਹੀਆਂ ਜਿਵੇਂ ਰਾਤ ਦੀਆਂ ਰਾਣੀ। ਤਾਰਿਆ ਵੇ ਗੰਨਿਆਂ ਦੇ ਪੱਤਰਾਂ ਦੇ ਨਾਲ ਜਦੋਂ ਖੇਡੀਆਂ ਹਵਾਵਾਂ ਸ਼ਾਮ ਰੰਗੀਆਂ। ਉਦੋਂ ਸਾਡਾ ਚਿੱਤ ਕਰੇ ਇਹਦੇ ਪਿੰਡ ਮੁੱਕਣੇ ਨੂੰ ਐਸੀਆਂ ਵੇ ਮੌਤਾਂ ਲੱਖ ਚੰਗੀ। ਨੀਂਦ ਵੇ ਸਾਡੜੀ ਦੇ ਨੈਣਾ ਵਿੱਚ ਤਾਰਿਆ ਤੂੰ ਪਾ ਜਾ ਇੱਕ ਪਾ ਜਾ ਇੱਕ ਪਾ ਜਾ ਇੱਕ ਸੁਪਨ ਸਲਾਈ ਵੇ। ਲਾਚੀਆਂ ਦੀ ਮਹਿਕ ਜਿਹਦੇ ਨੇਤਰਾਂ ਚ ਉੱਡਦੀ ਹੈ ਹਾੜਾ ਉਹਦੇ ਪਿੰਡ ਲੈ ਕੇ ਜਾਈ। ਹਰਮਨਜੀਤ ਲਿਖਦਾ ਕਹਿੰਦੇ ਲੈਚੀਆਂ ਖੀਸੇ ਚ ਪਾਈਆਂ ਵੀ ਚੰਗੀਆਂ ਹੁੰਦੀਆਂ। ਸਾਰਿਆਂ ਦਾ ਧੰਨਵਾਦ ਜੀ ਜਿੱਥੇ ਵੀ ਬੈਠੇ ਹੋ। ਤੇ ਅੱਜ ਵੀਰਵਾਰ ਦਾ ਦਿਨ ਹੈ ਤੇ ਗੱਲਬਾਤ ਤੁਹਾਡੇ ਨਾਲ ਕਰਾਂਗੇ। ਅਲੱਗ-ਅਲੱਗ ਵਿਸ਼ਿਆਂ ਤੇ ਗੱਲਬਾਤ ਹੁੰਦੀ ਹੈ ਤੇ ਕੁਝ ਕਾਲਰ ਨੇ ਸ਼ੁਰੂ ਦੇ ਵਿੱਚ ਹੀ ਕੋਈ, ਫਿਰ ਮੈਂ ਅਗਲਾ ਵਿਸ਼ੇ ਤੇ ਜਾਣਾ। ਸ਼ਾਹਮਨਦੀਪ ਸਿੰਘ ਜੀ ਲਾਈਨ ਨੰਬਰ 3। ਹਾਂਜੀ ਹਰਜੀਤ ਸਿੰਘ ਜੀ, ਸਭ ਤੋਂ ਪਹਿਲਾਂ ਆਪ ਜੀ ਨੂੰ ਤੇ ਆਪ ਜੀ ਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਵੀਰ ਜੀ। ਹਾਂਜੀ ਵੀਰ ਜੀ, ਬਹੁਤਾ ਸਮਾਂ ਤਾਂ ਮੇਰੇ ਕੋਲ ਹੈ ਨਹੀਂ, ਪਰ ਮੈਂ ਇੱਕ ਇਨਪੁਟ ਦੇਣੀ ਚਾਹੁੰਦਾ। ਜੋ ਕੌਮੀ ਫੁੱਟ ਦੀ ਤੁਸੀਂ ਗੱਲ ਕੀਤੀ ਹੈ ਨਾ, ਇਹਦੀ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦਊਂਗਾ। ਹੁਣੀ ਪਿੱਛੇ ਜੇ ਰਣਜੀਤ ਬਾਵਾ ਦਾ ਗਾਣਾ ਆਇਆ ਜਿਹੜਾ ਪਖੰਡ ਦੇ ਉੱਪਰ, ਉਹ ਪਖੰਡ ਦੇ ਉੱਤੇ ਚੋਟ ਕੀਤੀ ਗਈ ਹੈ ਸਾਰੇ ਧਰਮਾਂ ਦੇ ਪਖੰਡਾਂ ਨੂੰ ਲੈ ਕੇ। ਪਰ ਆਪਣੀ ਕੌਮੀ ਫੁੱਟ ਦੇ ਵਿੱਚ ਜਿਹੜੇ ਜੋ ਮੈਨੂੰ ਐਗਜ਼ਾਮਪਲ ਸਾਹਮਣੇ ਆਈ ਹੈ, ਸੋਸ਼ਲ ਮੀਡੀਆ ਫਰੋਲ ਲਓ, ਸਾਰਿਆਂ ਨੇ ਬਿਨਾਂ ਕਿਸੇ ਗੱਲ ਦੀ ਘੋਖ ਕੀਤੇ ਦਰਬਾਰ ਸਾਹਿਬ ਦੀਆਂ ਫੋਟੋਆਂ ਪਾਈਆਂ ਕਿ ਦੁੱਧ ਨਾਲ ਫਰਸ਼ ਧੋਤਾ ਜਾਂਦਾ, ਦੁੱਧ ਨਾਲ ਫਰਸ਼ ਧੋਤਾ ਜਾਂਦਾ। ਹਾਲਾਂਕਿ ਆਪਣੀ ਕੌਮ ਦੇ ਵਿੱਚ 50% ਤੋਂ ਜ਼ਿਆਦਾ ਬੰਦਿਆਂ ਨੂੰ ਨੌਲੇਜ ਨਹੀਂ ਕਿ ਉਹ ਕੱਚੀ ਰੱਸੀ ਨਾਲ ਧੋਤਾ ਜਾਂਦਾ ਹੈ ਤੇ ਉਹਦੇ ਕੀ ਫਾਇਦੇ ਨੇ। ਸੋ ਇਹ ਇੱਕ ਕੌਮੀ ਫੁੱਟ ਦੀ ਬੜੀ ਵੱਡੀ ਐਗਜ਼ਾਮਪਲ ਹੈ ਜਿਹੜੀ ਹਾਲੇ ਬਹੁਤ ਥੱਲੇ ਵਾਲੇ ਤਲ ਤੇ ਹੈ, ਪਰ ਇਹ ਸਾਡੇ ਲਈ ਬਹੁਤ ਘਾਤਕ ਸਿੱਧ ਹੋ ਸਕਦੀ ਹੈ ਤੇ ਸਾਨੂੰ ਇਹਦੇ ਲਈ ਚਿੰਤਾ ਕਰਨ ਦੀ ਲੋੜ ਹੈਗੀ ਹੈ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ। ਗੁਰਫਤਿਹ ਜੀ। ਵਿਸ਼ਾ ਜਦ ਕਰਨਾ ਸੀ ਜੀ, ਜ਼ਿਆਦਾ ਆ ਕੇ ਗੱਲ ਕਰਨੀ ਸੀ ਸਰਾੜ ਸਾਹਿਬ। ਮੈਨੂੰ ਪਤਾ ਤੁਹਾਡੇ ਕੋਲ ਸਮਾਂ ਘੱਟ ਹੈ, ਗਾਹ ਨੂੰ ਖਿਆਲ ਰੱਖਿਆ ਕਰੋ, ਵਿਸ਼ਾ ਹੋਵੇ ਫੇਰ ਗੱਲ ਕੀਤੀ ਵਧੀਆ ਲੱਗਦੀ ਹੈ। ਸਵਰਨਚਾਲ ਜੀ ਲਾਈਨ ਨੰਬਰ 4। ਮਰਹਬਾ ਅਖੂਕ ਕਿਫ ਹਾਲਕ। ਹਾਂਜੀ 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 ਹਾਂਜੀ, ਧੰਨਵਾਦ ਜੀ, ਧੰਨਵਾਦ। ਅਹਲਨ व सहलन। ਸ਼ੁਕਰਨ। ਹਾਂਜੀ ਗਿੱਲ ਸਾਹਿਬ, ਹੋਰ ਸੁਣਾਓ ਕਿੱਦਾਂ ਹਾਲ ਹੈ? ਹਾਂਜੀ ਠੀਕ ਹੈ ਜੀ, ਚਾਲ ਸਾਹਿਬ ਠੀਕ ਹੈ। ਹਾਂਜੀ, ਤੁਸੀਂ ਗਿੱਲ ਸਾਹਿਬ ਗੱਲ ਕੀਤੀ ਸੀ ਵੀ ਮਨ ਜਦੋਂ ਉਦਾਸ ਹੁੰਦਾ ਆ ਤਾਂ ਉਦੋਂ ਬਹੁਤ ਕੁਛ ਜਿਹੜਾ ਸਾਰਾ ਕੁਛ ਸੁੱਤਾ ਹੀ ਲੱਗਦਾ, ਜਦੋਂ ਖੁਸ਼ ਹੁੰਦਾ ਉਦੋਂ ਸਾਰਾ ਕੁਝ ਯਾਦ ਆਉਂਦਾ। ਤੇ ਮਨ ਨੂੰ ਵੈਸੇ ਉਦਾਸ ਨਾ ਹੋਣ ਦਾ ਮੇਰਾ ਖਿਆਲ ਹੈ ਵੀ ਆਪਣੇ ਆਪ ਨੂੰ ਤੁਸੀਂ ਬਿਜੀ ਰੱਖੋ। ਜਦੋਂ ਤੁਸੀਂ ਵਿਹਲੇ ਰਹਿੰਦੇ ਆ ਉਦੋਂ ਸੋਚਦੇ ਆ, ਜਦੋਂ ਸੋਚਦੇ ਆ ਉਦੋਂ ਤੁਹਾਡਾ ਮਨ ਉਦਾਸ ਹੁੰਦਾ। ਤੁਸੀਂ ਆਪਣੇ ਮਨ ਨੂੰ ਜਿਹੜਾ ਸੋਚਣ ਦਾ ਟਾਈਮ ਨਾ ਦਿਓ, ਕਿਸੇ ਨਾ ਕਿਸੇ ਕੰਮ ਵਿੱਚ, ਕਿਸੇ ਤਰ੍ਹਾਂ ਵੀ, ਜਿਸ ਤਰ੍ਹਾਂ ਵੀ ਤੁਹਾਨੂੰ ਚੰਗਾ ਲੱਗਦਾ
ਆਪਣੇ ਆਪ ਨੂੰ ਬਿਜੀ ਰੱਖੋ, ਕਿਸੇ ਨਾ ਕਿਸੇ ਪਾਸੇ ਰੱਖੇ ਰਹੋ, ਕੋਈ ਐਂਟਰਟੇਨਮੈਂਟ ਕਰੀ ਜਾਓ ਜਾਂ ਕੁਝ ਪੜ੍ਹੀ ਜਾਓ, ਕਿਸੇ ਤਰ੍ਹਾਂ ਕਰੀ ਜਾਓ। ਜਦ ਤੱਕ ਤੁਸੀਂ ਮਨ ਤੁਹਾਡਾ ਵਿਹਲਾ ਨਹੀਂ ਹੋਏਗਾ ਤਦ ਤੱਕ ਕਦੇ ਮਨ ਉਦਾਸ ਨਹੀਂ ਹੋਏਗਾ। ਬਾਕੀ ਧੰਨਵਾਦ। ਦੂਸਰੀ ਗੱਲ ਇਹ ਹੈਗਾ ਵੀ ਕਈ ਇੱਕ ਦਿਨ ਗੱਲ। ਧੰਨਵਾਦ ਜੀ ਚਾਲ ਸਾਹਿਬ। ਮੈਂ ਗੱਲ ਤੋਰ ਲਵਾਂ ਜੀ, ਸਾਰਿਆਂ ਨੂੰ ਮੈਂ ਜਦ ਵਿਸ਼ਾ ਤੋਰੂੰਗਾ ਪਲੀਜ਼ ਇੱਕ ਵਾਰ ਫੇਰ ਸਵਰਨ ਸਿੰਘ ਚਾਲ ਸਾਹਿਬ ਫੋਨ ਕਰਿਓ। ਰਕਮ ਟੈਲੀਫੋਨ ਮਰਤਾਨੀ ਸਾ ਵਾਹਿਦ 1 ਵਜੇ ਫੋਨ ਕਰਿਓ, ਫਿਰ ਆਪਾਂ ਗੱਲਬਾਤ ਫੇਰ ਕਰਾਂਗੇ। ਤੇ ਸ਼ੁਰੂਆਤ ਦੇ ਵਿੱਚ ਜਿਹੜੀ ਮੈਂ ਹੁਣ ਇੱਕ ਅੱਜ ਗੱਲ ਚੱਲ ਪਈ, ਉਧਰੋਂ ਤਾਂ ਬੀਨ ਵਜਾ ਕੇ ਸੱਪ ਦਿਖਾਉਣ ਲੱਗ ਗਿਆ ਮਦਾਰੀ, ਉਧਰੋਂ ਕਹਿੰਦਾ ਇਹ ਵੇਖਿਓ ਕਿਤੇ ਪਟਾਰੀ ਦੇ ਵਿੱਚੋਂ ਭੱਜ ਨਾ ਜਾਵੇ ਪਰਾਂ ਹੋ ਕੇ, ਬੀਬੀਆਂ ਆਟੇ ਦੀ ਕੌਲੀ ਲਈ ਖੜੀਆਂ ਆਲੇ ਦੁਆਲੇ। ਇੱਕ ਬੰਨੇ ਦੇਸ਼ ਖੋਲਣ ਦੀ ਗੱਲ ਚੱਲ ਰਹੀ ਹੈ, ਦੂਸਰੇ ਬੰਨੇ ਸੈਕੰਡ ਵੇਵ ਦੀ ਗੱਲ ਚੱਲਣ ਲੱਗ ਗਈ ਹੁਣੇ, ਬਈ ਮੈਨੂੰ ਲੱਗਦਾ ਡਰਾਉਂਦੇ ਹੈ। ਇਹ ਦੂਸਰੀ ਜਿਹੜੀ COVID-19 ਦਾ ਦੂਸਰੀ ਛੱਲ ਹੈ ਜਿਹੜੀ ਉਹ ਆਉਣੀ ਹੈ, ਇਹ ਕਹਿੰਦੇ ਆ ਮੁੜ ਕਹਿੰਦੇ, ਔਰ ਆਉਣੀ ਵੀ ਹੈ ਠੰਡ ਦੇ ਵਿੱਚ, ਇਹ ਰਿਸਰਚਰ ਕਹਿੰਦੇ ਆ। ਤੇ ਸੋ ਇਸ ਦਾ ਖਾਸ ਖਿਆਲ ਰੱਖਣਾ ਹੈ ਕਿ ਡਾਕਟਰ ਬੋਨੀ ਹੈਨਰੀ ਨੇ ਆਪਣੀ BC ਪ੍ਰੋਵਿੰਸ਼ੀਅਲ ਹੈਲਥ ਅਫੀਸਰ ਨੇ, ਜਿਹਨੇ ਬਹੁਤ ਵਧੀਆ ਇਸ ਨੂੰ ਮੈਨੇਜ ਕੀਤਾ ਪੈਰਾਡੈਮਿਕਸ ਨੂੰ। ਤੇ ਇਸ ਤਰ੍ਹਾਂ ਓਟਵਾ ਦੇ ਵਿੱਚੋਂ ਪ੍ਰਧਾਨ ਮੰਤਰੀ ਟਰੂਡੋ ਨੇ ਇਸ ਨੂੰ ਬਹੁਤ ਵਧੀਆ ਤਰੀਕੇ ਨਾਲ ਨਜਿੱਠਿਆ। ਜਿਹੜੀ ਗੱਲ ਸਹੀ ਹੈ, ਉਹਦੇ ਵਿੱਚ ਦੂਸਰੀ ਗੱਲ ਨਹੀਂ ਹੈ। ਜਿਹੜੇ ਉਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਠੀਕ ਹੈ, ਇਹ ਗੱਲ ਚੱਲਦੀ ਹੈ ਕਿ ਰਾਜਨੀਤੀ ਪ੍ਰੇਰਿਤ ਕੁਝ ਚੀਜ਼ਾਂ ਹੋਣਗੀਆਂ, ਉਹਦਾ ਜੇ ਕੰਸਰਵੇਟਿਵ ਹੁੰਦੇ ਉਹਨਾਂ ਨੇ ਵੀ ਕਰਨੀ ਸੀ, NDP ਵਾਲੇ ਹੁੰਦੇ ਉਹਨਾਂ ਨੇ ਵੀ ਕਰਨੀ ਸੀ। ਰਾਜਨੀਤਿਕ ਬੰਦਾ ਜਿਹਦਾ ਫੁੱਲ ਟਾਈਮ ਜਿਹਦੀ ਜੌਬ ਇਹ ਹੈ, ਉਹਨੇ ਰਾਜਨੀਤੀ ਨੂੰ ਵੇਖ ਕੇ ਹੀ ਕੰਮ ਕਰਨਾ। ਜਦੋਂ ਲੋਕਾਂ ਦੇ ਟੈਲੀਸਕੋਪ ਦੇ ਵਿੱਚ ਹਰ ਵਕਤ ਫਿਰਦਾ, ਆਪਣੀ ਜ਼ਿੰਦਗੀ ਦੀ ਆਜ਼ਾਦੀ ਤਿਆਗਦਾ, ਉਹ ਕੁਝ ਕਰ ਨਹੀਂ ਸਕਦਾ, ਇੱਧਰ ਨਹੀਂ ਜਾ ਸਕਦਾ, ਉੱਧਰ ਨਹੀਂ ਜਾ ਸਕਦਾ, ਫਿਰ ਉਹਨੇ ਜਿਹੜੇ ਉਹਦੇ ਫੈਸਲੇ ਹੋਣੇ ਨੇ ਕਿ ਉਹਦੀ ਨੀਤੀ ਘਾੜੇ। ਹੁਣ ਪ੍ਰਧਾਨ ਮੰਤਰੀ ਰਜਿਸਟਰ ਚੱਕ ਕੇ ਅੰਦਰੋਂ ਨਿਕਲ ਕੇ ਤਾਂ ਬੋਲਦਾ ਨਹੀਂ, ਉਹਦਾ ਅਮਲਾ ਫੈਲਾ। ਪ੍ਰਾਈਮ ਮਿਨਿਸਟਰ ਸਟਾਫ ਕੈਟੀ ਟਿਲਫਰਡ, ਜਰਾਲਡ ਬਟਸ ਵੀ ਹੋਣਾ ਪਿਛਲੇ ਪਾਸੇ ਕਿਤੇ ਨਾ ਕਿਤੇ, ਚਾਹੇ ਦਿਖਦਾ ਨਾ ਹੋਵੇ। ਯਾਰੀਆਂ ਨਹੀਂ ਟੁੱਟਦੀਆਂ ਹੁੰਦੀਆਂ ਕਾਲਜ ਦੀਆਂ, ਇਹ ਤਿੰਨੇ ਟਿਕੜੀ ਹੈ ਜਿਹੜੀ ਇਹ ਕਾਲਜ ਦੀ। ਸੋ ਉਹ ਸਾਰਾ ਕੁਝ ਉਹਦੇ ਸਪੀਚ ਰਾਈਟਰ ਨੇ, ਬਹੁਤ ਅਮਲਾ ਫੈਲਾ ਹੈ। ਮਤਲਬ ਇਹ ਤਾਂ ਪ੍ਰਧਾਨ ਮੰਤਰੀ ਹੈ, ਹੁਣ ਤਾਂ ਰੇਡੀਓ ਦੇ ਹੋਸਟ 5 ਸਟਾਫ ਮੈਂਬਰ ਲਈ ਬੈਠੇ ਨੇ। ਕੋਈ ਐਡ ਪੂਰੇ ਰੱਖਦਾ, ਕੋਈ ਸ਼ੋਅ ਤਿਆਰ ਕਰਦਾ, ਕੋਈ ਗੈਸਟ ਲਾਈਨ ਅਪ ਕਰਦਾ, ਤੇ ਹੋਸਟ ਮਾਈਕ ਤੇ ਬੈਠ ਕੇ ਗੱਲਾਂ ਕਰਦਾ। ਇਸ ਤਰ੍ਹਾਂ ਹੀ ਮੋਸਟਲੀ ਵੱਡੇ ਜਿੰਨੇ ਵੀ ਸ਼ੋਅ ਨੇ ਉਹ ਇਸ ਤਰ੍ਹਾਂ ਹੀ ਹੁੰਦਾ। ਤਾਂ ਹੀ ਕਹਿੰਦੇ ਪ੍ਰੋਡਿਊਸਰ ਦਾ ਨਾਮ ਲੈਂਦਾ ਹੁੰਦਾ ਹੋਸਟ। ਤੇ ਸੋ ਇਹ ਜਿਹੜਾ ਉਹਨਾਂ ਦਾ ਵਧੀਆ ਕਾਰਗੁਜ਼ਾਰੀ ਰਹੀ ਹੈ। ਤੇ ਦੂਸਰੀ ਵੇਵ ਦੀ ਗੱਲ ਜਿਹੜੀ ਚੱਲ ਰਹੀ ਹੈ, ਉਹਨੇ ਅੱਜ ਸਵੇਰ ਦੀ ਗੱਲ ਇਹ ਤੋਰੀ ਹੋਈ ਹੈ ਵੀ ਯਾਰ ਫਿਰ ਜੇ ਦੂਜੀ ਆ ਗਈ ਤਾਂ ਪਹਿਲੇ ਨਾਲ ਨਹੀਂ ਖੜੇ ਹੋਏ ਤਾਂ ਫਿਰ ਕੀ ਬਣੂਗਾ ਸਾਡਾ। ਤੇ ਟੈਸਟ ਜਿਹੜੇ ਨੇ ਅੰਟੈਰੀਓ ਦੇ ਵਿੱਚ 10-10 ਹਜ਼ਾਰ ਹੋ ਰਹੇ ਨੇ, ਤੇ ਬਹੁਤ ਤੇਜ਼ੀ ਦੇ ਨਾਲ। ਔਰ ਇੱਕੋ ਹੀ ਕਹਾਣੀ ਹੈ, ਬਿਲਕੁਲ ਠੀਕ ਹੈ। ਟੈਸਟ ਦੇ ਨਾਲ ਇਹ ਪਤਾ ਲੱਗਣਾ ਵੀ ਟੈਸਟ ਹੋ ਗਿਆ, ਤੇ ਟੈਸਟ ਹੋਣ ਤੋਂ ਬਾਅਦ ਬਈ ਕਿਵੇਂ ਆ ਗੱਲ, ਠੀਕ ਹੈ। ਬਾਕੀ ਇਲਾਜ ਤਾਂ ਆਪਾਂ ਨੂੰ ਪਤਾ ਹੀ ਹੈ ਕਿ ਇਲਾਜ ਕਿਹੋ ਜਿਹਾ ਹੋਣਾ। ਇਹਦੇ ਵਿੱਚ ਇਲਾਜ ਤਾਂ ਜਿਹੜਾ ਉਹ ਰੱਬੇ ਜਾਣਦਾ ਵੀ ਹੁੰਦਾ ਜਾਂ ਨਹੀਂ। ਬ੍ਰਾਜ਼ੀਲ ਦੇ ਵਿੱਚ ਬੋਲਸੋਨਾਰੋ ਜਿਹੜਾ ਪ੍ਰੈਜ਼ੀਡੈਂਟ ਹੈ, ਉਸਨੇ ਆਪਣੀਆਂ ਮਰਜ਼ੀਆਂ ਕੀਤੀਆਂ, ਤੇ ਉਹ ਵੀ ਹੁਣ ਜਿਹੜਾ ਕੁਝ ਸਰਪੰਚ ਕਹਿੰਦਾ ਉਹੀ ਉਹ ਕਹਿੰਦਾ। ਉਹ ਵੀ ਕਹਿੰਦਾ ਵੀ ਹਾਈਡਰੋਕਸੀ ਜਿਹੜੀ ਕਲੋਰੋਕੁਈਨ ਹੈ ਇਹ ਚੱਕ ਦਿਓ। ਆਪਣੇ ਜਿਹੜੇ ਪਿੰਡਾਂ 'ਚ RMP ਹੁੰਦੇ ਨਾ, ਉਹਨਾਂ ਦਾ ਪਤਾ ਨਹੀਂ ਕੀ ਮਾਰਗ ਉਹਨੇ ਸੈੱਟ ਕੀਤਾ ਹੁੰਦਾ। ਉਹਨਾਂ ਦਿਨਾਂ 'ਚ ਜਿਹੜੇ ਪ੍ਰਵਾਸੀ ਆਏ ਹੁੰਦੇ, ਜਦ ਉਹ ਟਿਚਕ ਕਰਦੇ ਹੁੰਦੇ ਜਾਂ ਬਿਮਾਰ ਹੁੰਦੇ, ਆ ਕੇ ਬੇਬੇ ਨੂੰ ਕਹਿੰਦੇ ਬਈ ਬੀਬੀ ਜੀ ਦੁੱਧ ਦੇ ਦਿਓ ਮੈਨੂੰ ਖਾਸਾ। ਡਾਕਟਰ ਨੇ ਕਿਹਾ ਕਨੀਨ ਦੀਆਂ ਗੋਲੀਆਂ ਕੈੜੀਆਂ ਹੁੰਦੀਆਂ, ਸਿਰ ਚੱਕ ਦਿੰਦੀਆਂ ਨੇ, ਕਨੀਨ ਦੀ ਗੋਲੀ ਨਾਲ ਦੁੱਧ ਲੀਟਰ ਪੀਣਾ। ਤੇ ਦੁੱਧ ਪੀਂਦੇ ਸਾਰੇ ਰਜਾਈ ਲੈਣੀ ਆ, ਜਦ ਗਰਮੀ ਆ ਗਈ ਤੇਰਾ ਬੁਖਾਰ ਉਤਰ ਜਾ। ਇੱਥੇ ਕਹਿੰਦੇ ਨੇ ਬੁਖਾਰ ਹੋ ਗਿਆ, ਕੱਪੜੇ ਲਾ ਕੇ ਬਰਫ਼ ਵਾਲੇ ਪਾਣੀ 'ਚ ਬਿਠਾ ਦਿਓ।
ਦੇਸ਼ ਦੂਜੇ ਪਾਸੇ ਨਾ, ਸੁੱਚਾ ਵੀ ਦੂਜੇ ਪਾਸੇ ਨੂੰ ਜਗਦੀਆਂ ਇੱਥੇ ਦੀ। ਉੱਥੇ ਕੁਨੀਨ ਦੇ ਨਾਲ ਮਲੇਰੀਆ ਦੀ ਕਨੈਣ ਵੀ ਕਹਿੰਦੇ, ਉਹਦੀਆਂ ਬੜੀਆਂ, ਜਿਵੇਂ ਕਹਿੰਦਾ ਮੂੰਹ ਇਹੋ ਜਿਹਾ ਕੀਤਾ ਜਿਵੇਂ ਕਨੈਣ ਖਾਧੀ ਹੁੰਦੀ ਹੈ। ਕੜੈਣ ਵੀ ਕਹਿੰਦੇ, ਕਨੈਣ ਵੀ ਕਹਿੰਦੇ। ਕੌੜੀ ਬਹੁਤ ਹੁੰਦੀ, ਜ਼ਹਿਰ ਵਰਗੀ ਹੁੰਦੀ ਉਹ। ਸਰਪੰਚ ਕਹਿੰਦਾ ਮੈਂ ਤਾਂ ਇਹੀ ਖਾਊਂ। ਬੋਲਸੋਨਾਰੋ ਕਹਿੰਦਾ ਮੈਂ ਵੀ ਇਹੀ ਖਾਊਂ। ਬੜੇ ਭਾਈ ਨੇ ਜਿਹੜੀ ਗੱਲ ਕਹਿਤੀ ਉਹ ਹੋਊਗੀ। ਤੇ ਅੱਜ ਮੈਂ ਸਵੇਰੇ ਪਿੰਡਾਂ ਵਾਲੇ RMP ਡਾਕਟਰ ਨੂੰ ਯਾਦ ਕਰਨ ਲੱਗਾ। ਸਾਡੇ ਪਿੰਡ 2-3 ਨੇ, ਸਾਰੇ ਪਿੰਡਾਂ 'ਚ ਨੇ। ਉਹ 5-5 ਸਾਲ ਲਾਇਆ ਇਹ ਡਾਕਟਰਾਂ ਦੇ ਆਲੇ ਦੁਆਲੇ, ਕਿਸੇ MBBS ਦੇ। ਤੇ ਉਹ ਇੰਨੇ ਐਕਸਪਰਟ ਨੇ, ਇੰਨੇ ਵਧੀਆ ਨੇ, ਉਹ ਪਿੰਡ 'ਚੋਂ ਇੰਨਾ ਵਧੀਆ ਸਰਵ ਕਰਦੇ ਆ। ਇਹ ਮਤਲਬ ਉਹੀ ਚੀਜ਼ ਜਿਹੜੀ 1000 ਰੁਪਏ 'ਚ ਆਉਂਦੀ ਹੈ, ਜਿਹੜੀ ਉਹ ਪਿੰਡ 'ਚ 50 ਰੁਪਏ 'ਚ ਆਮ ਲੋਕਾਂ ਨੂੰ ਦਿੰਦੇ ਨੇ। ਗਰੀਬ ਬੰਦਾ MBBS ਦੇ ਕਿੱਥੇ ਵੜ ਜੂ? ਸਾਡੇ ਉੱਥੇ ਦਰਾਹੇ ਆ ਇੱਕ ਅਮੀਰ ਡਾਕਟਰ, ਉਹ ਕੱਪੜੇ ਦੇਖ ਕੇ ਬੰਦਾ ਵਾਰਦਾ ਅੰਦਰ। ਉਹ ਕਹਿੰਦਾ ਨਾ, ਇਹ ਤੋਂ ਨਹੀਂ ਫੀਸ ਦੇ ਹੋਣੀ ਮੇਰੀ। ਤੇ ਇਹ ਪਿੰਡ ਵਾਲਾ ਜਿਹੜਾ ਭਾਈਚਾਰਾ ਹੈ B12 ਦੇ, ਉਸ ਤੋਂ ਬਾਅਦ ਜੈਂਟਾਮਾਈਸਿਨ ਦੇ, ਉਹਦੇ ਬਾਅਦ ਸਟੇਰੋਇਡ ਵੀ ਠੋਕਦੇ ਆ। ਡਾਕਟਰ ਗਰਮੇਲ ਵਰਗੇ ਜਿਹੜੇ ਬਾਈ ਦਾਊ ਮਾਜਰੇ ਨੇ ਸੁਣਾਏ ਸੀ, ਉਹ ਡੱਬ 'ਚੋਂ ਕੱਢ ਕੇ ਅੰਦਰ ਪੈਗ ਵੀ ਲਵਾ ਦਿੰਦੇ ਆ ਬਜ਼ੁਰਗਾਂ ਨੂੰ। ਇਹ ਬਹੁਤ ਵਧੀਆ ਕੰਮ ਕਰਦੇ ਆ। ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਡਾਕਟਰ ਉਹ ਵੀ ਕਹਾਉਂਦੇ ਆ ਆਪਣੇ ਆਪ ਨੂੰ। ਫਾਰਮਾਸਿਸਟ ਡਾਕਟਰ ਨੇ ਜਿਹੜੇ, ਫਾਰਮਾਸਿਸਟ ਕੀ ਕਲਾਸ 4 ਜਿਹੜੇ ਵੈਟਰਨਰੀ ਹਸਪਤਾਲਾਂ 'ਚ ਨੇ, ਲੱਜ ਪਾਉਣ ਵਾਲੇ। ਉਹ ਨਿੱਕਾ ਗੁੱਜਰ ਸਾਡੇ ਪਿੰਡ ਆ, ਉਹ ਵੀ ਡਾਕਟਰ। ਉਹ ਕਹਿੰਦਾ ਮੈਂ ਵੀ ਡਾਕਟਰ ਹਾਂ, ਮੈਨੂੰ ਕਿਤੇ ਟੀਕਾ ਨਹੀਂ ਲਾਉਣਾ ਆਉਂਦਾ। ਇੱਕ ਖੀਸੇ 'ਚ ਉਹਦੇ ਵੱਡੀ ਸਿਰਿੰਜ, ਸੱਜੇ ਬੰਨੇ ਉਹਦੇ ਟੀਕੇ ਹੁੰਦੇ, ਜਿਹੜੀ ਵੱਡੀ ਵਾਇਲ ਹੁੰਦੀ। ਉਹ ਕਹਿੰਦਾ ਵੀ ਇਹ ਕਿਵੇਂ? ਦੇ ਕਹਿੰਦਾ ਜਿਹੜੀ ਡਾਕਟਰ ਲਾਉਂਦਾ ਹੈ ਉਹ ਮੈਂ ਚੱਕ ਕੇ ਖੀਸੇ 'ਚ ਪਾ ਲੈਂਦਾ। ਤੇ ਫਿਰ ਜਿਹਦਾ ਡੰਗਰ ਬਿਮਾਰ ਹੋ ਗਿਆ ਉਹਨੂੰ ਮੈਂ ਪੁੱਛ ਲੈਣਾ ਕੀ ਦੁਖਦਾ ਡੰਗਰ ਦਾ। ਉਹ ਕਹਿੰਦਾ ਮੇਰਾ ਟੀਕਾ ਬਣ ਜਾਂਦਾ, ਮੈਂ ਜਾ ਕੇ ਉਹੀ ਲੈ ਆਉਣਾ। ਬਸ ਲਾ ਦੇਈਦੀ ਆ, ਮੈਂ ਵੀ ਡਾਕਟਰ ਹਾਂ। ਬਹੁਤ ਕੰਮ ਹੈ। ਸੋ ਇਹ ਪਿੰਡਾਂ 'ਚ ਜੇ ਕੋਈ ਬੰਦਾ ਢਿੱਲਾ ਮੱਸਾ ਹੋਵੇ, ਗਲੂਕੋਜ਼ ਜਦੇ ਟੰਗ ਦਿੰਦੇ ਆ ਕੇ, ਕਹਿੰਦਾ ਲੈ ਫੜ, ਹੁਣ ਕਰ ਦਿੰਦੇ ਆ ਪੈਰਾਂ ਭਾਰ। ਗੱਲ ਕਿਹੜੀ ਹੈ ਇਹ? ਇੱਥੇ ਉੱਥੇ ਗੇੜਾ ਕੱਢੋ ਜੀ, ਤੇ ਟੈਸਟ ਕਰਾਓ ਜੀ, ਇਹ ਕਰਾਓ। ਤੇ ਇੱਕ ਉਹ ਸਭਾ ਬਹੁਤ ਵਧੀਆ ਡਾਕਟਰ ਦੇ। ਇਹ ਸ਼ੁੱਕਰਵਾਰ ਨੂੰ ਐਤਕੀ ਗੱਲ ਇਹ ਕਰ ਲਈ ਵੀ ਡਾਕਟਰ ਦੇ ਪਿੰਡਾਂ ਵਾਲੇ ਹਸਪਤਾਲ ਜਿਹੜੇ ਕਲੀਨਿਕ ਹੁੰਦੇ, ਪਿੰਡ ਘਰ ਦੀ ਬੈਠਕ ਦੇ ਬਾਅਦ ਉਹਦੇ 'ਚ ਫਿਰ ਜਿਹੜੇ ਮੇਜ਼ 'ਚ ਡਹੇ ਹੁੰਦੇ, ਉਹਨਾਂ ਤੇ ਬੈਠ ਕੇ ਬੰਦਾ ਫਿਰ ਗੱਲ ਕੀ ਕਰਦਾ, ਬਹਿੰਦਾ ਕਿਵੇਂ, ਪੁੱਛਦਾ ਕਿਵੇਂ। 10 ਬੰਦੇ ਬੈਠਿਆਂ ਦੇ ਵਿੱਚ ਮਰੀਜ਼ ਨੇ ਆਪਣੀ ਗੱਲ ਦੱਸੇ, 10 'ਚ ਬੈਠਿਆ। ਇਉਂ ਨਹੀਂ ਹੈ ਵੀ ਅਲੱਗ ਕੋਈ ਐਗਜ਼ਾਮੀਨੇਸ਼ਨ ਰੂਮ ਆ ਨਾ, ਉੱਥੇ ਬੈਠੇ ਦੱਸੋ। 10 ਨੇ ਬੈਠੇ, ਬੀਬੀਆਂ ਪਰਲੇ ਬੰਦੇ ਬੈਠੀਆਂ ਨੇ ਪਰਦੇ 'ਚ, ਇੱਧਰਲੇ ਬੰਦੇ ਬਾਈ ਬੈਠੇ ਨੇ। ਬੀਬੀਆਂ ਨੇ ਅੰਦਰੋਂ ਪਰਦੇ 'ਚ ਬੋਲਣਾ, ਨਾਂ ਲੈ ਕੇ ਡਾਕਟਰ ਦਾ। ਉਹਨੇ ਚਾਚੀ ਤਾਈ ਕਹਿਣਾ, ਭਾਬੀ ਵੀ ਹੋਵੇ ਭਾਬੀ ਕਹਿਣਾ, ਫਿਰ ਉਹਨੇ ਗੱਲ ਦੱਸੀ। ਰਾਤ, ਅੱਧੀ ਰਾਤ ਇਉਂ ਲੱਗਿਆ ਜਿਵੇਂ ਦਿਲ ਨੂੰ ਕੁਛ ਚੜ ਗਿਆ ਹੁੰਦਾ। ਦੱਸ ਹੁਣ ਕੀ ਦਊਗਾ ਦਵਾਈ ਉਹ। ਸੋ ਇਹ ਸ਼ੁੱਕਰਵਾਰ ਨੂੰ ਇਸ ਗੱਲ ਦੀ ਮੇਰੇ ਅੱਜ ਯਾਦ ਸਵੇਰੇ ਆਈ, ਇੱਕ ਸਾਡੇ ਡਾਕਟਰ ਸਾਹਿਬ ਦੀ। ਤੇ ਮਤਲਬ ਬੰਦੇ ਨੂੰ ਕਾਇਮ ਕਰ ਦਿੰਦਾ, ਕਾਇਮ। ਉਹ ਕਹਿੰਦਾ ਵੀ ਮਤਲਬ ਕੀ ਆ, ਬੰਦਾ ਢਿੱਲਾ ਕਿਵੇਂ ਹੋਵੇ ਜ਼ਿੰਦਗੀ ਦੇ ਵਿੱਚ, ਇਹਦਾ ਕੀ ਮਤਲਬ। RMP ਉਹ ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਲਿਖਦੇ ਉਹ, ਤੇ ਇੱਕ ਕ੍ਰਾਸ ਪਾ ਲੈਂਦੇ, ਰੈੱਡ ਕ੍ਰਾਸ ਵਾਲਾ। 5-5 ਸਾਲ MBBS ਦੇ ਲਾ ਕੇ ਪੂਰੇ ਸਿਰੇ ਦੇ ਡਾਕਟਰ ਹੋ ਜਾਂਦੇ ਉਹ। ਤੇ ਪਿੰਡ ਗਰੀਬਾਂ ਦਾ ਉਹ ਇਲਾਜ ਕਰਦੇ, MBBS ਦੇ ਕਿੱਥੇ ਜਾਂਦੇ। ਬੜੀ ਵੰਨਗੀ ਹੈ। ਤੇ ਪਿੰਡ 'ਚ ਆਯੁਰਵੇਦ ਵਾਲੇ ਵੀ ਹੁੰਦੇ, ਜਿਹੜੇ BAMS ਬੈਚਲਰ ਆਫ ਆਯੁਰਵੇਦ ਮੈਡੀਸਨ, ਤੇ ਮੇਰਾ ਖਿਆਲ ਸਰਜਰੀ ਵੀ ਕਹਿੰਦੇ ਨੇ, ਉਹ ਵੀ ਡਾਕਟਰ ਨੇ। BAMS ਵੈਟਰਨਰੀ ਵਾਲੇ ਵੀ ਡਾਕਟਰ ਨੇ, MBBS ਵੀ ਡਾਕਟਰ ਨੇ। ਤੇ ਜਿਹੜਾ ਵਕੀਲ, ਜਿਹੜਾ ਕੁੱਟ ਦਾ ਹਰੜ ਆ, ਉਹ ਵੀ ਡਾਕਟਰ ਹੈ। ਸੋ ਇਹ ਡਾਕਟਰਾਂ ਦੀ ਵੰਨਗੀ ਬਹੁਤ ਹੈ ਵੀ। ਸ਼ੁੱਕਰਵਾਰ ਨੂੰ ਕਰਦੇ ਹਾਂ ਗੱਲ। ਸੋ ਮੈਂ ਫਿਰ ਉੱਥੇ ਆਵਾਂ ਕਿ ਬੋਲਸੋਨਾਰੋ ਕਹਿੰਦਾ ਮੈਂ ਤਾਂ ਕਨੀਨ ਖਾਣੀ ਹੈ। ਬਹੁਤ ਜ਼ਿਆਦਾ ਬ੍ਰਾਜ਼ੀਲ 'ਚ ਬੰਦੇ ਮਰ ਰਹੇ ਨੇ, 1100 1200 ਸੁਣੀ ਨਹੀਂ ਕਿਸੇ ਨੇ। ਜਿਹੜਾ ਰੀਓ ਡੀ ਜਨੇਰੀਓ ਦੇ ਉੱਪਰ ਵਿੱਚ ਜੀਸਸ ਦੀ ਬਹੁਤ ਵੱਡੀ ਮੂਰਤੀ ਹੈ, ਜਿਹੜੀ ਬਾਂਹ ਖੋਲੀ ਖੜੀ ਹੈ ਪਾਣੀ ਵਾਲੇ ਪਾਸੇ ਨੂੰ, ਉਹਦੇ ਤੇ ਲਿਖ ਗਿਆ ਕੋਈ ਭੁੱਖ। ਬਾਤ ਪਾਵਾਂ ਕਹਿੰਦਾ, ਬਾਤ ਪਾ ਕਹਿੰਦਾ ਟੁੱਕ। ਜਿਹੜਾ ਭੁੱਖਾ ਉਹ ਇਹੀ ਗੱਲ ਕਰਦਾ। ਦੂਸਰੀ ਗੱਲ, ਤੇ ਅਗਲੇ ਹਿੱਸੇ ਦੇ ਵਿੱਚ ਇਹਦੇ 'ਚ ਕੀ ਹੋਇਆ ਹੁਣ, ਕਹਾਣੀ ਇਸ COVID-19 'ਚ ਕੀ ਬਣ ਰਹੀ ਹੈ? ਉਹ ਇਹ ਬਣ ਰਹੀ ਹੈ ਵੀ ਲੋਕ ਪੈਸਾ ਕਮਾ ਗਏ, ਜਿਨ੍ਹਾਂ ਦੀ ਔਨਲਾਈਨ ਜਿਹੜੀ ਸ਼ਾਪਿੰਗ ਚੱਲਦੀ ਹੈ। ਤੇ ਉਹਨਾਂ ਨੇ ਵੀ ਸਿਰੇ ਲਾਤੀ ਗੱਲ। ਉਹਨਾਂ ਨੇ ਵਧੀਆ ਜਿਹੜੀ ਕਮਾਈ ਪਿਛਲੇ ਦਿਨੀ, ਜੇ ਤੁਸੀਂ ਸਮਝਦੇ ਹੋ ਕਿ ਜੇ ਐਮਾਜ਼ੋਨ ਦੀ ਉਹ ਗੱਲ ਕਰੇ
ਬਾਕਸ ਦੇਖ ਲਓ ਕਿਵੇਂ ਡਿੱਗਦੇ ਆ, ਗੇੜਾ ਨਹੀਂ ਪੈਣ ਦਿੰਦੇ। ਸਵੇਰ ਨੂੰ ਬੰਦਾ ਖੜਾ ਹੁੰਦਾ UPS ਵਾਲਾ ਲੈ ਕੇ ਵੀ ਆਹ ਚੱਕੋ ਆ ਗਿਆ। ਸੋ ਇਹ ਵੱਡਾ ਬਿਜ਼ਨਸ ਹੋਇਆ। ਇੱਕ ਘਾਟਾ ਪੈਣਾ ਜਿਹੜਾ ਘਰੋਂ ਕੰਮ ਤੇ ਉਹ ਬਹੁਤ ਸ਼ੁਰੂ ਹੋ ਗਿਆ। ਬਿਲਡਿੰਗਾਂ ਖਾਲੀ ਹੋ ਜਾਣੀਆਂ, ਤੁਹਾਡੇ ਸਾਹਮਣੇ ਦੇਖ ਲਿਓ। ਤੇ ਬਹੁਤ ਬਿਜ਼ਨਸ ਨੇ ਜਿਹੜੇ ਘਰਾਂ 'ਚ ਮੂਵ ਕਰਤੇ ਲੋਕਾਂ ਨੇ। ਬਹੁਤ ਆਫਿਸ ਨੇ ਜਿਹੜੇ ਘੱਟੋ ਘੱਟ 2020 'ਚ ਤਾਂ ਮੂਵ ਕਰਤੇ। ਹੁਣ ਉਹ ਲੀਜ਼ ਤੇ ਕੀ ਲਿਖਿਆ ਹੋਇਆ, ਲੀਜ਼ ਦੇ ਹਿਸਾਬ ਨਾਲ ਕਿੰਨਾ ਹੋਊ, ਪਰ ਕੰਮ ਘਰਾਂ ਤੋਂ ਚੱਲਣਾ ਸ਼ੁਰੂ ਹੋ ਗਿਆ। ਜਿਵੇਂ ਕਹਾਵਤ ਆ, ਕਹਿੰਦਾ ਮੀਣਿਆ ਤੈਨੂੰ ਚੋਰ ਲੈ ਜਾਣ, ਉਹ ਕਹਿੰਦਾ ਆਪਾਂ ਤਾਂ ਪੱਠੇ ਹੀ ਖਾਣੇ ਆ। ਜਿਹੜੇ ਮੇਰੇ ਵਰਗੇ ਪਹਿਲੇ 5 ਸਾਲਾਂ ਦੇ ਘਰੇ ਬੈਠੇ, ਸਾਨੂੰ ਤਾਂ ਫਾਇਦਾ ਹੀ ਕੋਈ, ਨੁਕਸਾਨ ਨਾ ਕੋਈ ਫਾਇਦਾ। ਜਿਹੜੇ ਨਵੇਂ ਬੈਠੇ ਆ ਉਹ ਕਹਿੰਦੇ ਮੜਾਸਾ ਮਾਰ ਕੇ ਬਹਿਨੇ, ਸਵਾਦ ਆ ਗਿਆ। ਪਹਿਲਾਂ ਉਹ ਕਹਿੰਦੇ ਸੀ, ਕਹਿੰਦੇ ਇਹ ਘਰਾਂ 'ਚ ਬੈਠੇ ਬੈਠਕਾਂ 'ਚ ਬੋਲੀ ਜਾਂਦੇ। ਸਾਡੇ ਵੱਡੇ ਸਟੂਡੀਓ ਨੇ, ਹੁਣ ਸਟੂਡੀਓ ਤੋਂ ਜਦ ਘਰੇ ਆ ਗਏ, ਹੁਣ ਕਹਿੰਦੇ ਘਰ ਬਹੁਤ ਵਧੀਆ ਲੱਗ। ਭਲਾ ਪੁੱਛੇ ਕੋਈ ਸਟੂਡੀਓ ਨਾਲ ਕੋਈ ਬੜਾ ਬੰਦਾ ਹੋ ਜਾਂਦਾ, ਗੱਲ ਕਰਨ ਵਾਲੀ ਹੋਵੇ। ਇੱਕ ਕੰਪਨੀ ਹੈ ਜਿਹੜੀ ਆਨਲਾਈਨ ਸ਼ਾਪਿੰਗ ਸੈੱਟ ਕਰਦੀ ਹੈ, ਸ਼ੋਪੀਫਾਈ ਜਿਸ ਦਾ ਨਾਮ ਹੈ, ਉਹਨੇ ਵੀ ਕਰ ਦਿੱਤਾ। ਆ ਗਿਆ ਟਵੀਟ, ਕਹਿੰਦਾ ਵੀ ਸਾਡਾ ਵੀ ਹੁਣ ਪਰਮਾਨੈਂਟ ਅਸੀਂ ਘਰਾਂ 'ਚ ਬੰਦੇ ਮੂਵ ਕਰਤੇ। 5000 ਦੇ ਕਰੀਬ ਇਸ ਕੰਪਨੀ 'ਚ ਕੰਮ ਕਰਦੇ ਆ। ਕੈਨੇਡਾ ਦੀ ਟੌਪ ਜਿਹੜੀ ਵੈਲੂਏਬਲ ਕੰਪਨੀ ਰਹੀ ਹੈ ਇਹ ਕੈਨੇਡਾ ਦੀ। ਉਹਦੇ CEO ਨੇ ਕੀਤੀ ਗੱਲ, ਕਹਿੰਦੇ ਵੀ ਹੁਣ ਅਸੀਂ ਡਿਜੀਟਲ ਬਾਈ ਡਿਫਾਲਟ, ਮਤਲਬ ਘਰੇ ਹੀ ਹੁਣ ਕਰਨਾ ਹੈ। ਹਾਲਾਂਕਿ ਨਵਾਂ ਬਹੁਤ ਵਧੀਆ ਇੱਕ ਡਾਊਨਟਾਊਨ ਟੋਰਾਂਟੋ ਦੇ ਵਿੱਚ ਆਟਵਾ 'ਚ ਬਹੁਤ ਵਧੀਆ ਉਹਨਾਂ ਦਾ ਇੱਕ ਆਫਿਸ ਹੈ। 500 ਸਕੁਅਰ ਫੁੱਟ ਹਾਊਸ ਵੈਨਕੂਵਰ 'ਚ ਉਹਨਾਂ ਨੇ ਖੋਲ੍ਹਿਆ। ਹੈਡਕੁਆਟਰ ਜਿਹੜਾ ਉਹਨਾਂ ਦਾ ਸੀ ਡਾਊਨਟਾਊਨ ਆਟਵਾ ਦੇ ਵਿੱਚ ਇੱਕ ਹਾਈ ਰਾਈਜ਼ ਦੇ ਵਿੱਚ ਸੈੱਟ ਕੀਤਾ ਹੈ। ਸੈਵਰਲ ਫਲੋਰ ਉਹਦੇ ਜਿਹੜੇ ਉਹਨਾਂ ਦੇ ਕੋਲ ਸੀ, ਤੇ ਸਟਾਈਲਿਸ਼ ਮਾਡਰਨ ਹੈਡਕੁਆਟਰਸ, ਤੇ ਬੜਾ ਅਲੱਗ ਕਿਸਮ ਦਾ ਬਣਾਇਆ ਸੀ ਉਹਨਾਂ ਨੇ। ਵਿੱਚ ਹੀ ਮਤਲਬ ਇੱਕ ਅਪਾਰਟਮੈਂਟ ਦੇ ਨਾਲ ਹੀ ਉਹ ਵੀ ਵੇਖਣ ਵਾਲਾ। ਸੋ ਉਹਨਾਂ ਨੇ ਮੂਵ ਕਰਤਾ। ਇਹ ਬਹੁਤ ਵੱਡਾ ਇੰਪੈਕਟ ਪੈਣਾ ਜੀ, ਇਸ ਨੂੰ ਸਮਝ ਲਿਓ ਵੀ ਇਹ ਮੰਨ ਲਓ ਕਿ ਕੋਈ $1 ਲੱਖ ਮਹੀਨੇ ਦਾ ਵੱਡੀ ਕੰਪਨੀ ਦੇ ਰਹੀ ਹੈ ਰੈਂਟ, ਤਾਂ ਉਹਨਾਂ ਨੇ ਕਿਹਾ ਵੀ ਨੋ, ਹੁਣ ਸਾਨੂੰ ਲੋੜ ਨਹੀਂ ਹੈ, ਇਹ ਕੋਈ ਚੀਜ਼ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਘਰਾਂ 'ਚ ਸਾਰਾ ਕੁਝ ਚੱਲ ਰਿਹਾ। ਇੱਕ ਅਬੋਰੀਜਨਲ ਮੂਲ ਵਾਸੀ ਦਾ ਆਰਟਿਸਟ ਹੈ ਕੈਂਟ ਮੌਂਕਮੈਨ। ਕੈਂਟ ਮੌਂਕਮੈਨ ਪੇਂਟਿੰਗਸ ਬਣਾਉਂਦਾ ਹੈ। ਪੇਂਟਿੰਗਸ ਉਹਦੀਆਂ ਨੇ, ਮਤਲਬ ਜੇ ਤੁਸੀਂ ਵੇਖੋ ਪੇਂਟਿੰਗਸ, ਇਹ ਇੰਨੀ ਰਿਐਲਿਟੀ ਪੇਂਟਿੰਗਸ ਦੇ ਵਿੱਚ ਦਿਖਾਉਣੀ ਬੜੀ ਔਖੀ ਹੈ। ਉਸਨੇ ਪ੍ਰਧਾਨ ਮੰਤਰੀ ਟਰੂਡੋ ਦਾ ਹੀ ਇੱਕ ਚਿੱਤਰ ਬਣਾਇਆ, ਜਿਹਦੇ ਵਿੱਚ ਬੜਾ ਸਾਰਾ ਜਿਹੜੀ ਜੱਤ ਦਾ ਇੱਕ ਸਿਰ, ਜਿਵੇਂ ਨੇਟਿਵ ਲੋਕ ਸਿਰ ਢੱਕਦੇ ਨੇ ਲੰਮਾ, ਪਰ ਪ੍ਰਧਾਨ ਮੰਤਰੀ ਟਰੂਡੋ ਨੂੰ ਉਸਨੇ ਨਗਨ ਦਿਖਾਇਆ। ਆਲੇ ਦੁਆਲੇ ਇਸਤਰੀਆਂ ਬੈਠੀਆਂ ਨੇ ਜਿਹੜੀਆਂ ਨੇਟਿਵਸ, ਉਹ ਹੱਸ ਰਹੀਆਂ ਨੇ। ਇਸ ਦਾ ਜਦ ਉਸਨੇ ਇਸਨੂੰ ਫੇਸਬੁੱਕ ਤੇ ਪਾਇਆ ਤਾਂ ਉਸ ਤੇ ਬਹੁਤ ਲੋਕ ਖੁਸ਼ ਵੀ ਹੋਏ ਨੇ, ਤੇ ਮੌਂਕਮੈਨ ਨੇ ਇਹਨੂੰ ਕੰਸੈਂਸ਼ੂਅਲ ਐਕਟ ਦੇ ਤੌਰ ਤੇ ਆਲੇ ਦੁਆਲੇ ਬੈਠੀਆਂ ਹੱਸਦੀਆਂ ਨੇ, ਪ੍ਰੀਪੇਅਰਿੰਗ ਫॉर ਵਟ ਮੌਂਕਮੈਨ ਕਾਲਡ, ਉਹ ਥੀਮ ਲੈ ਕੇ ਬਣਾਇਆ। ਤੇ ਪੇਂਟਿੰਗ ਦਾ ਟਾਈਟਲ ਉਹਨੇ ਹੈਂਕੀ ਪੈਂਕੀ ਦਿੱਤਾ। ਤੇ ਕੀਤਾ ਉਹਨੇ ਇਹ ਕਿ ਸੈਕਸ਼ੂਅਲ ਅਸੌਲਟ ਜਿਹੜੇ ਨੇ ਆਮ ਇਸਤਰੀਆਂ ਨਾਲੋਂ ਨੇਟਿਵ ਇਸਤਰੀਆਂ ਤੇ ਬਹੁਤ ਨੇ। ਤੇ ਉਹ ਕਹਿੰਦਾ ਕੈਨੇਡਾ ਦਾ ਜਿਹੜਾ ਇਨਜਸਟਿਸ ਸਿਸਟਮ ਹੈ ਨਾ, ਉਹਦੇ ਅਸੀਂ ਵਿਕਟਮ ਹੈ ਇੰਡੀਜਨਸ ਲੋਕ, ਖਾਸ ਤੌਰ ਤੇ ਇੰਡੀਜਨਸ ਇਸਤਰੀ। ਸੋ ਜਿਵੇਂ ਜਿਵੇਂ ਅਗਲੇ ਦਾ ਵਿਨੀਪੈਗ 'ਚ ਰਹਿੰਦਾ ਹੈ ਬੰਦਾ, ਉਸਨੇ ਇਸ ਨੂੰ ਬਣਾਇਆ। ਤੇ ਉਹ ਚਿੱਤਰ ਦੇ ਲਈ ਬੜੇ ਰਲਮੇ ਮਿਲਮੇ ਹੰਗਾਰਾ ਆ ਰਿਹਾ ਕਿ ਇਹ ਠੀਕ ਕੀਤਾ ਨਹੀਂ ਕੀਤਾ, ਪਰ ਇਹੀ ਆਜ਼ਾਦੀ ਹੈ ਇਹਨਾਂ ਦੇਸ਼ਾਂ ਦੇ ਵਿੱਚ। ਇੱਥੇ ਤੁਸੀਂ ਗੱਲ ਮਨ ਦੀ ਕਹਿ ਸਕਦੇ ਹੋ, ਪਰ ਉਹਦਾ
ਅਧਿਕਾਰ ਖੇਤਰ ਬਿਲਕੁਲ ਹੈ। ਖਾਸ ਤੌਰ ਤੇ ਜਿਹੜਾ ਜਰਨਲਿਜ਼ਮ ਦੇ ਵਿੱਚ ਆਰਟਿਸਟ ਨੇ ਜਿਹੜੇ ਇਹ ਤਾਂ ਹੁਣ ਸਾਨੂੰ ਹੀ ਹੈ, ਅਸੀਂ ਨਿੱਜੀ ਤੌਰ ਤੇ ਕੋਈ ਗੱਲ ਲੈਂਦੇ ਹਾਂ ਵੀ ਹਾਂ ਮੈਨੂੰ ਕਹਿ ਦਿੱਤਾ ਤੇ ਆਹ ਹੋ ਜੂ ਤੇ ਆਹ ਹੋ ਜੂ, ਤੇ ਅਦਰਵਾਈਜ਼ ਤਾਂ ਜੇ ਤੁਸੀਂ ਸੁਣਦੇ ਹੋ ਮੇਨ ਸਟਰੀਮ ਨੂੰ ਜਾਂ ਜਿਹੜੇ ਲੇਟ ਨਾਈਟ ਸ਼ੋਅ ਨੇ ਅਮਰੀਕਾ ਦੇ ਉਹਨਾਂ ਨੂੰ ਜੇ ਤੁਸੀਂ ਕਿਮਲਜ਼ ਤੇ ਉਸ ਤੋਂ ਬਾਅਦ ਨੋਹਾ ਦਾ ਸੁਣੋ ਤੇ ਹੋਰ ਉਹ ਪਤਾ ਲੱਗਦਾ ਵੀ ਕਹਿੰਦੇ ਕੀ ਨੇ, ਬਖੀਏ ਦੇੜ ਦਿੰਦੇ। ਤੇ ਪਰ ਉਹ ਸੁਸਾਇਟੀ ਉਸ ਲਈ ਹੈ ਪਿਆਰ। ਤੇ ਕੈਨੇਡਾ ਪੋਸਟ ਨੇ $153 ਮਿਲੀਅਨ ਦੀ ਜਿਹੜਾ ਲਾਸ 2019 ਦੇ ਵਿੱਚ ਦੱਸਿਆ, ਕਾਰਨ ਕਿ ਪਾਰਸਲ ਕੰਪੀਟੀਸ਼ਨ ਵੱਧ ਗਿਆ, ਬਹੁਤ ਨਵੇਂ ਬਿਜ਼ਨਸ ਆ ਗਏ ਜਿਹੜੇ ਸਸਤਾ ਡਿਲੀਵਰ ਕਰਦੇ ਨੇ ਤੇ ਬਹੁਤ ਵੱਡਾ ਘਾਟਾ ਜਿਹੜਾ ਉਹਨਾਂ ਨੇ ਦਿਖਾਇਆ। ਪਿਊਰੋਲੇਟਰ ਨੇ ਪ੍ਰੋਫਿਟ 152 ਮਿਲੀਅਨ ਦਾ ਦਿਖਾ ਦਿੱਤਾ 2019 ਚ, ਤੇ ਟੈਕਸ ਤੋਂ ਇਹ ਪਹਿਲਾ। ਤੋ ਇਹ ਜਿਹੜਾ ਕੰਪਨੀ ਹੈ ਬਿਜ਼ਨਸ ਦੇ ਵਿੱਚ ਬਹੁਤ ਆਈਆਂ, ਉਹ ਕੈਨੇਡਾ ਪੋਸਟ ਦੇ ਵਿੱਚ ਇਹ ਘਾਟੇ ਦੀ ਗੱਲ ਜਿਹੜੀ ਚੱਲ ਰਹੀ। ਦੂਸਰੇ ਬੰਨੇ ਅਮਰੀਕਾ ਵਾਲੇ ਪਾਸੇ ਜਿਹੜੀਆਂ ਖਬਰਾਂ ਆ ਰਹੀਆਂ, ਮਿਸ਼ੀਗਨ ਦੇ ਵਿੱਚ ਹੜ੍ਹ ਨੇ ਬੜੀ ਤਬਾਹੀ ਮਚਾਈ ਹੈ ਜੀ। ਤੇ ਉਹ ਜਿਹੜਾ 2 ਡੈਮ ਟੁੱਟ ਗਏ, ਡੈਮ ਕਾਹਦੇ ਟੁੱਟੇ, ਪਾਣੀ ਹੋਇਆ ਪਿਆ। ਅਮਰੀਕਨਸ ਰੈਸਟੋਰੈਂਟ ਦੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਖੁੱਲ੍ਹਾ ਖਾਣਾ, ਬਿਗ ਮੀਲਸ ਉਹਨਾਂ ਦੇ ਨੇ। ਤੇ ਹੁਣ ਰੈਸਟੋਰੈਂਟ ਖੁੱਲ੍ਹਣ ਦੀ ਬਹੁਤ 5 ਚੋਂ 1 ਐਡਲਟ ਪਿਛਲੇ 24 ਘੰਟਿਆਂ ਦੇ ਵਿੱਚ ਰੈਸਟੋਰੈਂਟ ਦੇ ਵਿੱਚ ਖਾ ਕੇ ਆਇਆ। ਗੈਲਪ ਸਰਵੇ ਜਿਹੜਾ ਨਵਾਂ ਹੋਇਆ, ਬਹੁਤ ਪਸੰਦ ਕਰਦੇ ਆ ਉਹ ਅਮਰੀਕਨ ਲੋਕ, ਬਹੁਤ ਖਾਣਾ ਪਸੰਦ ਕਰਦੇ ਆ। COVID-19 ਦੇ ਚੱਲਦੇ ਆ ਮੈਨਾਫੋਰਟ ਵੀ ਘਰ ਲਈ ਸੱਦਤਾ। ਮੈਨੂੰ ਨਹੀਂ ਲੱਗਦਾ ਹੁਣ ਮੁੜ ਕੇ ਜੇਲ੍ਹ ਜਾਊਗਾ। ਇਸ ਤਰ੍ਹਾਂ ਸਰਪੰਚ ਉਹਨਾਂ ਦਾ ਪੁਰਾਣਾ ਵਕੀਲ ਮਾਈਕਲ ਕੋਨ, ਉਹ ਵੀ ਹੁਣ ਜਿਹੜੀ ਰਹਿ ਗਈ ਉਸ ਦੀ ਸਜ਼ਾ ਜਿਹੜੀ 2021 ਚ ਉਹਨੇ ਪਰੋਲ ਲਈ ਐਲੀਜੀਬਲ ਹੋਣਾ ਸੀ, ਹੁਣੇ ਛੱਡ ਦਿੱਤਾ, 1 ਸਾਲ ਘਰ ਦੇ ਵਿੱਚ ਕੱਟੂ। ਪਾਲ ਮੈਨਾਫੋਰਟ ਵੀ ਛੱਡ ਦਿੱਤਾ, ਉਹ ਵੀ ਘਰੇ ਸਜ਼ਾ ਕੱਟੂ। COVID-19 ਨੇ ਜ਼ਿੰਦਗੀ ਦੇ ਅਰਥ ਬਦਲ ਦਿੱਤੇ, ਇਹ ਗੱਲ ਮੰਨਣੀ ਪਊ। ਉਧਰ ਜਿਹੜਾ ਏਅਰਕ੍ਰਾਫਟ ਕੈਰੀਅਰ ਹੈ ਥਿਓਡੋਰ ਰੂਜ਼ਵੈਲਟ, ਉਹ ਗੁਆਮ ਤੋਂ ਚੱਲ ਪਿਆ, ਗੁਆਮ ਤੋਂ ਚੱਲਿਆ ਅੱਜ ਉਹ, ਕਿਉਂਕਿ ਇਹਦੇ ਵਿੱਚ COVID-19 ਦੇ ਬਹੁਤ ਮਰੀਜ਼ ਪਾਏ ਗਏ ਸੀ ਸੇਲਰ। ਤੇ ਇਸ ਦੇ ਹੀ ਕਮਾਂਡਿੰਗ ਅਫੀਸਰ ਨੇ ਜਦ ਗੱਲ ਲੀਕ ਕਰਤੀ ਸੀ ਵੀ ਇੱਥੇ ਹੋ ਗਿਆ, ਤੇ ਉਸਨੂੰ ਨੌਕਰੀਓਂ ਲਾਉਣਾ ਪਿਆ। ਕਰੋਜ਼ੀਏ ਤੇ ਦੁਆਰਾ ਫੇਰ ਨੇਵੀ ਦਾ ਕੈਪਟਨ ਬ੍ਰੈਟ ਕੋਜ਼ੀਅਰ ਨੇ ਜਦ ਦੱਸ ਦਿੱਤਾ ਸੀ ਤਾਂ ਆਪਣੇ ਨੇਵੀ ਦੇ ਸੈਕਟਰੀ ਨੂੰ ਈਮੇਲ ਭੇਜੀ, ਉਹ ਗੱਲ ਲੀਕ ਹੋ ਗਈ। ਗੁਆਮ ਦਾ ਜਿਹੜਾ ਹੈ ਇਹਦਾ ਨੈਵਲ ਬੇਸ ਹੈ, 70-80 ਹਜ਼ਾਰ ਵਸੋਂ ਹੈ ਉੱਥੇ, ਤੇ ਇੱਥੋਂ ਫਿਰ ਏਸ਼ੀਆ ਨੂੰ ਉਹ ਮਾਰ ਕਰਦੇ ਆ। ਇੱਥੇ ਜੰਗੀ ਬੇੜੇ ਉਹਨਾਂ ਦੇ ਖੜੇ ਰਹਿੰਦੇ ਆ, ਬਹੁਤ ਵੱਡਾ ਨੈਵਲ ਬੇਸ ਹੈ। ਤੇ ਏਅਰਕ੍ਰਾਫਟ ਕੈਰੀਅਰ ਹੈ ਜਿਹੜਾ ਉਹ ਤਾਂ ਮਤਲਬ ਇੱਕ ਬਣਿਆ ਬਣਾਇਆ ਏਅਰਪੋਰਟ ਲਈ ਜਾਂਦਾ ਹੈ। ਮਤਲਬ ਇਹ ਦੇਖੋ ਵੀ ਉਹਦੇ 'ਚ ਹੈ ਕੀ ਨਹੀਂ। ਜੇ ਤੁਸੀਂ ਕਦੇ YouTube ਤੇ ਉਹਦਾ ਸੁਣ ਲੱਗ ਜਾਵੋ ਬਈ ਇਹ 'ਚ ਕੀ ਹੈ, ਕਿਵੇਂ ਜਹਾਜ਼ ਉੱਡਦੇ ਆ ਛੋਟੇ ਡਿਸਟੈਂਸ, ਕਿਵੇਂ ਉਤਰਦੇ ਆ, ਕਿਵੇਂ ਹੁੱਕ ਫਸਾ ਕੇ ਜਿਹੜੀ ਉਸਨੂੰ ਰੋਕਦੇ ਆ, ਯਾਰ ਕਿੱਡੇ ਐਕਸਪਰਟ ਨੇ ਪਾਇਲਟ ਜਿਹੜੇ ਨੇ, ਐਵੀਏਟਰਸ ਜਿਹੜੇ ਨੇ ਸਿਰੇ ਦੇ। ਇਹ ਗੱਲ ਕਰਨੀ ਹੈ। ਤੇ ਦੂਸਰੀ ਤੁਹਾਡੇ ਨਾਲ ਮੈਂ ਗੱਲ ਇੱਕ ਕੁਛ ਕਰਨੀ ਚਾਹੁੰਦਾ ਕਿ ਆਈਸਿਸ ਦਾ ਕੀ ਬਣ ਰਿਹਾ, ਆਈਸਲ ਦਾ ਕੀ ਬਣ ਰਿਹਾ। ਆਈਸਲ ਜਿਉਂ ਹੀ COVID-19 ਹੋਇਆ ਤੇ ਜਿਉਂ ਹੀ ਲੋਕ ਇਰਾਕ ਦੇ ਵਿੱਚੋਂ ਨਿਕਲਣ ਲੱਗੇ, ਵੈਸਟਰਨ ਕੰਟਰੀਆਂ ਇਰਾਕ ਚੋਂ ਨਿਕਲ ਰਹੀਆਂ ਨੇ। 20,000 ਦੇ ਕਰੀਬ ਫਾਈਟਰ ਨੇ ਇਹਨਾਂ ਕੋਲ। $4 ਮਿਲੀਅਨ ਜਿਹੜਾ ਉਹ 1 ਮਹੀਨੇ ਦਾ ਕਮਾ ਰਹੇ ਨੇ, ਜਿਹੜਾ ਤੇਲ ਵੇਚਦੇ ਆ ਸਮੁੰਦਰ ਦੇ ਵਿੱਚ ਲਿਜਾ ਕੇ
ਜਿਹੜਾ ਉਹ ਖਾਲੀ ਕਰਦੇ ਟੈਂਕਰਾਂ 'ਚ। ਚਲੋ ਹੁਣ ਨਹੀਂ, ਪਰ ਕਿਤੋਂ ਨਾ ਕਿਤੋਂ ਉਹਨਾਂ ਨੂੰ $4 ਇੱਕ ਮਹੀਨੇ ਦੀ ਕਮਾਈ ਹੋ ਰਹੀ ਹੈ। 20,000 ਉਹਨਾਂ ਦੇ ਫਾਈਟਰ ਨੇ, ਤੇ ਬਹੁਤ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਹਮਲੇ ਫਰਵਰੀ ਤੇ ਮਾਰਚ ਕੀਤੇ ਨੇ ਕਿਰਕੁਕ ਤੇ ਅਰਬਲ, ਮੌਸਲ, ਇਹ ਏਰੀਏ 'ਚ। ਬਗਦਾਦ ਤੋਂ ਜਦ ਤੁਰਕੀ ਤੇ ਸੀਰੀਆ ਵੱਲ ਨੂੰ ਜਾਂਦੇ ਆ, ਇਸ ਏਰੀਏ ਦੇ ਵਿੱਚ ਇਸਲਾਮਿਕ ਸਟੇਟ ਜਿਹੜੇ ਅਟੈਕ ਨੇ ਜਨਵਰੀ ਤੋਂ ਮਈ ਤੱਕ ਦੇ ਬਹੁਤ ਕੀਤੇ ਉਹਨਾਂ, ਔਰ ਇੰਨਾ ਜ਼ੋਰ ਫੜ ਰਹੀ ਆ ਉਹ, ਜਾਂ ਤਾਂ ਉਹਨੂੰ ਛੱਡ ਰਹੇ ਨੇ। ਬਹੁਤ ਵੱਡੀ ਇੱਕ ਜਿਹੜੀ ਇਹਦੇ ਤੇ ਐਡੀਟੋਰੀਅਲ ਲਿਖਿਆ ਥਾਮਸ ਅਬੀਹਾਨਾ ਨੇ, ਬੜਾ ਗਲੋਬਲ ਸਿਕਿਉਰਿਟੀ ਐਨਾਲਿਸਟ ਆ ਸਟੈਟਫੋਰਡ ਦਾ, ਉਸਨੇ ਦੱਸਿਆ ਕਿ ਇਹ ਹੁਣ ਛੱਡਤਾ। ਅਮਰੀਕਾ ਰੈਪ ਅਪ ਕਰ ਰਿਹਾ ਇਰਾਕ ਤੇ ਸੀਰੀਆ 'ਚੋਂ, ਉਧਰੋਂ ਅਫਗਾਨਿਸਤਾਨ 'ਚੋਂ। ਇੰਗਲੈਂਡ ਤੇ ਜਰਮਨੀ ਨੇ ਵੀ ਕਹਿ ਦਿੱਤਾ, ਫਰਾਂਸ ਨੇ ਵੀ ਕਹਿ ਦਿੱਤਾ ਅਸੀਂ ਫੋਰਸਾਂ ਕੱਢ ਰਹੇ ਹਾਂ। ਤੇ ਆਈਸਿਸ ਨੇ ਉੱਥੇ ਹਨੇਰੀ ਲਿਆਉਣੀ ਆ ਫਿਰ। ਵੱਡਾ ਕਾਰਨ ਕਿਹਾ ਕਿਉਂਕਿ ਇਰਾਕ ਦੀ ਅੱਗੇ ਕੀ ਸੀ ਕਿ ਆਈਸਿਸ ਦੇ ਖਿਲਾਫ ਜਿੰਨਾ ਇਰਾਨੀਅਨ ਮਲੇਸ਼ੀਆ ਵੀ ਲੜਦਾ ਸੀ, ਇਰਾਕ ਦੀ ਗਵਰਨਮੈਂਟ ਵੀ ਸੀ, ਤੇ ਨਾਲ ਵੈਸਟਰਨ ਫੋਰਸਿਸ ਸੀ। ਜ਼ਿਆਦਾ ਉਹਨਾਂ ਦਾ ਜਨਰਲ ਮਾਰਿਆ ਈਰਾਨ ਦਾ, ਈਰਾਨੀ ਮਲੇਸ਼ੀਆ ਅਮਰੀਕਾ ਦੇ ਅਗੇਂਸਟ ਹੋ ਗਿਆ। ਅਮਰੀਕਾ ਆਪਣਾ ਉੱਥੋਂ ਅੱਡਾ ਪੱਟਣ ਲਈ ਤਿਆਰ ਹੈ। ਅਬੂ ਬਕਰ ਅਲ ਬਗਦਾਦੀ ਅਕਤੂਬਰ 2019 'ਚ ਮਾਰ ਦਿੱਤਾ ਸੀ, ਤੇ ਉਹਦੇ ਬਾਅਦ ਇਉਂ ਲੱਗਿਆ ਸੀ ਇਹ ਖਤਮ ਹੋ ਗਏ, ਪਰ ਉਹ ਬਹੁਤ ਪਾਵਰ ਦੇ ਵਿੱਚ ਬੈਠੇ। ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਜਿਹੜਾ ਪੋਪੂਲਰ ਮੋਬਿਲਾਈਜੇਸ਼ਨ ਯੂਨਿਟ ਹੈ, ਜਿਹਨੂੰ PMUS ਕਹਿੰਦੇ ਸੀ, ਤੇ ਉਹ ਬਹੁਤ ਈਰਾਨ ਦਾ ਇੱਕ ਮਲੇਸ਼ੀਆ ਜਿਹੜਾ ਆਈਸਿਸ ਦੇ ਖਿਲਾਫ ਲੜਦਾ ਸੀ, ਆਈਸਿਲ ਦੇ ਸਾਫ਼। ਹਲੇ ਤਾਂ ਉਹਨਾਂ ਦਾ ਕੈਲੀਫੇਟ ਤਾਂ ਹੈ ਨਹੀਂ, ਪਰ 19 ਤੋਂ 25 ਤੱਕ ਚੈਕ ਰਿਪਬਲਿਕ ਨੇ, ਫਰਾਂਸ ਨੇ, ਨੈਦਰਲੈਂਡ ਨੇ, ਸਪੇਨ ਨੇ, ਸਾਰਿਆਂ ਨੇ ਕਹਿ ਦਿੱਤਾ ਅਸੀਂ ਟੈਂਪਰੇਰਲੀ ਆਪਣੀਆਂ ਫੋਰਸਿਸ ਇਰਾਕ ਤੋਂ ਕੱਢ ਰਹੇ ਹਾਂ। ਜਰਮਨੀ ਤੇ UK ਉਹਨਾਂ ਨੇ ਕਹਿ ਦਿੱਤਾ ਅਸੀਂ ਆਪਣੀ ਡਾਊਨ ਸਾਈਜ਼ ਕਰ ਰਹੇ ਹਾਂ ਪ੍ਰੈਜ਼ੈਂਸ। ਅਮਰੀਕਾ ਕਹਿੰਦਾ ਮੈਂ ਡਾਊਨ ਸਾਈਜ਼ ਕਰ ਰਿਹਾ। ਤੇ ਆਈਸਿਸ ਨੇ ਹੁਣ ਹਨੇਰੀ ਉੱਥੇ ਫੇਰ ਲਿਆਉਣੀ ਹੈ, ਤੇ ਜਿਹਦੇ ਲਈ ਆਹ ਕੁਛ ਉੱਥੇ ਹੋਇਆ ਉਹਨੂੰ ਫੇਰ ਛੱਡ ਦੇਣਾ। ਬਸ ਉਹ ਨਾ ਸੁੱਤੀ ਨਾ ਕੱਤਿਆ, ਕਿਉਂਕਿ ਹੁਣ COVID-19 ਨੇ ਜ਼ਿੰਦਗੀ ਦੇ ਅਰਥ ਬਦਲ ਦਿੱਤੇ। ਔਰ ਇਹ ਆਈਸਿਲ ਜਿਹੜੀ ਹੈ ਉਹਨੂੰ ਉਹ ਕਹਿ ਰਿਹਾ ਵੀ ਗਲੋਬਲ ਜਾਣੀ ਹੈ। ਇਹਨਾਂ ਦੇ ਬੰਦੇ ਬਹੁਤ ਮੂਵ ਹੋ ਗਏ, ਇਹਨਾਂ ਦੇ ਲੋਕ ਜਿਹੜੇ ਨੇ ਰਿਫਿਊਜੀ ਸਟੇਟਸ ਤੇ ਚਲੇ ਗਏ, ਸਲੀਪਰ ਸੈੱਲ ਉਹਨਾਂ ਦੇ ਦੁਨੀਆ 'ਚ ਬਣੇ ਹੋਏ ਨੇ, ਔਰ ਉਹ ਬਹੁਤ ਜ਼ੋਰ ਫੜੂਗੀ ਹੁਣ ਫਿਰ। ਇਹ ਜਿਹੜੀ ਬਹੁਤ ਇੱਕ ਵਧੀਆ ਨੋਟ ਲਿਖਿਆ, ਬੜਾ ਫੇਮਸ ਹੈ ਥਾਮਸ ਅਬੀਹਾਨਾ ਜਿਹੜਾ ਇਸ ਲਈ ਲਿਖਦਾ, ਤੁਸੀਂ ਉਹਦੀਆਂ ਲਿਖੀਆਂ ਪੜ੍ਹਿਓ, ਬਹੁਤ ਕਰੈਕਟ ਲਿਖਦੇ। ਹੁਣ ਉਹ ਕੀ ਕਹਿ ਰਿਹਾ ਉਹਦੇ ਵਿੱਚ ਇਹਦੇ ਲਿਖਿਆ, ਵਾਈਲ ਦਾ ਕੈਟ ਇਜ਼ ਅਵੇ ਤੇ ਦ ਮਾਈਸ ਵਿਲ ਪਲੇ। ਉਹ ਕਹਿੰਦਾ ਇਹ ਕੰਟਰੋਲ ਨਹੀਂ ਹੋਣਾ। ਪਿਛਲੇ ਅਪ੍ਰੈਲ ਤੋਂ ਲਾਸਟ ਈਅਰ ਤੋਂ ਤੇ ਆਹ ਸਾਲ ਦੇ ਵਿੱਚ 300%, ਅਪ੍ਰੈਲ 18 ਅਪ੍ਰੈਲ 19 ਤੋਂ ਅਪ੍ਰੈਲ 2020 ਤੱਕ 300% ਉਹਨਾਂ ਦੇ ਅਟੈਕ ਵੱਧ ਗਏ, ਤੇ 58% ਇਕੱਲੇ ਹੀ ਵਧੇ ਉਹਨਾਂ ਦੇ ਮਾਰਚ ਤੋਂ ਅਪ੍ਰੈਲ ਤੱਕ। ਤੇ ਉਹਨਾਂ ਨੂੰ ਹੁਣ ਖਾਲੀ ਛੱਡ ਦਿੱਤਾ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ। ਬਹੁਤ ਵੱਡਾ ਬਦਲਾਅ ਆਇਆ। 11:57 ਹੋਇਆ ਜੀ। ਇੱਕ ਇਹ ਖਬਰ ਹੈ, ਤੇ ਜਿਸ ਦੇ ਵਿੱਚ ਦੂਸਰੀ ਸਾਊਦੀ ਅਰਬ ਦਾ ਜਿਹੜਾ ਭਵਿੱਖ ਹੈ, ਜਿਹੜਾ ਮਤਲਬ ਕਰੂਡ ਆਇਲ ਦੇ ਉੱਪਰ ਸਾਰੀ ਗੱਲ ਜਿਹੜੀ ਖੜੀ ਹੈ, ਉਹ ਹੁਣ ਭਵਿੱਖ ਡਾਮਾਡੋਲ ਹੈ। ਅਲਟਰਨੇਟਿਵ ਕੋਈ ਰਿਸੋਰਸਿਸ ਬਣਾਏ ਹੋਣ ਤਾਂ ਮੈਂ ਕਹਿ ਨਹੀਂ ਸਕਦਾ, ਪਰ ਤੇਲ ਦੇ ਆਲੇ ਦੁਆਲੇ ਗੱਲ ਆ ਸਾਰੀ। ਔਰ ਬਹੁਤ ਵੱਡੀ ਸ਼ਿਫਟ ਆਉਣੀ ਹੈ ਹੁਣ। ਇਹ ਦੇਖਿਓ ਅਮਰੀਕਾ ਤੇ ਚੀਨ ਦੀ ਜਿਹੜੀ ਖੜਕਣ ਲੱਗੀ ਹੈ ਨਾ COVID-19 ਕਰਕੇ, ਖੜਕਦੀ ਤਾਂ ਪਹਿਲਾਂ ਹੀ ਹੈ। ਜੇ ਤੁਸੀਂ ਕਿਸੇ ਵੀ ਸਮਿਟ ਤੇ ਦੋਨੇ ਰਾਸ਼ਟਰਪਤੀਆਂ ਨੂੰ ਹੱਥ ਮਿਲਾਉਂਦੇ ਵੇਖੋ ਤੇ ਬੋਡੀ ਲੈਂਗੁਏਜ ਵੇਖੋ, ਜਾਣੀ ਇੰਨੀ ਨਫ਼ਰਤ ਹੈ ਦੋਨਾਂ ਦੇ ਵਿੱਚ, ਸਿਰੇ ਲੱਗੀ ਪਈ ਹੈ ਗੱਲ। ਤੇ ਹੁਣ ਇਹ COVID-19 ਕੋਈ ਆਧਾਰ ਹੀ ਨਾ ਹੋਵੇ ਕਿਸੇ ਗੱਲ ਦਾ ਕਿ ਚੀਨ ਤੋਂ ਟੁੱਟਣਾ ਕਿਵੇਂ, ਇਹ ਵੀ ਰੱਬ ਜਾਣਦਾ। ਤੇ ਦੂਜੇ ਦੇਸ਼ ਬੜੇ ਔਲੇ ਸੀ ਕਿ ਵੀਅਤਨਾਮ ਤੇ ਭਾਰਤ ਦੇ ਵਿੱਚ ਉਦਯੋਗਿਕ ਜਿੰਨੀਆਂ ਇਕਾਈਆਂ ਲੱਗ ਸਕਦੀਆਂ ਨੇ, ਤੇ ਪਰ ਸਰਪੰਚ ਉਹਨਾਂ ਨੇ
ਪਹਿਲਾਂ ਤਾਂ ਚੀਨ ਦੇ ਵਿੱਚੋਂ ਫੈਕਟਰੀਆਂ ਚੱਕਣ ਦੀ ਗੱਲ ਕਹਿ ਦਿੱਤੀ ਹੈ, ਬਿੱਲ ਪਾਸ ਕਰ ਦਿੱਤਾ ਹੈ, ਔਰ ਇਸ ਤੇ ਇਲੈਕਸ਼ਨ ਦਾ ਇਸ਼ੂ ਹੋਣਾ ਤੁਹਾਡੇ ਸਾਹਮਣੇ, ਵੇਖਿਓ ਜਾ ਕੇ ਨਵੰਬਰ 'ਚ। ਦੂਸਰਾ, ਵੀਅਤਨਾਮ ਤੇ ਭਾਰਤ, ਜਿੱਥੇ ਲੇਬਰ ਸਸਤੀ ਹੈ ਪਰ ਇਹਨਾਂ ਨੇ ਕਹਿ ਦਿੱਤਾ ਨੋ, ਅਮਰੀਕਾ ਹੀ ਗ੍ਰੇਟ ਕਰਨਾ, ਮੇਡ ਇਨ ਅਮਰੀਕਾ ਤੇ ਗੱਲ ਲੈ ਕੇ ਆਉਣੀ ਹੈ ਤੇ ਵਾਪਸ ਆਉਣਗੀਆਂ ਇੰਡਸਟਰੀ ਸਾਰੀ। ਉਹ ਕਹਿੰਦੇ ਨਹੀਂ, ਤੁਹਾਨੂੰ ਅਸੀਂ ਟੈਕਸ ਬ੍ਰੇਕ ਹੀ ਨਹੀਂ ਦੇਣੀ। ਸੋ ਇਹ ਜਿਹੜੀ COVID-19 US ਤੇ ਚਾਈਨਾ ਦਾ ਕੰਪੀਟੀਸ਼ਨ ਆ, ਜਿਹੜਾ ਇਨਫਰਾਸਟਰਕਚਰ ਦੀ ਮੈਂ ਤੁਹਾਨੂੰ ਪਿਛਲੇ ਦਿਨ ਗੱਲ ਕੀਤੀ ਸੀ ਕਿ ਜਿਹੜਾ ਵਨ ਬੈਲਟ ਵਨ ਰੋਡ ਵਾਲਾ, ਉਹਦੇ ਨਾਲ ਬਹੁਤ ਵੱਡੀ ਰੀਚ ਹੈ, ਜਿਹੜੀ ਯੂਰਪ ਤੱਕ, ਬਰੂਹਾਂ ਤੱਕ ਤਾਂ ਆਇਆ ਖੜਾ, ਪਨਾਮਾ ਤੱਕ ਆਇਆ ਖੜਾ, ਕਿਉਂਕਿ ਸਾਊਥ ਅਮਰੀਕਾ ਦੀਆਂ ਸਾਰੇ ਜ਼ਿਆਦਾਤਰ ਦੇਸ਼ ਉਹ 'ਚ ਟੋਲ ਵਾਲੀਆਂ ਹਾਈਵੇਜ਼ ਤੇ ਨਾਲ ਬੰਦਰਗਾਹਾਂ ਤੇ ਬ੍ਰਿਜ ਤੇ ਰੇਲਾਂ ਤੇ ਉਧਰੋਂ ਦੂਸਰੇ ਬੰਨੇ ਖੁਸ਼ਕੀ ਵਾਲੇ ਪਾਸਿਓਂ, ਏਸ਼ੀਆ ਵਾਲੇ ਪਾਸਿਓਂ ਉਹਨੇ ਜੋੜ ਦਿੱਤਾ ਆ ਕੇ ਯੂਰਪ ਨੂੰ। ਸੋ ਇਹ ਜਿਹੜਾ ਇੱਕ ਇਸ਼ੂ ਹੈ, ਇਹ ਅੱਗੇ ਇਹੋ ਜਿਹਾ ਸ਼ੇਪ ਲੈਂਦਾ ਹੈ, ਇਹਨੇ ਦੁਨੀਆ ਨੂੰ ਪ੍ਰਭਾਵਿਤ ਬਹੁਤ ਕਰਨਾ ਹੈ। ਇਹ ਬਹੁਤ ਵੱਡੀ ਗੱਲ ਹੈ। ਇਹ COVID-19 ਦਾ ਬੇਸ ਹੈ ਜਾਂ COVID-19 ਤੋਂ ਪਹਿਲਾਂ ਵੀ ਜਿਹੜੇ ਹਾਲਾਤ ਸੀ ਉਹ ਅਲੱਗ ਸੀ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੱਲ ਉਹਨਾਂ ਦੀ ਅਲੱਗ ਪਹਿਲਾਂ ਹੀ ਚੱਲ ਰਹੀ ਸੀ। ਤੇ ਹੁਣ ਅੱਗੇ ਫਰਦਰ ਇਹ ਕਿੱਧਰ ਨੂੰ ਜਾਣੇ ਨੇ ਜਿਹੜੇ ਰਿਲੇਸ਼ਨ ਨੇ, ਉਹ ਰੱਬ ਜਾਣਦਾ ਹੈ, ਪਰ ਹੋਣਗੇ ਜਿਹੜੇ ਉਹ ਗੜਬੜ ਵਾਲੇ। ਇਹ ਠੀਕ ਹੈ, ਇਹ ਗੱਲ ਸਹੀ ਹੈ। ਪ੍ਰਭਜੋਤਪਾਲ ਸਿੰਘ ਜੀ, ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਸਿੰਘ ਸਾਹਿਬ, ਜਿਹੜਾ COVID-19 ਦੁਆਲੇ ਤਕਰੀਬਨ ਜਿਹੜੀਆਂ ਜ਼ਿਆਦਾ ਖਬਰਾਂ ਜਿਹੜੀਆਂ ਤੁਸੀਂ ਕੀਤੀਆਂ ਹੈਗੀਆਂ ਅੱਜ ਘੁੰਮੀਆਂ, ਤੇ ਜਿੱਦਾਂ ਸ਼ੁਰੂਆਤ ਹੁੰਦੀ ਆ ਜਿਹੜੀ ਤੁਹਾਡੀ ਖਬਰ ਦੀ, ਜਿੱਦਾਂ ਸੈਕੰਡ ਵੇਵ ਦੀ, ਦੇਖੋ ਜਿਹੜਾ ਮੈਂ ਥੋੜਾ ਜਿਹਾ ਇਹਨੂੰ ਪਿੱਛੇ ਲੈ ਕੇ ਜਾਣਾ ਚਾਹੁੰਦਾ। ਜਦੋਂ ਇਹੋ COVID-19 ਜਿਹੜਾ ਉੱਥੋਂ ਜਿਹੜਾ ਚਾਈਨਾ 'ਚ ਵੂਹਾਨ 'ਚ ਸ਼ੁਰੂਆਤ ਹੋਈ ਆ, ਤੇ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਸੀ। ਇਹ ਕੋਈ ਲੁਕੀ ਛਿਪੀ ਗੱਲ ਨਹੀਂ ਸੀ। ਹਾਂ, ਹੋ ਸਕਦਾ ਆ ਚਾਈਨਾ ਨੇ ਲੁਕਾਉਣ ਦੀ ਗੱਲ ਕੀਤੀ ਹੋਵੇ, ਪਰ ਜਦੋਂ ਦਸੰਬਰ 'ਚ ਵੀ ਪਤਾ ਲੱਗਦਾ ਹੈ, ਜੇ ਉਸ ਵੇਲੇ ਸਰਕਾਰਾਂ ਪ੍ਰੀਕਾਸ਼ਨ ਲੈਣੀਆਂ ਸ਼ੁਰੂ ਕਰਦੀਆਂ ਤਾਂ ਆਹ ਹਾਲਾਤ ਨਹੀਂ ਹੋਣੇ ਸੀ ਜਿਹੜੇ ਹੋਏ ਆ। ਅਣਗਹਿਲੀ ਸਾਰੀ ਦੁਨੀਆ ਨੇ ਕੀਤੀ ਹੈਗੀ ਆ। ਹੁਣ ਚਾਈਨਾ ਦੇ ਸਿਰ ਭਾਂਡਾ ਭੰਨਦੇ ਆ, ਠੀਕ ਆ। ਇਹ ਅੱਜ ਚਾਈਨਾ 'ਚੋਂ ਇਹ ਵਾਇਰਸ ਨਿਕਲਿਆ ਹੈਗਾ, ਕੱਲ ਨੂੰ ਕਿਤੇ ਹੋਰ ਵੀ ਨਿਕਲ ਸਕਦਾ ਆ। ਪਰ ਜੇ ਇਸੇ ਤਰ੍ਹਾਂ ਹੀ ਉਹਦਾ ਰਿਸਪੌਂਸ ਵੀ ਜਿੰਨੀ ਦੇਰ ਵਰਲਡ ਹੈਲਥ ਆਰਗੇਨਾਈਜੇਸ਼ਨ ਨਾ ਕਹੇ ਉਨੀ ਦੇਰ ਜੀ ਅਸੀਂ ਕਰਨਾ ਕੁਛ ਨਹੀਂ, ਇਹੋ ਜਿਹਾ ਰਵੱਈਆ ਜੇ ਰੱਖਣਗੇ ਤੇ ਇਹੋ ਜਿਹੇ ਹੀ ਵਰਤਾਰੇ ਹੋਣੇ ਹੈਗੇ ਆ। ਜਿਹੜਾ ਆਪਣੇ ਹੁਣ ਵੀ ਸੈਕੰਡ ਵੇਵ ਦੀ ਵੀ ਗੱਲ ਕੀਤੀ ਜਾ ਰਹੀ ਆ, ਗੱਲ ਜਿਹੜਾ ਆ ਆਪਣੇ ਵੱਲੋਂ ਜਿੰਨੀ ਦੇਰ ਲੋਕਾਂ ਨੂੰ ਘਰਾਂ 'ਚ ਰੱਖ ਸਕਦੇ ਸੀ, ਸਰਕਾਰਾਂ ਨੇ ਬਹੁਤ ਸੋਹਣੀ ਹੈਲਪ ਕੀਤੀ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਹਾਲੇ ਜਿੱਦਾਂ ਟੋਟਲੀ ਐਲੀਮੀਨੇਟ ਨਹੀਂ ਹੋਇਆ ਜਿੱਦਾਂ ਹੋਣਾ ਚਾਹੀਦਾ ਸੀ, ਤੇ ਇਹਨੂੰ ਆਲਰੇਡੀ ਖੋਲ ਰਹੇ ਆ। ਤਾਂ ਦੂਜਾ ਕਿੰਨਾ ਮੋਸਟ ਲਾਈਕਲੀ ਜਿੱਦਾਂ ਪਿੱਛੇ ਜਦੋਂ ਸ਼ੁਰੂਆਤ 'ਚ ਅਣਗਹਿਲੀ ਹੋਈ ਆ, ਹੁਣ ਵੀ ਇਹ ਦੁਬਾਰਾ ਜਿਹੜਾ ਸਪਰੈਡ ਹੋ ਸਕਦਾ ਆ। ਉਹੋ ਹੀ ਜਿੱਦਾਂ ਕੋਈ ਵਾਲੇ ਨਹੀਂ ਸੀ ਜਿਹਨੇ ਆ ਕੇ ਸ਼ੁਰੂਆਤ ਕੀਤੀ ਆ, ਉਹ ਪੈਸੰਜਰ ਹੀ ਆਏ ਆ ਦੂਸਰੀ ਦੇਸ਼ਾਂ 'ਚੋਂ ਜਿਨ੍ਹਾਂ ਨੇ ਆ ਕੇ ਇੱਥੇ ਸਪਰੈਡ ਕੀਤਾ ਹੈਗਾ ਆ। ਹੁਣ ਵੀ ਉਹੋ ਹੀ ਗੱਲ ਹੋ ਸਕਦੀ ਆ। ਸੋ ਇਹ ਜਿਹੜਾ ਪੋਲੀਟੀਕਲ ਲੀਡਰ ਹੈਗੇ ਆ ਜਾਂ ਜਿਹੜੇ ਈਵਨ ਸਾਡੇ ਹੈਲਥ ਕੇਅਰ ਵਾਲੇ ਵੀ ਆ, ਉਹ ਆਪਣੇ ਆਪ ਨੂੰ ਜਿਹੜਾ ਆ ਪ੍ਰੋਟੈਕਟ ਕਰਨ ਲਈ ਉਹ ਆਲਰੇਡੀ ਸੈਕੰਡ ਵੇਵ ਦੀ ਗੱਲ ਕਰਦੇ ਆ। ਹੁਣ ਇਹ ਉਦਾਹਰਨ ਕੀ ਦੇ ਰਹੇ ਆ, ਜਿਹੜੀਆਂ ਅੱਜ ਤੋਂ 100 ਸਾਲ ਪਹਿਲਾਂ ਜਿਹੜੀਆਂ ਆਫਤਾਂ ਆਈਆਂ ਉਹਨਾਂ ਨੂੰ ਆਧਾਰ ਬਣਾ ਕੇ ਅੱਜ ਜਿਹੜਾ ਡਿਵੈਲਪ ਹੋ ਚੁੱਕਿਆ ਵਰਲਡ ਆ, ਉਹਦੇ ਵਿੱਚ ਤੁਹਾਡੇ ਕੋਲ ਰਿਸੋਰਸਿਸ, ਇਨਫੋਰਮੇਸ਼ਨ ਸ਼ੇਅਰਿੰਗ ਦਾ, ਟਰੈਵਲ ਦਾ ਜਿਹੜਾ ਆ ਟੋਟਲੀ ਡਿਫਰੈਂਟ ਸਿਸਟਮ ਹੈਗਾ ਆ, ਤੇ ਉਹਨੂੰ ਕੰਪੈਰੀਜ਼ਨ ਕਰ ਰਹੇ ਆ 100 ਸਾਲ ਪੁਰਾਣੀ ਆਫਤ ਨਾਲ। ਜਦ ਕਿ ਇਹਨਾਂ ਨੂੰ ਜਿਹੜਾ ਜੇ ਵਾਕਿਆ ਹੀ ਕਰਨਾ ਚਾਹੁੰਦੇ ਆ, ਤੇ ਜਿੱਦਾਂ ਐਬੋਲਾ ਵਰਗੇ ਜਿਹੜੇ ਵਾਇਰਸਿਸ ਜਦੋਂ ਸਪਰੈਡ ਹੋਏ ਆ, ਤੇ ਉਹਨਾਂ ਨੂੰ ਕਿੱਦਾਂ ਕੰਟੇਨ ਕੀਤਾ ਗਿਆ, ਉਹਨਾਂ ਨੂੰ ਐਗਜ਼ਾਮਪਲ ਲੈ ਕੇ ਉਸ ਸਿਸਟਮ ਤੇ ਮੇਰੇ ਹਿਸਾਬ ਨਾਲ ਚੱਲਣਾ ਚਾਹੀਦਾ। ਬਾਕੀ ਜਿਹੜੇ ਆ ਸਪੈਸ਼ਲਿਸਟ ਆ ਉਹ ਜ਼ਿਆਦਾ ਜਾਣਦੇ ਹੈਗੇ ਆ। ਹੁਣ ਜਿਹੜੀ ਦੂਜਾ ਟਰੰਪ ਸਾਹਿਬ ਨੇ ਜਿਹੜੀ ਤੁਸੀਂ ਗੱਲ ਕੀਤੀ ਸੀ ਆਪਣੇ ਚਾਈਨਾ ਵਿੱਚੋਂ ਫੈਕਟਰੀਆਂ ਚੁੱਕਣ ਦੀ, ਬਿਲਕੁਲ ਉਹ ਇਲੈਕਸ਼ਨ ਵਾਲਾ ਇੱਕ ਹੈਗਾ ਆ ਪੈਂਤੜਾ, ਤੇ ਉਹਦੇ ਵਿੱਚੋਂ ਲੱਗਦਾ ਆ ਵੀ ਉਹਨੇ ਖੱਟ ਵੀ ਜਾਣਾ ਹੈਗਾ ਆ।
ਪਰ ਮੈਂ ਜਿਹੜੀ ਇੱਕ ਗੱਲ ਹੋਰ ਦੇਖ ਰਿਹਾ ਆ, ਮੈਨੂੰ ਇਸ ਤਰ੍ਹਾਂ ਅਨੁਭਵ ਹੋ ਰਿਹਾ ਵੀ ਜਿਹੜਾ ਚਾਈਨਾ ਤੋਂ ਹਾਲੇ ਵੀ ਉਹ ਟੋਟਲੀ ਜਿਹੜੀ ਆ ਉੱਥੋਂ ਇੰਡਸਟਰੀ ਨਹੀਂ ਮੂਵ ਹੋਊਗੀ। ਜਿਹੜਾ ਕੈਨੇਡਾ ਰਾਹੀਂ ਜਿਹੜਾ ਅਮਰੀਕਾ ਨੂੰ ਬੈਕ ਚੈਨਲਿੰਗ ਜਿਹੜੀ ਆ ਇਹੋ ਜਿਹੜੀ ਆ ਸਪਲਾਈ ਜਿਹੜੀ ਹੋਊਗੀ। ਸੋ ਇਹਦੇ ਵਿੱਚ ਜਿੱਦਾਂ ਵੀ ਫਾਰਚੂਨੇਟ ਕਹਿ ਲਓ, ਅਨਫਾਰਚੂਨੇਟ ਕਹਿ ਲਓ, ਇਹਦੇ ਵਿੱਚੋਂ ਮੇਰਾ ਖਿਆਲ ਆ ਕੈਨੇਡਾ ਦੂਜਾ ਥੋੜ੍ਹਾ ਬਹੁਤਾ ਖੱਟੂਗਾ ਜਿਹੜਾ ਇਹ ਜਿਹੜਾ ਵਰਤਾਰਾ ਚੱਲ ਰਿਹਾ ਹੈਗਾ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। 12:11 ਹੋਏ ਨੇ ਜੀ। ਇੱਕ ਗੀਤ ਕੰਵਰ ਗਰੇਵਾਲ ਦਾ ਤੁਹਾਨੂੰ ਸੁਣਾਉਣਾ, ਉਸ ਤੋਂ ਬਾਅਦ ਆ ਕੇ ਕੁਝ ਫਲਾਈਟਸ ਜਿਹੜੀਆਂ KLM ਦੀਆਂ ਤੇ 에ਅਰ ਫਰਾਂਸ ਦੀਆਂ ਆ ਰਹੀਆਂ ਨੇ, ਕਿਉਂਕਿ ਵੱਡੀ ਮੁਸ਼ਕਲ ਹਲੇ ਵੀ ਚੱਲ ਰਹੀ ਹੈ। ਖਬਰਾਂ ਦੇ ਮੁਤਾਬਕ ਕਤਰ 에ਅਰ ਦੀ ਆਖਰੀ ਫਲਾਈਟ ਜਿਹੜੀ ਹੈ ਉਹ ਉਤਰੀ ਹੈ ਏਅਰਪੋਰਟ ਤੇ, ਜਿਹੜੀ ਅੰਮ੍ਰਿਤਸਰ ਤੋਂ ਫਲਾਈਟਾਂ 20 ਦੇ ਕਰੀਬ ਸ਼ਾਇਦ ਕਤਰ 에ਅਰ ਦੀਆਂ ਆਈਆਂ ਟੋਰਾਂਟੋ ਤੇ ਵੈਨਕੂਵਰ। ਤੇ ਉਹਦਾ ਰਸਤਾ ਜਿਹੜਾ ਕਹਿਣ ਨੂੰ ਜਦ ਕੌਂਸਲੇਟ ਤੇ ਹਾਈ ਕਮਿਸ਼ਨਰ ਨੇ ਇਹ ਗੱਲ ਕਹੀ ਇੰਡੀਅਨ ਗਵਰਨਮੈਂਟ ਨੂੰ ਵੀ ਤੁਸੀਂ ਪਹਿਲਾਂ ਬੰਦਿਆਂ ਨੂੰ 8 ਫਲਾਈਟਾਂ ਕਿਵੇਂ ਅਲਾਉ ਕੀਤੇ, ਸਾਨੂੰ ਵੀ ਅੰਮ੍ਰਿਤਸਰ ਤੋਂ ਦਿਓ। ਪਰ ਬਹੁਤ ਵੱਡੀ ਗਿਣਤੀ 'ਚ ਹਾਲੇ ਲੋਕ ਉੱਥੇ ਸਾਡੇ ਬੈਠੇ ਆ। ਇਹ ਫਲਾਈਟਸ ਦੀ ਗੱਲ ਆਪਾਂ ਕਰਾਂਗੇ। ਪੰਜਾਬ ਦੇ ਵਿੱਚੋਂ ਹਾਲੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਤੇ ਸਾਡੇ ਪਰਿਵਾਰ ਆਉਣ ਵਾਲੇ ਨੇ। ਮੈਨੂੰ ਇਹ ਪਤਾ ਲੱਗਿਆ ਵੀ ਕਤਰ 에ਅਰਲਾਈਨਸ ਦੀ ਆਖਰੀ ਫਲਾਈਟ ਜਿਹੜੀ ਅੱਜ ਵੈਨਕੂਵਰ ਉਤਰੀ ਹੈ, ਇਹਦੇ ਬਾਅਦ ਅੰਮ੍ਰਿਤਸਰ ਤੋਂ ਕੋਈ ਕਤਰ 에ਅਰ ਦੀ ਫਲਾਈਟ ਨਹੀਂ। ਹੋਰ ਕਿਹੜੀ ਫਲਾਈਟ ਚੱਲਣੀ ਆ, ਕਿਸ ਤਰ੍ਹਾਂ ਕੀ ਹੋਣਾ, ਹੋ ਕੀ ਰਿਹਾ, KLM ਤੇ 에ਅਰ ਫਰਾਂਸ ਦੀਆਂ ਫਲਾਈਟਸ ਦੇ ਵਿੱਚ ਕੌਣ ਆ ਸਕਦਾ, ਤੇ 에ਅਰ ਇੰਡੀਆ ਦੀਆਂ ਜਿਹੜੀਆਂ ਫਲਾਈਟਸ ਇੰਡੀਅਨਸ ਨੂੰ ਇੱਥੋਂ ਲੈ ਕੇ ਵਾਪਸ ਜਾਣਾ ਚਾਹੁੰਦੀਆਂ ਨੇ, ਉਹਦੇ ਵਿੱਚ ਕੌਣ ਆ ਸਕਦਾ। ਇਹਦੇ ਲਈ ਭੈਣ ਜੀ ਨੂੰ ਮੈਂ ਬੇਨਤੀ ਕੀਤੀ ਹੈ, ਜੀਨਾ ਤੱਖਰ ਨੂੰ, ਉਹ ਕਿਉਂਕਿ ਇਨਵੋਲਵ ਨੇ। ਆਪਾਂ ਜਿਹੜੀ ਪਹਿਲੀ ਕੈਂਪੇਨ ਚਲਾਈ ਸੀ ਬ੍ਰਿੰਗ ਬੈਕ ਕੈਨੇਡੀਅਨਸ, ਜਿਹਦੇ ਤੇ ਆਪਾਂ ਫਲਾਈਟ ਦੀ ਗੱਲਬਾਤ ਕੀਤੀ, ਉਹਦੇ ਬਾਅਦ ਇਹ ਲਗਾਤਾਰ ਕੰਮ ਕਰ ਰਹੇ ਨੇ ਤੇ ਉਹ ਅਪਡੇਟ ਉਹਨਾਂ ਤੋਂ ਮੈਂ ਕੁਝ ਲੈਣੀ ਚਾਹੁੰਦਾ। ਕਈ ਦਿਨ ਹੋ ਗਏ ਤੁਹਾਡੀ ਮੰਗ ਸੀ ਕਿ, ਕਿਉਂਕਿ ਜੇ ਗੱਲ ਉਹ ਸਿਰੇ ਨਾਲ ਚੜੀ ਤਾਂ ਫਿਰ ਉਹਦੀ ਹਰ ਰੋਜ਼ ਉਸ ਨੂੰ ਫਿਰ ਰਾਜਨੀਤੀ ਵਾਲੇ ਪਾਸਿਓਂ ਲੋਕ ਵੇਖਣ ਲੱਗ ਗਏ। ਕੋਸ਼ਿਸ਼ ਆਪਾਂ ਕੀਤੀ ਸੀ ਵੀ ਚਲੋ ਜਿੰਨੇ ਕੁ ਬਜ਼ੁਰਗ ਆ ਜਾਣ। ਹੁਣ ਇਹ ਆਖਰੀ ਫਲਾਈਟ ਦੇ ਵਿੱਚ PR ਕੁਝ ਜਿਹੜੇ 25-30 ਬਜ਼ੁਰਗ ਇਹਦੇ ਵਿੱਚ ਆਏ ਨੇ, ਉਹ ਵੀ ਉਹਨਾਂ ਨੇ ਇਸ ਤਰ੍ਹਾਂ ਕਿਹਾ ਕਿ ਲਾਸਟ ਮਿੰਟ ਤੇ ਈਮੇਲਸ ਕੀਤੀਆਂ ਕਿ ਕੁਝ ਸੀਟ ਸਾਡੇ ਕੋਲ ਖਾਲੀ ਨੇ। ਜਿਨ੍ਹਾਂ ਨੂੰ ਇਹ ਈਮੇਲਸ ਮਿਲ ਗਈਆਂ, ਜਿਨ੍ਹਾਂ ਨੇ ਐਕਟ ਕੀਤਾ ਹੈ ਤੇ ਉਹਨਾਂ ਨੂੰ ਉਹ ਇਸ ਦੇ ਵਿੱਚ ਆ ਗਏ ਆ। ਤੇ ਹੁਣ ਅੱਗੇ ਕੀ ਹੋਏਗਾ ਉਹਨਾਂ ਤੋਂ ਮੈਂ ਪਤਾ ਕਰਦਾ। ਭੈਣ ਜੀ ਸਵਾਗਤ ਤੁਹਾਡਾ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਅੱਛਾ ਜੀ, ਹੁਣ ਆਪਣੀ ਕੈਂਪੇਨ ਤੋਂ ਬਾਅਦ ਤੁਸੀਂ ਲਗਾਤਾਰ ਕੰਮ ਕਰਦੇ ਰਹੇ ਹੋ, ਮੈਂ ਇਨਵੋਲਵ ਨਹੀਂ ਰਿਹਾ ਜ਼ਿਆਦਾ। ਤੁਸੀਂ ਇਹ ਦੱਸੋ ਕਿ ਉਹ 20 ਤਰੀਕ ਤੋਂ ਬਾਅਦ ਹੁਣ ਤੱਕ ਕੀ ਗੱਲਾਂ ਜਿਹੜੀਆਂ ਅੱਗੇ ਆਪਾਂ ਚੱਲ ਰਹੀਆਂ ਨੇ, ਵੀ KLM ਤੇ 에ਅਰ ਫਰਾਂਸ ਦੇ ਬਾਰੇ ਤੁਸੀਂ ਦੱਸਦੇ ਰਹੇ ਹੋ, ਉਹਦੇ ਵਿੱਚ ਫਲਾਈਟਸ ਉਹ ਕਿੰਨੀਆਂ ਆ ਰਹੀਆਂ ਨੇ, ਕੌਣ ਆ ਸਕਦਾ, ਉਹ ਫਲਾਈਟਸ ਕਿੱਥੋਂ ਚੱਲ ਰਹੀਆਂ ਨੇ ਜੀ? ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤਾਂ ਜੀ ਤੁਹਾਡੀ ਇਨਵੋਲਵਮੈਂਟ ਹਜੇ ਵੀ ਹੈਗੀ ਆ, ਕਿਉਂਕਿ ਅਗਰ ਤੁਸੀਂ ਸਾਨੂੰ ਆਪਣੇ ਰੇਡੀਓ ਸਟੇਸ਼ਨ ਦਾ ਇੱਕ ਮੋਡਮ ਨਾ ਦਿੰਦੇ ਤੇ ਜੋ ਅੱਜ ਹੋ ਰਿਹਾ ਹੈ ਨਹੀਂ ਸੀ ਹੋਣਾ। ਇਹ ਗੱਲ ਵੱਖਰੀ ਹੈ ਕਿ ਅੱਜ ਕੱਲ੍ਹ ਮੈਂ ਤੁਹਾਡਾ ਨਾਮ ਨਹੀਂ ਮੈਂਸ਼ਨ ਕਰਦੀ, ਕਿਉਂਕਿ ਕਈ ਤੁਹਾਡੇ ਮੀਡੀਆ ਵਾਲਿਆਂ ਨੂੰ ਉਹਦੇ 'ਚ ਮਿਰਚਾਂ ਲੱਗਦੀਆਂ ਨੇ। ਸੋ ਇਸ ਕਰਕੇ ਮੈਂ ਹਰਜੀਤ ਸਿੰਘ ਗਿੱਲ ਦਾ ਨਾਮ ਮੈਂਸ਼ਨ ਕਰਨਾ ਛੱਡਤਾ। ਬਟ ਜੋ ਹਰਜੀਤ ਸਿੰਘ ਗਿੱਲ ਨੇ ਸਾਡੀ ਸਪੋਰਟ ਕੀਤੀ ਆ, ਉਹ ਅਸੀਂ ਹਮੇਸ਼ਾ ਯਾਦ ਰੱਖਾਂਗੇ। ਐਂਡ ਆਈ ਥਿੰਕ ਜਿਹੜੇ ਆ ਰਹੇ ਨੇ ਉਹਨਾਂ ਨੂੰ ਵੀ ਪਤਾ ਕਿ ਹਰਜੀਤ ਸਿੰਘ ਗਿੱਲ, ਸੁਖੀ ਸੰਧੂ, ਨਿਊਟਨ ਸਿੱਧੂ, ਮੈਂ ਔਰ ਕੁਲਦੀਪ ਸਿੰਘ ਤੱਖਰ ਹਜੇ ਵੀ ਇਹਦੇ ਵਿੱਚ ਇਨਵੋਲਵ ਹੈ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜੀ। ਅੱਛਾ ਭੈਣ ਜੀ, ਹੁਣ ਇਹ ਦੱਸਿਓ। ਹਾਂਜੀ 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 ਵੀਰ ਜੀ, ਹੁਣ ਪੁੱਛੋ ਜੀ, ਕੀ ਪੁੱਛ ਰਹੇ ਸੀ ਤੁਸੀਂ? ਮੇਰੇ ਕਹਿਣ ਦਾ ਮਤਲਬ ਵੀ ਹੁਣ ਗੱਲ ਅਨਸਰਟਨ ਹੈ ਬਹੁਤ। ਮੇਰੀ ਇਨਫੋਰਮੇਸ਼ਨ ਦੇ ਮੁਤਾਬਕ ਕਤਰ 에ਅਰਲਾਈਨ ਦੀ ਫਲਾਈਟ ਜਿਹੜੀ ਅੰਮ੍ਰਿਤਸਰ ਤੋਂ ਆਉਣੀ ਸੀ ਉਹ ਆ ਗਈ ਹੈ। ਹੁਣ ਕੀ ਹੈ, ਕਿਉਂਕਿ ਦੇਸ਼ ਉਹ ਖੁੱਲ ਨਹੀਂ ਰਿਹਾ। ਜਿਹੜੀਆਂ ਮੇਰੀਆਂ ਖਬਰਾਂ ਨੇ ਜੂਨ 15 ਤੱਕ ਨਹੀਂ ਉਹ ਖੁੱਲਣਾ, ਇਹ ਤਾਂ ਕਲੀਅਰ ਹੈ ਗੱਲ। ਹੁਣ ਲੋਕ ਜਿਹੜੇ ਖਾਸ ਤੌਰ ਤੇ PR ਨੇ ਜੀ,
ਇਹ ਜਿਹੜੀ KLM ਤੇ 에ਅਰ ਫਰਾਂਸ ਦੀ ਫਲਾਈਟਸ ਦੀ ਤੁਸੀਂ ਗੱਲ ਕਰਦੇ ਹੋ, ਲਿਖਦੇ ਰਹਿ ਰਹੇ ਹੋ ਫੇਸਬੁੱਕ ਤੇ, ਇਹਨਾਂ 'ਚ ਕੌਣ ਆ ਸਕਦਾ ਤੇ ਕਿੰਨੀਆਂ ਫਲਾਈਟਾਂ ਕਿੱਥੋਂ ਆ ਰਹੀਆਂ ਨੇ? ਵੀਰ ਜੀ, ਜਿਹੜੀ KLM ਤੇ 에ਅਰ ਫਰਾਂਸ ਦੀਆਂ ਫਲਾਈਟਸ ਨੇ, ਇਹ ਫਲਾਈਟਾਂ ਜੀ ਡੱਚ ਹਾਈ ਕਮਿਸ਼ਨ, ਫਰਾਂਸ ਹਾਈ ਕਮਿਸ਼ਨ ਔਰ ਕੈਨੇਡੀਅਨ ਹਾਈ ਕਮਿਸ਼ਨ ਦੀ ਕੋਲੈਬੋਰੇਸ਼ਨ ਦੇ ਨਾਲ ਅਪਰੂਵ ਹੋਈਆਂ ਸੀਗੀਆਂ। ਹੈਰਾਨੀ ਦੀ ਗੱਲ ਇਹ ਆ ਜੀ ਕਿ ਕੈਨੇਡੀਅਨ ਹਾਈ ਕਮਿਸ਼ਨ ਦੀ ਇਨਵੋਲਵਮੈਂਟ ਸੀ, ਬਟ ਉਹਨਾਂ ਨੇ ਸਿਰਫ ਅੱਜ ਇਹ ਈਮੇਲ ਭੇਜੀ ਆ ਕਿ ਇਹ ਫਲਾਈਟਾਂ ਲੋਕਾਂ ਲਈ ਅਵੇਲੇਬਲ ਨੇ, ਕਿਉਂਕਿ ਕਤਰ ਦੀਆਂ ਅੱਜ ਫਲਾਈਟਾਂ ਖਤਮ ਹੋ ਗਈਆਂ। ਇਹ ਫਲਾਈਟਸ ਦਾ ਮੈਨੂੰ ਇਸ ਕਰਕੇ ਪਤਾ ਲੱਗ ਗਿਆ, ਤੁਹਾਨੂੰ ਪਤਾ ਕਿ ਆਪਣੇ ਜਿਹੜੇ ਡੌਗਸ ਨੇ ਉਹ ਵਰਲਡ ਵਾਈਡ ਜਾਂਦੇ ਨੇ, ਸ਼ਿਪ ਕਰਦੇ ਆ ਆਪਾਂ, ਤੇ ਕੁਲਦੀਪ ਸਿੰਘ ਨੇ ਵਾਪਸ ਆਉਣਾ ਸੀ ਔਰ ਉਹ KLM 'ਚ ਟਰੈਵਲ ਕਰਦੇ ਨੇ। ਸੋ ਜਿਹੜੇ ਸ਼ਿਵਾਨੀ ਦੁੱਗਲ ਨੇ, ਮੈਂ ਉਹਨਾਂ ਨੂੰ ਕੰਟੈਕਟ ਕੀਤਾ, ਜੋ ਕੋਆਰਡੀਨੇਟਰ ਨੇ KLM ਦੇ, ਕਿ ਉਹਨਾਂ ਨੇ ਵਾਪਸ ਆਉਣਾ ਸੀ, ਡੌਗਸ ਵਾਪਸ ਲੈ ਕੇ ਆਉਣੇ ਆ ਤੇ ਕਿਵੇਂ ਆ ਸਕਦੇ ਆ। ਉਹਨਾਂ ਨੇ ਫਿਰ ਮੈਨੂੰ ਦੱਸਿਆ ਕਿ ਸਾਡੀਆਂ ਤਾਂ ਅਸੀਂ ਰੀਪੇਟਰੀਏਸ਼ਨ ਫਲਾਈਟਸ ਕਰ ਰਹੇ ਹਾਂ ਕੈਨੇਡਾ ਵਾਸਤੇ, ਤੇ ਉਹਨਾਂ ਤੋਂ ਫਿਰ ਮੈਂ ਇਨਫੋਰਮੇਸ਼ਨ ਲਈ, ਉਹ ਇਨਫੋਰਮੇਸ਼ਨ ਫੇਸਬੁੱਕ ਤੇ ਸ਼ੁਰੂ ਕੀਤੀ ਤੇ ਫਿਰ ਲੋਕਾਂ ਦੀ ਬੁਕਿੰਗ ਸ਼ੁਰੂ ਕਰਨੀ ਉਹਨਾਂ ਦੇ ਥਰੂ ਆਪਾਂ ਕਰਤੀ ਸੀ। ਅੱਛਾ, ਸੋ ਇਹ ਫਲਾਈਟਸ ਜਿਹੜੀਆਂ ਨੇ ਇਹਦੇ ਵਿੱਚ ਹੁਣ ਆਪ PR ਸਕਦੇ ਆ ਜਾਂ ਇਕੱਲੇ ਸਿਟੀਜ਼ਨ? ਵੀਰ ਜੀ, ਇਹਦੇ 'ਚ ਜਿਹੜੀ ਰਿਸਟ੍ਰਿਕਸ਼ਨ ਲੱਗੀ ਹੈ ਜੀ, ਉਹ ਇੰਡੀਅਨ ਗਵਰਨਮੈਂਟ ਨੂੰ ਕੋਈ ਪ੍ਰੋਬਲਮ ਨਹੀਂ। ਇੰਡੀਅਨ ਗਵਰਨਮੈਂਟ ਨੇ ਇਹ ਸਾਨੂੰ ਕਿਹਾ ਕਿ ਕੋਈ ਵੀ ਬੰਦਾ ਜਿਹਦੇ ਕੋਲ ਵੈਲਿਡ ਇਮੀਗ੍ਰੇਸ਼ਨ ਡਾਕੂਮੈਂਟਸ ਹੈਗੇ ਆ ਟਰੈਵਲ ਕਰਨ ਵਾਸਤੇ, ਉਹ ਸਾਡੀ ਕੰਟਰੀ ਤੋਂ ਬਾਹਰ ਜਾ ਸਕਦੇ ਨੇ। ਸੋ ਜਿਹੜੀ ਇਹ ਰਿਸਟ੍ਰਿਕਸ਼ਨ ਲੱਗੀ ਆ, ਮੋਸਟ ਲਾਈਕਲੀ ਜੀ ਆਪਣੇ ਕੈਨੇਡੀਅਨ ਹਾਈ ਕਮਿਸ਼ਨ ਨੇ ਲਾਈ ਆ KLM ਔਰ 에ਅਰ ਫਰਾਂਸ ਤੇ ਇਹ ਰਿਸਟ੍ਰਿਕਸ਼ਨ ਉਹਨਾਂ ਨੇ ਇਹ ਲਾਈ ਆ ਕਿ ਇਹਦੇ ਵਿੱਚ ਕੈਨੇਡੀਅਨ ਸਿਟੀਜ਼ਨਸ ਆ ਸਕਦੇ ਨੇ, ਜਾਂ ਉਹ PR ਹੋਲਡਰ ਆ ਸਕਦੇ ਆ ਜਿਨ੍ਹਾਂ ਦਾ ਸਪਾਊਸ, ਮਤਲਬ ਕਿ ਵਾਈਫ ਜਾਂ ਹਸਬੈਂਡ ਕੈਨੇਡੀਅਨ ਸਿਟੀਜ਼ਨ ਹੋਵੇ, ਜਾਂ ਉਹਨਾਂ ਦਾ ਕੋਈ ਬੱਚਾ 18 ਸਾਲ ਤੋਂ ਥੱਲੇ ਕੈਨੇਡੀਅਨ ਸਿਟੀਜ਼ਨ ਹੋਵੇ, ਔਰ ਉਹ ਜਿਹੜਾ ਉਹਨਾਂ ਦਾ ਸਪਾਊਸ ਹੈਗਾ ਤੇ ਜਿਹੜੇ ਬੱਚੇ ਨੇ ਉਹ ਨਾਲ ਟਰੈਵਲ ਕਰਨਾ ਉਹਨਾਂ ਦਾ ਜ਼ਰੂਰੀ ਨਹੀਂ, ਉਹ ਇੱਥੇ ਕੈਨੇਡਾ ਦੇ ਵਿੱਚ ਹੋ ਸਕਦੇ ਨੇ। ਸੋ ਫਿਲਹਾਲ ਇਹਨਾਂ ਨੂੰ ਪਰਮਿਸ਼ਨ ਮਿਲੀ ਆ ਜੀ। ਪਰਸੋਂ ਮੈਂ KLM ਔਰ 에ਅਰ ਫਰਾਂਸ ਦੀ ਹੈਡ ਆਫਿਸ ਨੂੰ ਈਮੇਲਸ ਲਿਖੀ ਆ ਕਿ 에ਅਰ ਇੰਡੀਆ ਦੇ ਵਿੱਚ ਵਰਕ ਪਰਮਿਟ ਵੀ ਆ ਰਹੇ ਨੇ, COPR ਜਿਨ੍ਹਾਂ ਨੂੰ ਮਾਰਚ 18 ਤੋਂ ਪਹਿਲਾਂ ਆਪਣਾ PR ਦੀ ਅਪਰੂਵਲ ਮਿਲੀ ਆ, ਵਰਕ ਪਰਮਿਟ ਵਾਲੇ ਜਿਨ੍ਹਾਂ ਦਾ 1 ਸਾਲ ਦਾ ਵੈਲਿਡ ਵਰਕ ਪਰਮਿਟ ਆ, ਉਹ ਸਾਰੇ 에ਅਰ ਇੰਡੀਆ 'ਚ ਆ ਰਹੇ ਨੇ ਕਿ ਅਗਰ ਉਹ ਆ ਤਾਂ 에ਅਰ ਇੰਡੀਆ ਲੈ ਕੇ ਆ ਸਕਦਾ ਤੇ ਫਿਰ KLM ਤੇ 에ਅਰ ਫਰਾਂਸ ਕਿਉਂ ਨਹੀਂ ਲੈ ਕੇ ਆ ਸਕਦੀ। ਮੈਨੂੰ ਹਜੇ ਤੱਕ ਉਹਨਾਂ ਦਾ ਰਿਸਪੌਂਸ ਨਹੀਂ ਆਇਆ ਜੀ। ਕੱਲ ਮੇਰੀ ਜੀ MP ਸੁਖ ਧਾਲੀਵਾਲ ਨਾਲ ਵੀ ਮੈਂ ਉਹਨਾਂ ਨੂੰ ਕਾਲ ਕੀਤੀ ਇਸੇ ਬੇਸ ਤੇ ਕਿ ਦੇਖੋ, ਅਗਰ ਉਹ ਸਾਰੇ ਕੈਨੇਡੀਅਨ ਸਿਟੀਜ਼ਨ ਇੱਕ ਬਰਾਬਰ ਨੇ ਜਾਂ PR ਇੱਕ ਬਰਾਬਰ ਨੇ, ਜੇ ਇੱਕ 에ਅਰਲਾਈਨ ਉਹਨਾਂ ਨੂੰ ਲੈ ਕੇ ਆ ਰਹੀ ਆ ਤੇ ਇਹ ਦੂਸਰੀਆਂ 2 에ਅਰਲਾਈਨਸ ਆ ਰਹੀਆਂ ਨੇ ਤੇ ਆਪਣੀ ਕੈਨੇਡੀਅਨ ਗਵਰਨਮੈਂਟ ਇਹਨਾਂ ਨੂੰ ਕਿਉਂ ਨਹੀਂ ਪਰਮਿਸ਼ਨ ਦੇ ਰਹੀ। ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਕਿ ਮੈਂ ਫੋਰਨ ਮਿਨਿਸਟਰ ਤੇ ਕੈਨੇਡੀਅਨ ਹਾਈ ਕਮਿਸ਼ਨ ਨੂੰ ਲੈਟਰ ਲਿਖਦਾ ਕਿ ਉਹ ਸਾਨੂੰ ਇਹਦੀ ਕਲੈਰੀਫਿਕੇਸ਼ਨ ਦੇਣ ਜਾਂ ਇਹਨੂੰ ਚੇਂਜ ਕਰਨ। ਤੇ ਫਿਰ ਮੈਂ ਉਹਨਾਂ ਨੂੰ KLM ਨੂੰ ਵੀ ਮੈਂ ਇਹੀ ਕਿਹਾ ਕਿ ਅਗਰ ਤੁਸੀਂ ਸਾਰੇ PR ਹੋਲਡਰਸ ਨੂੰ ਨਹੀਂ ਪਰਮਿਸ਼ਨ ਦੇ ਸਕਦੇ ਤਾਂ ਸਾਨੂੰ ਉਹ PR ਹੋਲਡਰਸ ਦੀ ਪਰਮਿਸ਼ਨ ਤੁਸੀਂ ਦੇ ਦਿਓ ਜਿਹਨਾਂ ਦੇ ਨਾਲ ਬੱਚੇ ਨੇ ਜਾਂ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀਆਂ ਦਵਾਈਆਂ ਖਤਮ ਹੋ ਗਈਆਂ, ਜੋ ਆਪਾਂ ਪਹਿਲਾਂ ਆਪਣੇ ਵਾਲੰਟੀਅਰ ਫਲਾਈਟਸ ਦੇ ਵਿੱਚ ਕ੍ਰਾਈਟੇਰੀਆ ਰੱਖਿਆ ਸੀਗਾ। ਬਿਲਕੁਲ ਜੀ। ਕੱਲ ਇੱਕ ਆਪਣੇ ਸਾਹਿਬ ਨੇ ਕਿਸੇ ਨੇ ਫੋਨ ਕੀਤਾ ਕਿ ਨਿਊਟਨ ਸਿੱਧੂ ਹੋਰਾਂ ਬਾਰੇ ਉਹ ਦੱਸ ਰਹੇ ਸੀ ਕਿ ਮੈਨੂੰ ਕਿਸ ਤਰ੍ਹਾਂ ਸਾਨੂੰ ਦਵਾਈਆਂ ਪਹੁੰਚਦੀਆਂ ਕੀਤੀਆਂ। ਇਸ ਤਰ੍ਹਾਂ ਹੀ ਹਰਵੀਰ ਗਰੇਵਾਲ ਸਾਡੇ ਮਿੱਤਰ ਨੇ, ਉਹ ਆਏ ਨੇ ਤੇ ਉਹਨਾਂ ਨੇ ਵੀ ਇਹੀ ਗੱਲ ਨੂੰ ਦੱਸਿਆ ਵੀ ਜਿੰਨੀ ਕੋਸ਼ਿਸ਼ ਹਾਲੇ ਵੀ ਉਹ ਕਰ ਰਹੇ ਨੇ, ਹਾਲੇ ਵੀ। ਅੱਛਾ, ਇਸ ਤਰ੍ਹਾਂ ਦੱਸਿਓ ਜੀ ਹੁਣ ਕਿ ਇਹ ਜਿਹੜਾ ਲਿਸਟ ਹੈ ਜਿਹੜੀ ਤੁਸੀਂ ਲਿਸਟ ਤਿਆਰ ਕੀਤੀ, ਕਿਉਂਕਿ ਤੁਸੀਂ ਉਹਦੇ ਤੇ ਕੰਮ ਕੀਤਾ, ਉਹਦੇ ਹਿਸਾਬ ਦੇ ਨਾਲ ਕਿੰਨੇ ਕੁ ਲੋਕ ਨੇ ਹਲੇ ਜਿਹੜੇ ਤੁਹਾਡੇ ਕੋਲ ਤੁਹਾਡੀ ਲਿਸਟ 'ਚ ਆਏ ਸੀ, ਉਹ ਹਾਲੇ ਵੀ ਤੁਹਾਡੇ ਨਾਲ ਗੱਲਬਾਤ ਕਰ ਰਹੇ ਨੇ? ਵੀਰ ਜੀ, ਜਿਹੜੇ ਆ ਚੁੱਕੇ ਨੇ ਜਾਂ ਜਿਹੜੇ ਆਉਣ ਵਾਲੇ ਨੇ ਹਜੇ? ਨਾ, ਜਿਹੜੇ ਪੰਜਾਬ 'ਚ ਨੇ, ਜਿਹੜੇ ਪੰਜਾਬ 'ਚ। ਹਾਂਜੀ ਵੀਰ ਜੀ, ਜਿਹੜੇ ਪੰਜਾਬ ਨੇ, ਜਿਹੜੀ ਆਪਣੇ ਕੋਲ ਲਿਸਟ ਸੀ ਉਹਦੇ ਵਿੱਚੋਂ ਤਕਰੀਬਨ ਜੀ ਹਜੇ 40 ਤੋਂ 50% ਲੋਕ ਉੱਥੇ ਹੈਗੇ ਨੇ, ਕਿਉਂਕਿ ਉਹ PR ਹੋਲਡਰਸ ਨੇ। ਸੋ ਤਕਰੀਬਨ 3000 ਤੋਂ ਲੈ ਕੇ 4000 ਬੰਦਾ ਉੱਥੇ ਹਜੇ ਹੈਗਾ ਜੀ ਉਸ ਆਪਣੀ ਲਿਸਟ ਤੋਂ। ਉਸ ਆਪਣੀ ਲਿਸਟ ਤੋਂ ਇਲਾਵਾ ਜੀ ਮੈਨੂੰ ਆਪਣੇ MP ਸਾਹਿਬ ਉਹਨਾਂ ਤੋਂ ਪਤਾ ਲੱਗਿਆ ਕਿ ਕੈਨੇਡੀਅਨ ਹਾਈ ਕਮਿਸ਼ਨ ਦੇ ਕੋਲ ਤਕਰੀਬਨ 700 ਬੰਦਿਆਂ ਦੀ ਲਿਸਟ ਹੈ ਜਿਨ੍ਹਾਂ ਨੇ
ਰੈਸਕਿਊ ਫਲਾਈਟਸ ਬੁੱਕ ਹੋਣ ਤੋਂ ਬਾਅਦ ਚ ਕੈਨੇਡੀਅਨ ਹਾਈ ਕਮਿਸ਼ਨ ਨੂੰ ਕੰਟੈਕਟ ਕੀਤਾ। ਸੋ 4000 ਤੇ 700 ਇਹ ਜੀ 4700 ਹੋ ਗਿਆ। 564 ਦੀ ਜੀ ਮੇਰੇ ਕੋਲ ਲਿਸਟ ਹੈ ਜਿਹੜੇ ਸਾਊਥ ਇੰਡੀਆ ਦੇ ਵਿੱਚ ਕੈਨੇਡੀਅਨਸ ਫਸੇ ਹੋਏ ਨੇ ਜਿਨ੍ਹਾਂ ਨੂੰ ਕੋਈ ਵੀ ਸਪੋਰਟ ਨਹੀਂ ਦਿੱਤੀ ਗਈ। ਔਰ ਤਕਰੀਬਨ ਜੀ 622 ਦੀ ਲਿਸਟ ਮੇਰੇ ਕੋਲ ਮੁੰਬਈ ਏਰੀਆ ਤੋਂ ਬੰਬੇ ਏਰੀਆ ਦੀ ਹੈਗੀ ਆ। ਸੋ ਉਸ ਹਿਸਾਬ ਨਾਲ ਤੁਸੀਂ ਲਗਾ ਲਓ ਜੀ ਹਜੇ 5 ਤੋਂ 6000 ਦੀ ਲਿਸਟ ਆਪਣੇ ਕੋਲ ਹੈਗੀ ਆ। ਪਰ ਭੈਣ ਜੀ ਹੁਣ ਇਹ PR ਜਿਹੜੇ ਬਜ਼ੁਰਗ ਨੇ ਬਹੁਤ ਤੰਗ ਨੇ, ਉਹਨਾਂ ਦੇ ਮਾਪੇ ਸੌਰੀ ਉਹਨਾਂ ਦੇ ਧੀ ਪੁੱਤ ਇੱਥੇ ਨੇ, ਮਾਪੇ ਉੱਥੇ ਨੇ, ਉਹਨਾਂ ਦਾ ਫਿਰ ਇਹ ਕਿਵੇਂ ਆਉਣ ਦਾ ਕਿਵੇਂ ਹੀਲਾ ਹੋਊਗਾ ਜੀ? ਕਿਵੇਂ ਗੱਲ ਬਣੂਗੀ? ਉਹ ਕਾਹਦਾ ਆ ਸਕਣਗੇ ਤੁਹਾਡੇ ਹਿਸਾਬ ਨਾਲ? ਵੀਰ ਜੀ ਉਹ ਤਾਂ ਫਿਰ ਉਦੋਂ ਹੀ ਆ ਸਕਦੇ ਆ ਨਾ ਜਦੋਂ ਕਮਰਸ਼ੀਅਲ ਫਲਾਈਟਸ ਖੁੱਲਣਗੀਆਂ। ਦੇਖੋ ਜੀ ਆਪਾਂ ਜਦੋਂ ਵਾਲੰਟੀਅਰ ਫਲਾਈਟਸ ਸ਼ੁਰੂ ਕੀਤੀਆਂ ਸੀ ਆਪਾਂ ਬਾਰ-ਬਾਰ ਇੱਕ ਹੀ ਗੱਲ ਕਹੀ ਸੀਗੀ ਔਰ ਮੈਂ ਤੁਹਾਡੇ ਰੇਡੀਓ ਸਟੇਸ਼ਨ ਤੇ ਇਹੀ ਗੱਲ ਕਹੀ ਸੀ ਕਿ ਸਾਡੀ ਲਿਸਟ ਦੇ ਉੱਤੇ ਜਿਹੜੇ ਨਾਂ ਨੇ ਜੇ ਇੱਕ ਵੀ ਬੰਦੇ ਦੀ ਉੱਥੇ ਡੈਥ ਹੋ ਗਈ ਜਿਹਨੂੰ ਅਸੀਂ ਉਹ 8 ਫਲਾਈਟਾਂ ਦੇ ਵਿੱਚ ਲਿਆ ਸਕਦੇ ਸੀ ਤੇ ਫਿਰ ਸਾਡੀ ਗਵਰਨਮੈਂਟ ਜਾਂ ਜਿਨ੍ਹਾਂ ਨੇ ਉਹ ਫਲਾਈਟਾਂ ਰੋਕੀਆਂ ਨੇ ਉਹ ਪਰਸਨਲੀ ਉਹ ਮੌਤਾਂ ਦੇ ਜ਼ਿੰਮੇਵਾਰ ਨੇ। ਪਿਛਲੇ ਜੀ 2 ਹਫ਼ਤਿਆਂ ਦੇ ਵਿੱਚ 3 ਕੈਨੇਡੀਅਨ ਸਿਟੀਜ਼ਨਸ ਦੀ ਡੈਥ ਹੋ ਚੁੱਕੀ ਹੈ। ਇੱਕ ਆਪਣੇ ਵੈਨਕੂਵਰ ਏਰੀਆ ਤੋਂ, ਇੱਕ ਮੌਂਟਰੀਅਲ ਤੋਂ, ਇੱਕ ਟੋਰਾਂਟੋ ਤੋਂ ਜੀ। ਔਰ ਜਿਹੜੇ ਜੀ ਵੈਨਕੂਵਰ ਤੇ ਮੌਂਟਰੀਅਲ ਵਾਲੇ ਆ ਮੇਰਾ ਉਹਨਾਂ ਨਾਲ ਕੋਈ ਕੰਟੈਕਟ ਨਹੀਂ ਹੈਗਾ ਫੈਮਲੀਜ਼ ਨਾਲ ਹਜੇ, ਪਰ ਜਿਹੜੇ ਟੋਰਾਂਟੋ ਵਾਲੇ ਨੇ ਉਹ ਫੈਮਲੀ ਇੰਨੀ ਕੁ ਨਾਰਾਜ਼ ਆ ਇਸ ਗੱਲ ਤੇ ਕਿਉਂਕਿ ਉਹਨਾਂ ਨੇ ਜੀ ਬਹੁਤ ਕੋਸ਼ਿਸ਼ ਕੀਤੀ ਆਪਣੇ ਫੈਮਲੀ ਮੈਂਬਰ ਨੂੰ ਲੈ ਕੇ ਆਉਣ ਦੀ। ਉਹਨਾਂ ਨੇ MPs ਨੂੰ ਵੀ ਲੋਕਲ ਨੂੰ ਉੱਥੇ ਅਪਰੋਚ ਕੀਤਾ ਤੇ ਉਹਨਾਂ ਦੇ ਜਿਹੜੇ ਮਾਤਾ ਜੀ ਸੀ ਉਹਨਾਂ ਨੂੰ ਆਕਸੀਜਨ ਚਾਹੀਦੀ ਸੀ ਫਲਾਈਟ 'ਚ, ਉਹ ਆਕਸੀਜਨ ਦੇ ਨਾਲ ਟਰੈਵਲ ਕਰਦੇ ਸੀਗੇ। ਔਰ ਇਹ ਕੋਈ ਵੱਡੀ ਗੱਲ ਨਹੀਂ ਸੀ, ਬੀਇੰਗ ਅ ਨਰਸ ਮੈਨੂੰ ਪਤਾ ਕਿ ਆਕਸੀਜਨ ਟੈਂਕਸ ਜਾਂ ਪੋਰਟੇਬਲ ਆਕਸੀਜਨ ਜਿਹੜੇ ਹੁੰਦੇ ਆ ਕੰਟੇਨਰ ਉਹ ਹਰੇਕ ਏਅਰਲਾਈਨ ਕੋਲ ਹੁੰਦੇ ਆ, ਉਹ ਤੁਹਾਨੂੰ ਰਿਕੁਐਸਟ ਭੇਜਣੀ ਪੈਂਦੀ ਆ ਤੇ ਉਹ 5 ਮਿੰਟ ਦੀ ਗੇਮ ਸੀਗੀ ਜੀ ਇਹਨਾਂ ਵਾਸਤੇ, ਕੋਈ ਵੀ ਉਹਨਾਂ ਦਾ ਕੰਮ ਕਰਵਾ ਸਕਦਾ ਸੀ। ਲੇਕਿਨ ਉਹ ਮਾਤਾ ਜੀ ਵਿਚਾਰੇ ਉੱਥੇ ਚੜਾਈ ਕਰ ਗਏ ਕਿਉਂਕਿ ਕਿਸੇ ਨੇ ਸਪੋਰਟ ਹੀ ਨਹੀਂ ਕੀਤੀ। ਔਰ ਉਹ ਫੈਮਿਲੀ ਨੇ ਮੈਨੂੰ ਦੱਸਿਆ ਕਿ ਸਾਨੂੰ ਆਨਸਰ ਇਹ ਮਿਲਿਆ ਜੀ ਸਾਡੇ MPਆਂ ਤੋਂ ਇੱਥੋਂ ਟੋਰਾਂਟੋ ਤੋਂ ਕਿ ਅਸੀਂ ਕਿਹਦੀ ਮਦਦ ਕਰੀਏ, ਉੱਥੇ ਤਾਂ ਸਾਰੇ ਫਸੇ ਹੋਏ ਨੇ। ਇਹੀ ਗੱਲ ਹੈ ਜੀ ਕਿਸੇ ਦੀ। ਹੁਣ ਮੈਨੂੰ ਕੰਟੈਕਟ ਉੱਥੋਂ ਕਰ ਰਿਹਾ ਇੱਕ ਮੁੰਡਾ ਮਿੰਟੂ ਧਾਲੀਵਾਲ ਹੈ ਰਾਏਕੋਟ ਕੋਲ, ਉਸਦਾ ਜੀ PR ਖਤਮ ਹੋ ਗਿਆ, ਉਹਦਾ ਪਰਮਾਨੈਂਟ ਰੈਜ਼ੀਡੈਂਸੀ ਦਾ ਜਿਹੜਾ ਕਾਰਡ ਆ ਉਹ ਖਤਮ ਹੋ ਗਿਆ। ਕੋਈ ਫੋਨ ਨਹੀਂ ਚੱਕ ਰਿਹਾ, ਉਹ ਕਹਿੰਦਾ ਸਾਡੀ ਕਿਸੇ ਨਾਲ ਗੱਲ ਨਹੀਂ ਹੋ ਰਹੀ। ਮੈਂ ਮੰਨਦਾ ਲਾਕਡਾਊਨ ਹੈ ਪਰ ਹੁਣ ਜਿਹੜੇ ਪਰਮਾਨੈਂਟ ਰੈਜ਼ੀਡੈਂਸ ਇੱਥੇ ਦੇ ਨੇ ਰੈਜ਼ੀਡੈਂਟ ਨੇ ਜਿਹੜੇ ਟੈਕਸ ਦਿੰਦੇ ਆ ਇੱਥੇ ਜਿਨ੍ਹਾਂ ਦੇ ਬੱਚੇ ਸਿਟੀਜ਼ਨ ਨੇ ਉਹ ਹੁਣ ਕਿਵੇਂ ਆਉਣਗੇ ਜਿਹਦਾ PR ਕਾਰਡ ਖਤਮ ਹੋ ਗਿਆ ਜੀ? ਕਿੱਥੇ ਦਿੱਲੀ ਤੇ ਕਿੱਥੇ ਚੰਡੀਗੜ੍ਹ, ਕਿੱਥੇ ਉਹ ਜਾਊਗਾ ਜੀ ਬੰਦਾ? ਤੇ ਜਿਹੜੀਆਂ ਹੁਣ ਇਹ ਫਲਾਈਟਸ ਤੁਸੀਂ ਕਹਿ ਰਹੇ ਹੋ ਆਪਣੇ KLM ਤੇ 에ਅਰ ਫਰਾਂਸ ਦੀਆਂ, ਇਹ ਕਿੰਨੀਆਂ ਫਲਾਈਟਸ ਆਉਂਦੀਆਂ ਜੀ ਵੀਕ ਦੇ ਵਿੱਚ? ਵੀਰ ਜੀ ਇਹਨਾਂ ਦੀਆਂ ਫਲਾਈਟਾਂ ਨੇ ਜਿਹੜੀ ਇਹਨਾਂ ਨੂੰ ਪਰਮਿਸ਼ਨ ਜਿਹੜੀ ਮਿਲਦੀ ਆ ਉਹ ਪਰ ਫਲਾਈਟ ਪਰਮਿਸ਼ਨ ਮਿਲਦੀ ਆ ਤੇ ਇਹਨਾਂ ਦੀ ਇੱਕ ਫਲਾਈਟ ਆਉਂਦੀ ਹੈ ਜੀ ਮੌਂਟਰੀਅਲ ਤੇ 2 ਫਲਾਈਟਾਂ ਆਉਂਦੀਆਂ ਨੇ ਜਿਹੜੀਆਂ ਹੁਣ ਤੱਕ ਕਰਾਈਆਂ ਨੇ, 2 ਫਲਾਈਟਾਂ ਆਉਂਦੀਆਂ ਨੇ ਟੋਰਾਂਟੋ ਜੀ। ਤੇ ਉਹਦੇ ਵਿੱਚੋਂ ਤੁਸੀਂ ਫਿਰ ਅੱਗੋਂ ਜਿੱਥੇ ਜੇ ਤੁਸੀਂ ਕਿਤੇ ਹੋਰ ਜਾਣਾ ਫਿਰ ਤੁਸੀਂ ਕਨੈਕਟਿੰਗ ਫਲਾਈਟ ਆਪਦੀ ਖੁਦ ਦੀ ਬੁੱਕ ਕਰਵਾਉਣੀ ਹੁੰਦੀ ਆ। ਆਪਣੇ ਜੀ ਪ੍ਰਭਜੀਤ ਸਿੰਘ ਨੇ ਜਿਹੜੇ ਮੋਟਰਸਾਈਕਲ ਕਲੱਬ ਦੇ ਉਹ ਸਭ ਤੋਂ ਪਹਿਲਾਂ KLM 'ਚ ਆਏ ਸੀ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ 3 ਘੰਟੇ ਬਾਅਦ ਟੋਰਾਂਟੋ ਤੋਂ 에ਅਰ ਕੈਨੇਡਾ ਦੀ ਫਲਾਈਟ ਚੱਲਦੀ ਆ ਤੇ ਉਹ ਬੜੇ ਆਰਾਮ ਨਾਲ ਵੈਨਕੂਵਰ ਪਹੁੰਚ ਗਏ। ਤੇ ਹਰਜੀਤ ਵੀਰ ਜੀ ਇਹਦੇ 'ਚ ਇੱਕ ਹੋਰ ਬੜੀ ਹੈਰਾਨੀ ਦੀ ਗੱਲ ਮੈਨੂੰ ਪਤਾ ਲੱਗੀ ਆ ਕਿ KLM ਤੇ 에ਅਰ ਫਰਾਂਸ ਦੀਆਂ ਜਿਹੜੀਆਂ ਫਲਾਈਟਸ ਨੇ ਉਹ ਵੀ ਫੈਰੀ ਫਲਾਈਟਸ ਨੇ ਕਿ ਮਤਲਬ ਇੱਥੋਂ ਉਹਨਾਂ ਦੀਆਂ ਫਲਾਈਟਸ ਵਾਪਸ ਖਾਲੀ ਜਾ ਰਹੀਆਂ ਨੇ ਔਰ ਉਹਨਾਂ ਦੀ ਜਿਹੜੀ ਪ੍ਰਾਈਸ ਹੈ ਜੀ ਤੁਸੀਂ ਹੈਰਾਨ ਰਹਿ ਜਾਓਗੇ ਸੁਣ ਕੇ, ਸਿਰਫ $1850 ਉਹ ਚਾਰਜ ਕਰ ਰਹੇ ਨੇ ਸਾਡੇ ਕੈਨੇਡੀਅਨਸ ਨੂੰ। ਔਰ ਇਹੀ ਪ੍ਰਾਈਸ ਨਿਊਟਨ ਸਿੱਧੂ ਨੇ ਜਦੋਂ ਆਪਾਂ ਸ਼ੁਰੂ ਕੀਤਾ ਸੀ ਉਹਨਾਂ ਨੇ $1700 ਤੋਂ ਲੈ ਕੇ $2300 ਦੀ ਪ੍ਰਾਈਸ ਆਪਾਂ ਨੂੰ ਸਾਰਿਆਂ ਨੂੰ ਦੱਸੀ ਸੀ ਕਿ ਇੰਨੀ ਕੁ ਪ੍ਰਾਈਸ ਹੋਣੀ ਚਾਹੀਦੀ ਆ। ਹੁਣ ਕੁਐਸਚਨ ਵੀ ਇੱਕ ਫੇਰ ਉੱਠਦਾ ਕਿ ਅਗਰ ਇੱਕ ਯੂਰਪੀਅਨ 에ਅਰਲਾਈਨ ਜਿਨ੍ਹਾਂ ਦੇ ਅਸੀਂ ਨਾਗਰਿਕ ਵੀ ਨਹੀਂ ਗਏ ਉਹਨਾਂ ਦੀਆਂ ਕੰਟਰੀਜ਼ ਦੇ, ਉਹ ਸਾਨੂੰ $1850 ਚਾਰਜ ਕਰ ਰਹੇ ਨੇ ਤੇ ਫਿਰ ਜਿਹੜੀਆਂ ਸਾਡੀ ਗੌਰਮੈਂਟ ਨੇ ਸਾਨੂੰ ਆਰਗੇਨਾਈਜ਼ ਕਰਕੇ ਦਿੱਤੀਆਂ ਨੇ ਉੱਥੇ ਸਾਡੀ ਛਿੱਲ ਕਿਉਂ ਲਾਈ ਗਈ ਆ? ਬਿਲਕੁਲ ਠੀਕ ਆ। ਅੱਜ ਜਿਹੜਾ ਹੁਣ ਲਾਸਟ ਮਿੰਟ ਤੇ ਹੋਇਆ ਨਾ ਜੀ, ਉਹ ਇਹ ਸੀ ਵੀ ਕੁਝ ਫਲਾਈਟਸ ਰਹਿੰਦੀਆਂ ਸੀ, ਹੁਣ ਜਿਨ੍ਹਾਂ ਦੇ ਬੱਚੇ ਇੱਥੇ ਆ ਰਾਤ ਨੂੰ ਈਮੇਲ ਕਿਸੇ ਨੇ ਨਹੀਂ ਵੇਖੀ ਉਹ ਰਹਿ ਗਿਆ ਜੀ।
ਤੇ ਜਿਹੜੇ ਉਹ 25-30 ਨੇ ਕਿਤੇ ਈਮੇਲ ਤੇ ਚੈੱਕ ਕਰ ਲਈ ਤਾਂ ਉਹ ਸੇਮ ਡੇ ਜਾਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਬਈ ਕੱਲ ਨੂੰ ਫਲਾਈਟ ਆ, ਇੰਨੀਆਂ ਸੀਟਾਂ ਨੇ ਤੇ ਤੁਸੀਂ ਲੈਣੀ ਆ ਤਾਂ ਲੈ ਲਓ ਟਿਕਟ 1,69,000 ਦੀ ਜਾਂ 70 ਦੀ ਜਿੰਨੇ ਦੀ ਵੀ ਸੀ। ਪਰ ਬਹੁਤ ਜ਼ਿਆਦਾ ਅਨਸਰਟਨਟੀ ਹੈ। ਇਹ ਵੀ ਹੁਣ ਖਾਲੀ ਜਿਹੜੀਆਂ KLM ਤੇ ਜੇ ਅੱਜ ਤੁਸੀਂ ਵੇਖੋ ਵੈਨਕੂਵਰ ਏਅਰਪੋਰਟ ਤੋਂ ਅਰਾਈਵਲ ਤੇ ਡਿਪਾਰਚਰ ਵਾਕਈ ਕੋਈ ਫਲਾਈਟ ਨਹੀਂ ਜਾ ਰਹੀ ਵਾਪਸ, ਇਹ ਵੀ ਖਾਲੀ ਜਾਂਦੀਆਂ ਨੇ ਤੇ ਇਹ 1800 ਚ ਫਿਰ ਕਿਵੇਂ ਆਉਂਦੀਆਂ ਨੇ, ਦੂਜੀ 3200 ਚ ਕਿਉਂ ਆਉਂਦੀਆਂ ਨੇ? ਹਾਂਜੀ, ਔਰ ਇੱਕ ਦੂਜਾ ਨੂੰ ਪੁਆਇੰਟ ਵੀ ਜੀ ਇੱਕ ਹੋਰ ਪੁੱਛਣ ਵਾਲਾ ਆਪਣੀ ਗਵਰਨਮੈਂਟ ਨੂੰ, ਏਅਰ ਇੰਡੀਆ ਦੀ ਟੋਰਾਂਟੋ ਫਲਾਈਟ ਆਉਂਦੀ ਸੀ ਉਹਨਾਂ ਦੀ, ਠੀਕ ਹੈ ਜੀ। ਏਅਰ ਇੰਡੀਆ ਨੇ ਬੜੀ ਕਲੀਅਰਲੀ ਕਹਿਤਾ ਕਿ ਅਸੀਂ ਆਪਣੀ ਬੁਕਿੰਗ ਆਨਲਾਈਨ ਕਰਨੀ ਆ, ਸੋ ਏਅਰ ਇੰਡੀਆ ਦੇ ਏਜੰਟ ਖੁਦ ਬੁੱਕ ਕਰ ਰਹੇ ਆ। KLM ਔਰ 에ਅਰ ਫਰਾਂਸ ਦੀ ਜਿਹੜੀ ਬੁਕਿੰਗ ਆ ਉਹ ਖੁਦ KLM ਔਰ 에ਅਰ ਫਰਾਂਸ ਦੇ ਏਜੰਟਸ ਕਰ ਰਹੇ ਨੇ। ਕਤਰ 에ਅਰਵੇਜ਼ ਵੀ ਇੱਕ ਰਿਪਿਊਟੇਬਲ 에ਅਰਲਾਈਨ ਆ ਜਿਹੜੀ KLM ਦੇ ਬਰਾਬਰ ਦੀ ਕੰਪਨੀ ਆਪਾਂ ਕਹਿ ਸਕਦੇ ਹਾਂ, ਜਿਹੜੀ ਇੰਟਰਨੈਸ਼ਨਲੀ ਆਲਰੇਡੀ ਫਲਾਈ ਕਰਦੀ ਆ। ਕੈਨੇਡਾ 'ਚ ਉਹਨਾਂ ਦੀਆਂ ਫਲਾਈਟਾਂ ਆਉਂਦੀਆਂ ਸੀਗੀਆਂ, ਇੰਡੀਆ ਨਾਲ ਦੀਆਂ ਫਲਾਈਟਾਂ ਜਾਂਦੀਆਂ ਨੇ, ਤੇ ਉਹਨਾਂ ਲਈ ਫਿਰ ਇੱਕ ਥਰਡ ਪਾਰਟੀ ਉਹ ਵੀ ਇੰਡੀਆ ਦੀ ਕੰਪਨੀ ਕਿਉਂ ਵਰਤੀ ਗਈ? ਕਤਰ 에ਅਰਵੇਜ਼ ਨੇ ਆਪਣੀ ਬੁਕਿੰਗ ਡਾਇਰੈਕਟ ਕਿਉਂ ਨਹੀਂ ਕੀਤੀ? ਬਿਲਕੁਲ, ਉੱਥੇ ਥਾਮਸ ਕੁੱਕ ਉਹਨੂੰ ਕਰ ਰਿਹਾ ਜੀ ਅਰੇਂਜ। ਹਾਂਜੀ, ਇਕੱਲਾ ਥਾਮਸ ਕੁੱਕ ਨਹੀਂ ਜੀ, ਮੈਨੂੰ ਕਿਸੇ ਟੋਰਾਂਟੋ ਤੋਂ ਫੋਨ ਆਇਆ ਲੜਕੀ ਦਾ, ਤੇ ਉਹਨੇ ਮੈਨੂੰ ਇੱਕ ਫੋਟੋ ਭੇਜੀ ਜੀ। ਕੋਈ ਟਰੈਵਲ ਏਜੰਟ ਹੈਗਾ ਲੁਧਿਆਣੇ 'ਚ, ਤੇ ਉਹਨਾਂ ਨੇ ਕਾਫੀ ਲੋਕਾਂ ਦੀਆਂ ਟਿਕਟਾਂ ਕਰਕੇ ਦਿੱਤੀਆਂ ਨੇ ਥਾਮਸ ਕੁੱਕ ਦੇ ਥਰੂ। ਇੱਕ ਟਰੈਵਲ ਏਜੰਟ ਨੇ ਜੀ। ਤੇ ਜਿਹੜੀ 에ਅਰ ਇੰਡੀਆ ਦੀਆਂ ਫਲਾਈਟਸ ਬਕਾਇਦਾ ਪੋਸਟ ਨੇ ਇਸ ਚੀਜ਼ ਦੇ, ਔਰ ਉਸ ਬੰਦੇ ਨੇ ਸ਼ੁਕਰੀਆ ਕੀਤਾ ਹੋਇਆ ਥਾਮਸ ਕੁੱਕ ਦੇ ਸਟਾਫ ਦਾ ਜਿਨ੍ਹਾਂ ਨੇ ਉਹਦੀ ਰეკਮੈਂਡੇਸ਼ਨ ਤੇ ਬੁਕਿੰਗ ਕੀਤੀ ਹੋਈ ਆ। ਸੋ ਇਹਦਾ ਮਤਲਬ ਕਿ ਸਾਡਾ ਤਾਂ ਇੰਡੀਆ ਵਾਲਾ ਕੰਮ ਹੋ ਗਿਆ ਕਿ ਇਹ ਮੁਸੀਬਤ ਦੇ ਟਾਈਮ ਤੇ ਵੀ ਸਿਫਾਰਿਸ਼ ਚੱਲਦੀ ਆ। ਬਿਲਕੁਲ, ਇਹ ਇੱਕ ਹੋਰ ਗੱਲ ਹੈ ਜੀ ਇਹਦੇ ਵਿੱਚ ਤੇ ਜਿਹੜੀ ਮੈਂ ਕਰਨੀ ਚਾਹੁੰਦਾ ਵੀ ਜਿਵੇਂ ਪਹਿਲਾਂ ਕਾਰਪੋਰੇਟ ਫਲਾਇਰਸ ਦੀ ਉਹ ਕਪਲ ਕੁਮਰੀਆ ਦੀ ਜਿੱਥੋਂ ਗੱਲ ਚੱਲੀ ਸੀ ਆਪਣੀਆਂ ਫਲਾਈਟ ਦੀ ਵੀ ਇਹ ਬੰਦਾ ਕੌਣ ਹੈ, ਇਹਦੇ ਨਾਲ ਸਾਰੇ ਕੈਨੇਡੀਅਨ ਪੋਲੀਟੀਸ਼ੀਅਨ ਦੀਆਂ ਫੋਟੋਆਂ ਨੇ, ਕੌਂਸਲੇਟ ਦੀਆਂ ਤੇ ਹਾਈ ਕਮਿਸ਼ਨਰ ਦੀਆਂ। ਇਹ ਬੰਦਾ ਕੌਣ ਹੈ? ਉਹ ਮੁੜ ਕੇ ਫਲਾਈਟਸ ਦਾ ਕੀ ਹੋ ਰਿਹਾ, ਨਾਨ ਰਿਫੰਡੇਬਲ ਜੇ ਤੇ ਵੋ। ਹੁਣ ਵੀ ਜੇ ਕੋਈ 7 ਬੰਦੇ ਪਰਿਵਾਰ ਦੇ ਬੈਠਿਆ, $21,000-22,000 ਕਿਹਦੇ ਕੋਲ ਆ ਜੀ ਉੱਥੇ ਦੇਣ ਨੂੰ? ਪਹਿਲੀ ਫਲਾਈਟਸ ਦੇ ਵਿੱਚ ਉਹਨਾਂ ਨੂੰ ਕੋਈ ਰਿਫੰਡ ਨਹੀਂ ਮਿਲ ਰਿਹਾ। ਜੇ 에ਅਰ ਕੈਨੇਡਾ 'ਚ ਗਏ ਨੇ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ। ਇਹਨਾਂ ਦੇ ਇਹ ਫਲਾਈਟਸ ਦੇ ਵਿੱਚ ਕੁਝ ਰਿਫੰਡੇਬਲ ਪਾਲਿਸੀਜ਼ ਹੈਗੀਆਂ ਜੀ KLM ਤੇ 에ਅਰ ਫਰਾਂਸ ਦੀਆਂ? ਬਿਲਕੁਲ ਜੀ, ਇਹਨਾਂ ਦੇ ਜੇ ਕੋਈ ਵੀ KLM ਤੇ 에ਅਰ ਫਰਾਂਸ ਇੱਥੋਂ ਲੈ ਕੇ ਗਿਆ ਹੋਇਆ, ਉਹ KLM ਦਾ ਜਿਹੜਾ ਸਟਾਫ ਆ ਉਹ ਇਹੀ ਕੋਸ਼ਿਸ਼ ਕਰ ਰਿਹਾ ਕਿ ਉਹਨਾਂ ਨੂੰ ਉਸੇ ਟਿਕਟ ਦੇ ਵਿੱਚ ਵਾਪਸ ਲੈ ਕੇ ਆਂਦਾ ਜਾਵੇ। ਔਰ ਕਈ ਲੋਕ ਉਸ ਟਿਕਟ ਦੇ ਵਿੱਚ ਵਾਪਸ ਆਏ ਨੇ ਜੀ, ਉਹਨਾਂ ਨੂੰ ਕੋਈ ਵੀ ਪੈਸਾ ਐਕਸਟਰਾ ਨਹੀਂ ਦੇਣਾ ਪਿਆ। ਤੇ ਕਈ ਕੇਸਿਸ 2-3 ਇਹੋ ਜਿਹੇ ਵੀ ਆਏ ਨੇ ਕਿ ਜਿਹੜੇ ਬੰਦੇ ਕਤਰ 에ਅਰਵੇਜ਼ ਜਾਂ 에ਅਰ ਇੰਡੀਆ ਦੇ ਉੱਪਰ ਆਏ ਨੇ, ਉਹਨਾਂ ਨੇ ਅਪਰੋਚ ਕੀਤਾ KLM ਨੂੰ ਕਿ ਉਦੋਂ ਤੁਹਾਡੀਆਂ ਫਲਾਈਟਸ ਨਹੀਂ ਸੀ ਅਵੇਲੇਬਲ, ਨਹੀਂ ਅਸੀਂ ਤੁਹਾਡੀਆਂ ਫਲਾਈਟਸ ਲੈਂਦੇ। ਔਰ ਕਤਰ ਨੇ ਉਹਨਾਂ ਨੂੰ ਇਹ ਗੱਲ KLM ਨੇ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਅਸੀਂ ਤੁਹਾਨੂੰ ਰੀਫੰਡ ਕਰਾਂਗੇ। ਉਹਨਾਂ ਨੂੰ ਕੋਈ ਕ੍ਰੈਡਿਟ ਨਹੀਂ ਦੇ ਰਹੇ, ਉਹ ਰੀਫੰਡ ਕਰਨਗੇ। ਸੋ ਅਖੀਰ ਦੇ ਵਿੱਚ ਕੀ ਕਹਿਣਾ ਚਾਹੁੰਦੇ ਹੋ, ਕੀ ਸੁਨੇਹਾ ਦੇਣਾ ਚਾਹੁੰਦੇ ਹੋ? ਇਹਦੇ ਵਿੱਚ ਹੋਰ ਕੀ ਕੀਤਾ ਜਾਵੇ, ਕਮਿਊਨਿਟੀ ਕੀ ਕਰ ਸਕਦੀ ਹੈ ਤੇ ਕਿੱਥੇ ਇਨ ਟੱਚ ਹੋਵੇ ਤੇ ਜਿਹੜਾ ਆਪਣੇ ਪਿਆਰਿਆਂ ਨੂੰ ਉਹ ਲਿਆਉਣ ਦੇ ਲਈ ਕੋਈ ਕੋਸ਼ਿਸ਼ ਕਰਨ? ਤੇ ਕੀ ਅਪਡੇਟ, ਕੀ ਕਹਿਣਾ ਚਾਹੁੰਦੇ ਹੋ ਜੀ? PR ਦਾ ਬਹੁਤ ਵੱਡਾ ਇਸ਼ੂ ਆ, ਬਜ਼ੁਰਗ ਉੱਥੇ ਬੈਠੇ ਨੇ ਤੇ ਉਹ ਕੰਟਰੀ ਉਹ ਜੂਨ ਮਿਡ ਤੱਕ ਨਹੀਂ ਹਲੇ ਖੁੱਲਣੀ, 15 ਜੂਨ ਤੱਕ ਤਾਂ ਘੱਟੋ ਘੱਟ। ਅੱਜ ਹੁਣ ਮੇਰੇ ਜਾਣਦੇ ਦੋਸਤ ਨੇ, ਉਹਨਾਂ ਨੇ ਆਪਣੀ ਮਦਰ ਦੀ ਜੁਲਾਈ ਦੀ ਟਿਕਟ ਬੁੱਕ ਕੀਤੀ ਹੋਈ ਸੀ 에ਅਰ ਕੈਨੇਡਾ ਦੀ, ਉਹ ਜੁਲਾਈ ਦੀ ਵੀ 에ਅਰ ਕੈਨੇਡਾ ਦੀ ਜਿਹੜੀ ਫਲਾਈਟ ਹੈ ਉਹਨਾਂ ਦੀ ਉਹ ਕੈਂਸਲ ਉਹਨਾਂ ਨੇ ਕਰ ਦਿੱਤੀ ਜੁਲਾਈ ਦੀ। ਹੁਣ ਇਹ ਕੀ ਹੋ ਰਿਹਾ ਵਿੱਚ ਮੈਂ ਇਸ ਨੂੰ ਕੁਛ ਨਹੀਂ ਕਹਿ ਸਕਦਾ। ਪਹਿਲਾਂ ਉਹਨਾਂ ਨੇ ਜਦ ਇਸ ਦੀ ਗੱਲ ਕਰ ਲਈ ਬਈ ਹਾਂ ਅਸੀਂ ਬੁੱਕ ਕਰਾਓ, ਤੇ ਉਸ ਤੋਂ ਬਾਅਦ ਇਹਨੂੰ ਕੈਂਸਲ ਕਰਨ ਦਾ 7 ਜੁਲਾਈ ਦੀ ਟਿਕਟ ਆ ਜੀ। 7 ਜੁਲਾਈ ਦੀ ਕੈਂਸਲੇਸ਼ਨ ਦੀ ਉਹਨਾਂ ਨੇ ਮੈਨੂੰ 에ਅਰ ਕੈਨੇਡਾ ਦੀ ਨੋਟੀਫਿਕੇਸ਼ਨ ਦੀ ਈਮੇਲ ਭੇਜੀ ਹੈ ਬਈ ਇਹ ਸਾਡੀ 7 ਜੁਲਾਈ ਦੀ ਵੀ 에ਅਰ ਕੈਨੇਡਾ ਦੀ ਫਲਾਈਟ ਕੈਂਸਲ ਹੋ। ਹੁਣ ਬਹੁਤ ਇਹ ਤਾਂ ਫਿਰ ਇਹਦਾ ਮਤਲਬ ਇਹ ਆ ਵੀ ਜੁਲਾਈ ਤੱਕ ਜੋ ਕੈਂਸਲ, ਇਹਦਾ ਮਤਲਬ ਜੇ ਜੁਲਾਈ 'ਚ ਖੁੱਲਣਾ ਸੀ ਤਾਂ 7 ਜੁਲਾਈ ਦੀ ਬੁਕਿੰਗ ਕੈਂਸਲ ਕਰਨ ਦਾ ਤੀਸਰੀ ਵਾਰ ਬੁਕਿੰਗ ਕੈਂਸਲ ਹੋਈ ਹੈ 에ਅਰ ਕੈਨੇਡਾ ਦੀ ਉਹਨਾਂ ਦੀ। ਸੋ 7 ਜੁਲਾਈ ਦੀ ਕੈਂਸਲ ਮਤਲਬ ਇਹਦਾ ਮਤਲਬ 7 ਜੁਲਾਈ ਤੱਕ ਉਹਨਾਂ ਨੂੰ ਯੈਸ ਨਹੀਂ ਹੋ ਰਹੀ ਇੰਡੀਅਨ ਅਥਾਰਟੀਜ਼ ਤੋਂ। ਇਹੀ ਹੋ ਗਿਆ ਨਾ ਜੀ ਫਿਰ ਕਾਰਨ।
ਨਹੀਂ ਜੀ ਵੀਰ ਜੀ, ਇੱਕ ਗੱਲ ਮੈਂ ਬੜੀ ਕਲੀਅਰਲੀ ਕਹਿਣਾ ਚਾਹੁੰਦੀ ਹਾਂ ਕਿ ਦੇਖੋ ਜੀ, ਅਸੀਂ ਇੰਡੀਅਨ ਗਵਰਨਮੈਂਟ ਨੂੰ ਬਹੁਤ ਭੰਡਦੇ ਹਾਂ ਜਦੋਂ ਕੋਈ ਵੀ ਗੱਲ ਹੁੰਦੀ ਆ। ਇਸ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਕਹਿ ਸਕਦੀ ਹਾਂ ਕਿ ਇੰਡੀਅਨ ਗਵਰਨਮੈਂਟ ਦਾ ਇਹਦੇ ਵਿੱਚ ਕੋਈ ਰੋਲ ਨਹੀਂ, ਕਿਉਂਕਿ ਇੰਡੀਅਨ ਗਵਰਨਮੈਂਟ ਨੇ ਜਦੋਂ ਪਰਮਿਸ਼ਨ ਦੇਣੀ ਹੈ ਨਾ ਕਮਰਸ਼ੀਅਲ ਫਲਾਈਟਸ ਦੀ, ਉਹ ਕਿਵੇਂ ਕਹਿ ਦੇਣਗੇ ਕਿ ਜੇ ਅਸੀਂ 에ਅਰ ਕੈਨੇਡਾ ਨੂੰ ਦੇਣੀ ਤੇ ਯੂਰਪੀਅਨ 에ਅਰਲਾਈਨਸ ਨੂੰ ਜਾਂ US ਦੀਆਂ 에ਅਰਲਾਈਨਸ ਨੂੰ ਦੇਣੀ ਆ। ਉਹਨਾਂ ਨੇ ਕੀ ਕਰਨਾ, ਜਦੋਂ ਕਮਰਸ਼ੀਅਲ 에ਅਰ ਸਪੇਸ ਖੋਲ੍ਹਣੀ ਆ ਜੀ, ਉਹਨਾਂ ਨੇ ਜਿਹੜੀਆਂ 에ਅਰਲਾਈਨਸ ਫਰਜ਼ ਕਰ ਲਓ ਕਿ ਡਾਇਰੈਕਟ ਡੇਲੀ ਫਲਾਈਟ ਜਾਂਦੀ ਆ, ਉਹ ਇੰਨਾ ਕਰਨਗੇ, ਜੋ ਮੈਂ ਉਹਨਾਂ ਦੀ ਪਲਾਨ ਪੜ੍ਹੀ ਆ ਕਿ ਉਹਨਾਂ ਨੇ ਉਹ ਲਿਮਿਟ ਕਰ ਦੇਣਾ ਕਿ ਤੁਹਾਨੂੰ ਅਸੀਂ 2 ਫਲਾਈਟਾਂ ਪਰ ਵੀਕ ਦੇਵਾਂਗੇ ਸ਼ੁਰੂ ਕਰਨ ਲਈ। ਪਰ ਇਹ ਕਦੇ ਵੀ ਨਹੀਂ ਹੋ ਸਕਦਾ ਕਿ ਉਹ 에ਅਰ ਕੈਨੇਡਾ ਨੂੰ ਨਾ ਕਰ ਦੇਣ ਤੇ ਬਾਕੀਆਂ ਨੂੰ ਹਾਂ ਕਰ ਦੇਣ। KLM ਦੇ ਵੀ ਮੈਨੂੰ ਇੰਟਰਨਲ ਸੋਰਸਿਸ ਤੋਂ ਇਹੀ ਪਤਾ ਲੱਗਿਆ ਕਿ KLM 에ਅਰ ਫਰਾਂਸ ਆਪਣੇ ਸਟਾਫ ਨੂੰ ਪ੍ਰਿਪੇਅਰ ਕਰ ਰਿਹਾ ਜੁਲਾਈ ਦੇ ਵਿੱਚ ਕਮਰਸ਼ੀਅਲ ਫਲਾਈਟਸ ਸ਼ੁਰੂ ਕਰਨ ਲਈ। ਸੋ ਇਹਦਾ ਮਤਲਬ ਕਿ ਕਿਉਂਕਿ ਇੰਡੀਆ ਜੀ ਹੁਣ ਮਈ 25 ਨੂੰ ਡੋਮੈਸਟਿਕ ਫਲਾਈਟਸ ਖੋਲ ਰਹੇ ਨੇ ਉਹ ਆਪਣੀਆਂ, ਸੋ ਜੇ 25 ਨੂੰ ਉਹ ਡੋਮੈਸਟਿਕ ਖੋਲ ਰਹੇ ਆ, ਐਂਡ ਆਫ ਜੂਨ ਤੱਕ ਜੀ ਉਹਨਾਂ ਨੇ ਕਮਰਸ਼ੀਅਲ ਥੋੜੀਆਂ ਸ਼ੁਰੂ ਕਰ ਦੇਣੀਆਂ ਨੇ ਫਲਾਈਟਸ। ਇਹ 에ਅਰ ਕੈਨੇਡਾ ਕਿਉਂ ਚੇਂਜ ਕਰਿਆ ਜੀ, ਮੈਨੂੰ ਇਸ ਚੀਜ਼ ਦੀ ਸਮਝ ਨਹੀਂ ਲੱਗ ਰਹੀ। ਇਹ ਜਿਹੜੀ ਈਮੇਲ ਆ ਜੀ ਮੈਂ ਪੜ੍ਹ ਰਿਹਾ, AC-45 ਦੀ ਗੱਲ ਕਹੀ ਹੈ। ਉਹ ਕਹਿੰਦੇ ਵੀ ਅਸੀਂ ਰਿਗਰੈਟ ਕਰ ਰਹੇ ਹਾਂ ਤੁਹਾਨੂੰ ਦੱਸਣ ਲਈ, AC-45 ਜਿਹੜੀ ਦਿੱਲੀ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਵੈਨਕੂਵਰ ਨੂੰ 7 ਜੁਲਾਈ ਦੀ ਆਉਣੀ ਸੀ, ਉਹ ਕੈਂਸਲ ਹੋ ਗਈ ਹੈ due to the impacts of COVID-19 government travel advisories and or health and safety concern। ਬਿਲਕੁਲ ਉਹਦੇ 'ਚ ਇੰਡੀਅਨ ਗਵਰਨਮੈਂਟ ਦਾ ਕੋਈ ਨਾਂ ਨਹੀਂ ਲਿਖਿਆ, ਉਹਨਾਂ ਨੇ ਇਹੀ ਲਿਖਿਆ ਜੀ। ਇਹ ਮੈਨੂੰ ਲੱਗਦਾ ਜੀ ਜਿਹੜਾ COVID-19 ਹੈ ਜੀ, ਇਹ ਕੈਨੇਡਾ ਨੂੰ ਜ਼ਿਆਦਾ ਅਫੈਕਟ ਕਰ ਰਿਹਾ ਬਾਕੀਆਂ ਨਾਲੋਂ। ਆਈ ਥਿੰਕ ਇਹਨਾਂ ਦੇ 에ਅਰ ਕੈਨੇਡਾ ਦੇ ਸਾਰੇ ਟੈਸਟ ਹੋਣੇ ਚਾਹੀਦੇ ਆ। ਕੱਲ ਨੂੰ ਇਹਨੂੰ ਬੇਲ ਆਊਟ ਜਦ ਕਰਨਾ ਤਾਂ ਕੈਨੇਡੀਅਨਸ ਨੇ ਮਨੀ ਦੇਣੀ ਆ, ਤੁਹਾਡੇ ਸਾਹਮਣੇ ਆ, ਇੱਥੇ ਆ ਜਾਣਾ ਕੰਮ। ਹਾਂਜੀ ਇਹ ਜੀ ਗੱਲ ਦੇਖੋ, ਵੱਡੀ ਗੱਲ ਇਹ ਆ ਜਿਹੜੇ ਸਾਡੇ PR ਨੇ ਉਹਨਾਂ ਕੋਲ 2 ਰਾਈਟਸ ਨੇ, ਇੱਕ ਵੋਟਿੰਗ ਤੇ ਇੱਕ ਗਵਰਨਮੈਂਟ ਅਫੀਸ਼ੀਅਲ ਰਨ ਕਰਨ ਵਾਸਤੇ। ਹਮੇਸ਼ਾ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਬਾਕੀ ਤੁਹਾਡੇ ਕੋਲ ਸਾਰੇ ਰਾਈਟ ਨੇ, ਯੂ ਆਰ ਜਸਟ ਐਜ਼ ਅ ਕੈਨੇਡੀਅਨ ਐਜ਼ ਐਨੀਬਡੀ ਐਲਸ। ਟੈਕਸਿਸ ਅਸੀਂ ਉਹਨਾਂ ਤੋਂ ਬਰਾਬਰ ਕਲੈਕਟ ਕਰਦੇ ਹਾਂ, ਸਾਡੀ ਇਕੋਨਮੀ ਨੂੰ ਉਹ ਬਰਾਬਰ ਸਪੋਰਟ ਕਰਦੇ ਨੇ। 20-30 ਸਾਲ ਦੇ PR ਹੋਲਡਰਸ ਇੱਥੇ ਬੈਠੇ ਨੇ, ਠੀਕ ਹੈ ਨਾ। ਤੇ ਹੁਣ ਉਹਨਾਂ ਨੂੰ ਜਦੋਂ ਵਾਪਸ ਲੈ ਕੇ ਆਉਣਾ, ਤੇ ਔਰ ਸਾਡੇ ਫੋਰਨ ਮਿਨਿਸਟਰ ਨੇ ਇਹ ਗੱਲ ਕਹੀ ਸੀ ਕਿ ਕੋਈ ਵੀ ਜੋ ਆਉਣਾ ਚਾਹੂਗਾ, ਜਿੰਨਾ ਚਿਰ ਸਾਡੇ ਕੋਲ ਕਪੈਸਿਟੀ ਹੈ ਉਹਨਾਂ ਨੂੰ ਲਿਆਉਣ ਦੀ, ਅਸੀਂ ਫਲਾਈਟਸ ਕੰਟੀਨਿਊ ਕਰਾਂਗੇ। ਫਿਰ ਹੁਣ PR ਵਾਸਤੇ ਫਲਾਈਟਸ ਕਿਉਂ ਨਹੀਂ ਉਹਨਾਂ ਨੇ ਲਾਈਆਂ ਹੈਗੀਆਂ? ਇੱਕ ਫੇਜ਼ ਹੀ ਲਾ ਦਿੰਦੇ PR ਲਈ, 4 ਫਲਾਈਟਾਂ ਲਾ ਦਿੰਦੇ, 2 ਟੋਰਾਂਟੋ ਦੀਆਂ, 2 ਵੈਨਕੂਵਰ ਦੀਆਂ। ਕੁਛ ਤਾਂ ਲੋਕ ਆਉਂਦੇ ਹੀ, ਕਤਰ ਨਾਲ ਆਲਰੇਡੀ ਇਹਨਾਂ ਦਾ ਕੰਟਰੈਕਟ ਸੀਗਾ, ਉਹਨੂੰ ਐਕਸਟੈਂਡ ਕਰ ਸਕਦੇ ਸੀਗੇ। ਕਿਉਂਕਿ ਪਹਿਲਾਂ ਲੋਕਾਂ ਨੂੰ ਆਸ ਇਹ ਸੀ ਵੀ ਸਿਟੀਜ਼ਨ ਲਿਆ ਕੇ ਫਿਰ PR ਦੀ ਫਲਾਈਟਸ ਉਹ 8-10 ਫਲਾਈਟਾਂ ਆਉਣਗੀਆਂ, ਚਲੋ ਉਹ 'ਚ 2500 ਬੰਦਾ ਆ ਜਾਣਾ, ਜਿੰਨੇ ਮੁਸ਼ਕਿਲ 'ਚ ਸੀ, ਕੋਈ ਬਿਮਾਰ ਸੀ, ਕੋਈ ਢਿੱਲਾ ਸੀ, ਕੋਈ ਉਹ ਆ ਸਕਦਾ ਸੀ। ਐਨੀਵੇਜ਼ ਫਿਰ KLM ਤੇ 에ਅਰ ਫਰਾਂਸ ਨਾਲ ਲੋਕ ਕੰਟੈਕਟ ਕਰਕੇ ਵੇਖ ਲੈਣ ਜੀ, ਜੇ ਕੋਈ ਫਲਾਈਟ ਉਹਨੂੰ ਮਿਲਦੀ ਹੋਵੇ ਤਾਂ ਕੋਸ਼ਿਸ਼ ਕਰਨ। ਇਹੀ ਤੁਹਾਡਾ ਮੈਸੇਜ ਹੈ ਨਾ? ਹਾਂਜੀ ਬਿਲਕੁਲ ਜੀ, KLM ਨੂੰ ਉਹ ਕੰਟੈਕਟ ਕਰ ਸਕਦੇ ਆ, ਮੈਨੂੰ ਕੰਟੈਕਟ ਕਰ ਸਕਦੇ ਨੇ ਫੇਸਬੁੱਕ ਤੇ। ਆਪਣੇ ਨਵ ਕੌਰ ਆ ਕੁੜੀ ਟੋਰਾਂਟੋ ਤੋਂ, ਉਹਨੂੰ ਕੰਟੈਕਟ ਕਰ ਸਕਦੇ ਆ। ਕਿਉਂਕਿ ਜਦੋਂ ਹੁਣ ਜਿਵੇਂ ਅੱਜ ਹੀ ਜੀ ਆਪਣੇ KLM ਦੀ ਫਲਾਈਟ ਜਿਹੜੀ ਹੁਣ ਅੱਗੇ 24 ਤਰੀਕ ਨੂੰ ਜਾਂ 26 ਨੂੰ ਆਉਣੀ ਆ, ਉਹਦੇ ਵਿੱਚ ਇੱਕ ਮਾਤਾ ਜੀ ਬਜ਼ੁਰਗ ਸੀਗੇ, ਉਹਨਾਂ ਨੇ ਆਉਣਾ ਸੀ ਬਟ ਉਹ ਬਿਮਾਰ ਹੋ ਗਏ ਨੇ ਤੇ ਉਹਨਾਂ ਦੀ ਟਿਕਟ ਕੈਂਸਲ ਕਰਨੀ ਸੀ। ਸੋ ਰਾਤ ਮੈਂ ਉਹਨਾਂ ਦੀ ਟਿਕਟ ਕੈਂਸਲ ਕਰਵਾਈ ਆ ਤੇ ਉਹ ਇੱਕ ਸੀਟ ਅਵੇਲੇਬਲ ਹੋ ਗਈ ਤੇ ਅਸੀਂ ਫੇਸਬੁੱਕ ਤੇ ਪੋਸਟ ਪਾਤਾ ਜੀ ਇੱਕ ਸੀਟ ਅਵੇਲੇਬਲ ਆ ਜੇ ਕਿਸੇ ਨੇ ਲੈਣੀ ਆ, ਤੇ ਉਹ ਜੀ 2 ਮਿੰਟ ਚ ਕਿਸੇ ਨੇ ਲੈ ਲਈ। ਠੀਕ ਹੈ ਭੈਣ ਜੀ, ਆਪਣੇ ਵੱਲੋਂ ਆਪਾਂ ਕੋਸ਼ਿਸ਼ ਕਰਦੇ ਰਹਿਣੇ ਆ, ਮੈਨੂੰ ਅਪਡੇਟ ਕਰਦੇ ਰਹੋ, ਮੈਂ ਸੁਨੇਹਾ ਦਿੰਦਾ ਰਹੂੰਗਾ। ਹਾਂਜੀ, ਥੈਂਕ ਯੂ ਵੀਰ ਜੀ। ਧੰਨਵਾਦ ਭੈਣ ਜੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਗਗਨ ਸਿੰਘ ਤੇ ਪ੍ਰਭਜੋਤਪਾਲ ਸਿੰਘ ਜੀ ਹੁਣੇ ਗੱਲ ਕਰਦਾ ਤੁਹਾਡੇ ਨਾਲ। 5 ਮਿੰਟ ਅਸੀਂ ਮੈਂ ਉੱਪਰ ਚਲੇ ਗਿਆ ਬ੍ਰੇਕ ਤੋਂ ਵਾਪਸ ਆਉਂ। ਗਗਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ? ਲਾਈਨ ਨੰਬਰ 3। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ। ਵੀ ਜਿਹੜੇ ਮਾਤਾ ਜੀ ਬਾਰੇ ਜ਼ਿਕਰ ਕੀਤਾ, ਮਾਤਾ ਜੀ ਚੜ੍ਹਾਈ ਕਰਦੇ, ਉਹਨਾਂ ਦਾ ਸਾਰਾ ਪਰਿਵਾਰ ਇੱਥੇ ਕੈਨੇਡਾ 'ਚ ਹੈ ਜੀ। ਮਾਤਾ ਜੀ ਤੇ ਬਜ਼ੁਰਗ ਇੰਡੀਆ ਗਏ ਸੀਗੇ। ਹੁਣ ਅੱਜ ਇਸ ਵੇਲੇ ਇੱਕ ਇਹੋ ਜਿਹਾ ਬੜਾ ਪਰਿਵਾਰ ਦੇ ਵਿੱਚ ਬਹੁਤ ਔਖਾ ਮਾਹੌਲ ਹੈ ਵੀ ਬੱਚੇ ਜਾਣਾ ਚਾਹੁੰਦੇ ਆ। ਮਾਤਾ ਜੀ ਦੇ 3 ਬੇਟੇ ਉਹਨਾਂ ਦੇ ਕੈਨੇਡਾ 'ਚ ਆ, ਉਹ ਜਾਣਾ ਚਾਹੁੰਦੇ ਆ, ਪਰ ਕਿਉਂਕਿ ਕੁਆਰੰਟਾਈਨ ਦੇ ਇਸ਼ੂ ਦੇ ਕਰਕੇ ਉਹ ਡਰਦੇ ਵੀ ਆ ਵੀ ਪਤਾ ਨਹੀਂ ਸਾਨੂੰ ਕਿਹੜੀ
ਸੀਗਾ ਇੰਡੀਆ ਦੇ ਵਿੱਚ ਰੱਖਣਾ ਉਹਨਾਂ ਨੇ। ਪਰ ਮੇਰਾ ਅੱਜ 에ਅਰ ਤੇ ਆਉਣ ਦਾ ਮਕਸਦ ਕੋਈ ਕਿਸੇ ਨੂੰ ਡੀਫੇਮ ਕਰਨਾ ਜਾਂ ਕਿਸੇ ਨੂੰ ਨੀਵਾਂ ਜਾਂ ਕਿਸੇ ਨੂੰ ਪਰ ਸਿਰਫ ਗੱਲ ਇਹ ਹੈ ਜੀ ਵੀ ਜੇ ਅਸੀਂ ਸਿਰਫ ਇੱਕ ਕਮਿਊਨਿਟੀ ਦੀ ਭਲਾਈ ਦੇ ਲਈ ਜੇ ਅਸੀਂ ਸ਼ੁਰੂ ਕੀਤਾ ਸੀ ਤੇ ਅੱਜ ਵੀ ਸਾਡੀ ਜਿਹੜੀ ਵੈਬਸਾਈਟ ਹੈ ਉਹ ਅੱਜ ਵੀ ਚੱਲ ਈਵਨ ਜੋ ਸਾਡੇ ਤੇ ਚਿੱਕੜ ਸੱਟਿਆ ਗਿਆ ਜਾਂ ਜੋ ਗੱਲਾਂ ਤੁਹਾਨੂੰ ਕਹੀਆਂ ਗਈਆਂ ਭੈਣ ਜੀ ਉਹਨਾਂ ਨੂੰ ਕਹੀ ਗਈ ਗੁਰਦੁਆਰਾ ਸਾਹਿਬ ਬਾਰੇ ਕਿਹਾ ਗਿਆ। ਤੁਸੀਂ ਇਹ ਦੇਖੋ ਵੀ ਗੁਰਦੁਆਰਾ ਸਾਹਿਬ ਨੇ ਜਿੰਨੇ ਪੈਸੇ ਲਏ ਜੀ ਅਸੀਂ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਹਿ ਸਕਦੇ ਹਾਂ ਵੀ ਕਿਸੇ ਦਾ ਕੋਈ ਇੱਕ ਵੀ ਡਾਲਰ ਕੋਈ ਮਾਰਿਆ ਹੋਵੇ, ਇੱਕ ਵੀ ਡਾਲਰ ਘੱਟ ਦਿੱਤਾ ਹੋਵੇ ਤਾਂ ਉਹ ਤੁਹਾਡੇ ਪ੍ਰੋਗਰਾਮ ਤੇ ਆ ਕੇ ਕਿਤੇ ਵੀ ਉਹ ਕਹਿ ਸਕਦੇ ਹੈ। ਪਹਿਲੀ ਚੀਜ਼। ਦੂਜੀ ਗੱਲ, ਜਿੱਦਣ ਦਾ ਚਾਹੇ ਸਾਡੀਆਂ ਫਲਾਈਟ ਕੈਂਸਲ ਵੀ ਹੋ ਗਈਆਂ ਸੀਗੀਆਂ, ਉਸੇ ਦਿਨ ਤੋਂ ਬਾਅਦ ਜਿੱਥੇ ਤੱਕ ਵੀ ਅਸੀਂ ਮਦਦ ਕਰ ਸਕਦੇ ਸੀਗੇ, ਜੋ ਕੁਝ ਵੀ ਅਸੀਂ ਆਪਣੇ ਵੱਲੋਂ ਕਰ ਸਕਦੇ ਸੀ, ਅਸੀਂ ਉਸ ਦਿਨ ਤੋਂ ਅੱਜ ਤੱਕ ਕਰ ਰਹੇ। ਜਿੱਥੋਂ ਤੱਕ ਇਹ ਕਿਹਾ ਗਿਆ ਸੀ ਵੀ ਸਪੈਸ਼ਲੀ ਤੁਹਾਡੇ ਬਾਰੇ ਕਿਹਾ ਗਿਆ ਸੀਗਾ ਜੀ ਇਹਨਾਂ ਦਾ ਤਾਂ ਜੀ ਕੋਈ ਰਾਜਨੀਤਿਕ ਕਰ ਰਿਹਾ, ਸ਼ਾਇਦ ਅਸੀਂ ਉਸੇ ਦਿਨ ਤੋਂ ਬਾਅਦ ਤੁਹਾਡਾ ਨਾਮ ਵੀ ਲੈਣਾ ਇਸ ਦੇ ਨਾਲ ਬੰਦ ਕਰਤਾ। ਸ਼ਾਇਦ ਭੈਣ ਜੀ ਹੁਣੀ ਵੀ ਸ਼ਾਇਦ ਕਲੀਅਰ ਕਰ ਚੁੱਕੇ ਹਾਂ। ਜੇ ਕੋਈ ਮੀਡੀਆ ਆਊਟਲੈਟਸ ਬਾਰੇ ਅਸੀਂ ਸਾਡਾ ਕੋਈ ਉਹਨਾਂ ਨਾਲ ਹੋਰ ਮੀਡੀਆ ਆਊਟਲੈਟਸ ਨਾਲ ਸਾਡਾ ਕੋਈ ਨਿੱਜੀ ਲੇਖਾ ਨਹੀਂ, ਕੋਈ ਇਹੋ ਜਿਹਾ ਕੋਈ ਸਾਨੂੰ ਕੋਈ ਉਹਨਾਂ ਨਾਲ ਕੋਈ ਲੈਣ ਦੇਣ ਨਹੀਂ, ਉਹਨਾਂ ਦੀ ਆਪਣੀ ਸੋਚ ਆ। ਤਾਂ ਹਾਂਜੀ ਇੱਕ ਚੀਜ਼ ਜ਼ਰੂਰ ਆ, ਇਹ ਤੱਥਾਂ ਸਮੇਤ ਸਾਰਿਆਂ ਦੇ ਸਾਹਮਣੇ ਬਾਹਰ ਆ ਗਈ ਨਾ ਇਹ ਕੌਣ ਕਮਿਊਨਿਟੀ ਦੇ ਪ੍ਰਤੀ ਸੁਚੇਤ ਆ, ਕੌਣ ਜਿਹੜਾ ਆ ਇਹ ਇੰਨੇ MP ਹੋਣ ਦੇ ਬਾਵਜੂਦ, ਇੰਨੇ ਮਿਨਿਸਟਰ ਹੋਣ ਦੇ ਬਾਵਜੂਦ ਜੇ ਫਿਰ ਵੀ ਸਾਡੇ ਪਰਿਵਾਰਾਂ ਨੂੰ ਇਹ ਕੁਛ ਭੁਗਤਣਾ ਪਵੇ ਤੇ ਸ਼ਾਇਦ ਅਸੀਂ ਕਲੀਅਰ ਕੱਟ ਕਵਾਂਗੇ ਵੀ ਉਹ ਸਹੀ ਸਾਡੀ ਪ੍ਰੋਪਰ ਜਿਹੜੀ ਆ ਰਿਪਰੈਜ਼ੈਂਟੇਸ਼ਨ ਜਿਹੜੀ ਉਹ ਨਹੀਂ। ਅਖੀਰ ਦੇ ਵਿੱਚ ਮੈਂ ਜ਼ਰੂਰ ਇਹ ਕਹੂੰਗਾ ਵੀ ਜਿਹੜੀ ਸਾਡੀ ਵੈਬਸਾਈਟ ਸੀਗੀ ਉਹ ਅੱਜ ਵੀ ਐਕਟਿਵ ਹੈ। ਅੱਜ ਸ਼ਾਮ ਤੋਂ ਜਾਂ ਕੱਲ ਸਵੇਰ ਤੋਂ ਦੁਬਾਰਾ ਉਹਦੇ ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਹੈ। 2 ਰਜਿਸਟ੍ਰੇਸ਼ਨ ਦੇ ਫਾਰਮ ਹੋਣਗੇ। ਪਹਿਲਾ ਤਾਂ ਇਹ ਹੋਊਗਾ ਵੀ ਜਿਹੜੇ ਹਾਲੇ ਤੱਕ ਵੀ ਇੰਡੀਆ ਦੇ ਵਿੱਚ ਫਸ ਗਿਆ, ਕਿਉਂਕਿ ਲੋਕਾਂ ਤੇ ਜਿਹੜੀ ਆ ਰਜਿਸਟ੍ਰੇਸ਼ਨ ਬੰਦ ਹੋ ਚੁੱਕੀ ਹੈ। ਉਹੀ ਵੈਬਸਾਈਟ ਤੇ canfund.ca ਤੇ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਅੱਜ ਸ਼ਾਮ ਨੂੰ ਜਾਂ ਕੱਲ। ਅਸੀਂ ਨਹੀਂ ਕਹਿੰਦੇ ਵੀ ਫਲਾਈਟਾਂ ਅਸੀਂ ਲੈ ਕੇ ਆਉਣੀਆਂ ਜਾਂ ਕੋਈ ਕੌਣ ਲੈ ਕੇ ਆਉਣਾ, ਪਰ ਇਹ ਸਿਰਫ ਨੰਬਰਸ ਇਕੱਠੇ ਕਰਨ ਦੇ ਲਈ ਹੈ। ਦੂਜੀ ਚੀਜ਼, ਅਸੀਂ ਕਾਨੂੰਨੀ ਮਾਹਰਾਂ ਦੇ ਨਾਲ ਗੱਲ ਕਰਕੇ ਜ਼ਰੂਰ ਇਹ ਚੀਜ਼ ਤੇ ਵਿਚਾਰ ਕਰਾਂਗੇ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਜਾਂ ਜਿਨ੍ਹਾਂ ਨੂੰ ਔਖੇ ਸਮੇਂ ਦੇ ਵਿੱਚ ਖਾਮਿਆਜ਼ਾ ਭੁਗਤਣਾ ਪਿਆ, ਚਾਹੇ ਉਹ ਫਾਈਨੈਂਸ਼ੀਅਲ ਸੀਗਾ ਚਾਹੇ ਕਿਸੇ ਵੀ ਤਰ੍ਹਾਂ ਨਾਲ, ਉਹ ਚੀਜ਼ ਬਾਰੇ ਜ਼ਰੂਰ ਅਸੀਂ ਇੱਕ ਸੈਪਰੇਟ ਫਾਰਮ ਕ੍ਰੀਏਟ ਕਰਨ ਲੱਗੇ ਆਪਣੀ ਵੈਬਸਾਈਟ ਤੇ, ਤਾਂ ਜੋ ਉਹਨਾਂ ਦੀ ਇਨਫੋਰਮੇਸ਼ਨ ਇਕੱਠੀ ਕਰਕੇ ਕਾਨੂੰਨੀ ਸਲਾਹਕਾਰਾਂ ਦੇ ਨਾਲ ਗੱਲ ਕਰਕੇ ਅਗਲੀ ਕਾਨੂੰਨੀ ਕਾਰਵਾਈ ਦੇ ਲਈ ਅਸੀਂ ਤਿਆਰੀ ਕਰੀਏ ਵੀ ਤਾਂ ਜੋ ਗਾਂਹ ਤੋਂ ਇਹੋ ਜਿਹਾ ਕੁਛ ਨਾ ਹੋਵੇ। ਤੇ ਅਖੀਰ ਜਿਵੇਂ ਭੈਣ ਜੀ ਉਹਨਾਂ ਨੇ ਦੱਸਿਆ ਪਹਿਲੋਂ ਵੀ ਕੁਛ ਇੱਕ ਪਰਿਵਾਰ ਇਹੋ ਜਿਹੇ ਵੀ ਆਏ ਆ। ਮੇਰੀ ਖੁਦ ਇੱਕ ਪਰਿਵਾਰ ਨੂੰ ਮੈਂ ਬੜਾ ਚੰਗੀ ਤਰ੍ਹਾਂ ਜਾਣਦਾ, ਉਹ 에ਅਰ ਫਰਾਂਸ ਦੀਆਂ ਟਿਕਟ ਲੈ ਕੇ ਗਏ ਸੀ, ਉਹਨਾਂ ਹੀ ਪੈਸਿਆਂ ਦੇ ਵਿੱਚ ਉਹ ਟੋਰਾਂਟੋ ਤੱਕ ਪੈ ਗਿਆ। ਸਿਰਫ ਜਿਹੜੀ ਅਗਲੀ ਸੀਟ ਉਹਨਾਂ ਨੂੰ ਕਰਾਉਣੀ ਪਈ, ਜਿਹੜੀ ਹੁਣ ਕਰਾਈ ਆ, ਉਹ ਸਿਰਫ ਟੋਰਾਂਟੋ ਤੋਂ ਵੈਨਕੂਵਰ ਦੀ ਕਰਾਈ ਆ। ਕੋਈ ਉਹਨਾਂ ਨੇ ਇੱਕ ਪੈਨੀ ਤੱਕ ਨਹੀਂ ਦਿੱਤਾ। ਜੇ 에ਅਰ ਫਰਾਂਸ ਜਾਂ KLM ਇਹ ਢੰਗ ਦੇ ਨਾਲ ਕੰਮ ਕਰ ਸਕਦੀ ਆ, ਦੁੱਖ ਸਾਨੂੰ ਸਾਰਿਆਂ ਤੋਂ ਵੱਡਾ ਇਹ ਆ ਵੀ 에ਅਰ ਕੈਨੇਡਾ ਕਿਉਂ ਨਹੀਂ ਕਰ। ਸੋ ਅਗੇਨ ਮੈਂ ਤੁਹਾਡੇ ਰੇਡੀਓ ਸਟੇਸ਼ਨ ਦਾ, ਤੁਹਾਡਾ ਤੇ ਸਾਰਿਆਂ ਦਾ ਬੜਾ ਦਿਲੋਂ ਧੰਨਵਾਦ ਕਰਦਾ ਜੀ, ਜਿਨ੍ਹਾਂ ਨੇ ਇਸ ਔਖੀ ਘੜੀ ਦੇ ਵਿੱਚ ਕੌਮ ਦੇ ਨਾਲ ਖੜ ਕੇ ਨਹੀਂ, ਕੌਮ ਦੇ ਨਾਲ ਕੰਮ ਕਰਕੇ ਹਰੇਕ ਜਗ੍ਹਾ ਇਹ ਸਾਬਤ ਕਰ ਦਿੱਤਾ ਕਿ ਤੁਸੀਂ ਕੌਮ ਦੇ ਵਿੱਚ ਕੰਮ ਕਰਦੇ ਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ। ਜਸਪਾਲ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ। ਹਾਂਜੀ ਸਿੰਘ ਸਾਹਿਬ, ਦੇਖੋ ਨਾ ਮੈਂ ਜਦੋਂ ਗੱਲਾਂ ਸੁਣ ਰਿਹਾ ਸੀ ਤੇ ਬਿਲਕੁਲ ਜਿਹੜੀ ਗੱਲ ਭੈਣ ਜੀ ਹੁਣੀ ਵੀ ਕਹੀ, ਤੁਸੀਂ ਵੀ ਕਹੀ ਵੀ ਇੱਥੇ ਤਾਂ ਰਾਜਨੀਤੀ ਜਿਹੜੀ ਆ ਉਹ ਇੰਡੀਆ ਵਾਲੀ ਚੱਲ ਪਈ ਹੈਗੀ ਆ। ਜਿਹੜਾ ਜਿਸ ਤਰ੍ਹਾਂ ਉੱਥੇ ਕੰਮ ਹੁੰਦੇ ਆ ਬਿਲਕੁਲ ਉਹ ਹੂਬਹੂ ਇੱਥੇ ਹੋਣ ਲੱਗ ਪਏ ਆ, ਜਦ ਕਿ ਜਿਹੜੇ ਸਾਡੇ MP ਜਾਂ ਮਿਨਿਸਟਰ ਹੈਗੇ ਆ ਜਾਂ ਪ੍ਰਧਾਨ ਮੰਤਰੀ ਸਾਹਿਬ ਆ, ਉਹਨਾਂ ਦਾ ਕੰਮ ਹੈਗਾ ਆ ਜਿਹੜੀਆਂ ਪਾਲਿਸੀਜ਼ ਬਣਾਉਣੀਆਂ
ਜਿਹੜੀਆਂ ਕੰਸਰਨਡ ਕੰਟਰੀਜ਼ ਹੈਗੀਆਂ ਉੱਥੇ ਜਿਹੜੇ ਇਹਨਾਂ ਦੇ ਕੌਂਸਲੇਟ ਜਨਰਲ ਹੈਗੇ ਆ, ਉਹਨਾਂ ਰਾਹੀਂ ਉਹਨਾਂ ਸਰਕਾਰਾਂ ਤੋਂ ਜਿਹੜੇ ਆਪਣੇ ਸਿਟੀਜ਼ਨਸ ਦੇ ਜਿਹੜੇ ਹੈਗੇ ਆ ਇਸ਼ੂਜ਼ ਆ ਉਹ ਰਿਜ਼ੋਲਵ ਕਰਾਉਣੇ। ਤੇ ਜਿੱਦਾਂ ਵੀ ਫਰਜ਼ ਕਰੋ ਕਿਸੇ ਦਾ ਮੈਰਿਜ ਸਰਟੀਫਿਕੇਟ ਉੱਥੇ ਭਾਰਤ 'ਚ ਚਾਹੀਦਾ ਹੁੰਦਾ ਸੀ ਤਾਂ ਆਪਾਂ ਉੱਥੇ ਕੀ ਕਰਦੇ ਹਾਂ ਜੀ, ਚਲੋ ਜੀ MLA MP ਕੋ ਚਲੋ, ਉਹ ਆਪਾਂ ਨੂੰ ਸਰਟੀਫਿਕੇਟ ਬਣਵਾ ਕੇ ਦਊਗਾ। ਜਦ ਕਿ ਇੱਥੇ ਜਿਹੜੇ ਕੰਮ ਹੁੰਦੇ ਸੀ ਇਸ ਤਰ੍ਹਾਂ ਹੁੰਦਾ ਸੀ, ਜਿਹੜੇ MP MLA ਜਾਂ ਸਾਡੇ ਮਿਨਿਸਟਰ ਆ ਉਹ ਜਿਹੜੇ ਆ ਕਾਨੂੰਨ ਜਿਹੜੇ ਆ ਜੇ ਕੋਈ ਉਹਨਾਂ 'ਚ ਸੋਧਾਂ ਹੁੰਦੀਆਂ ਸੀ ਉਹ ਕਾਨੂੰਨ ਦੇ ਵਿੱਚ ਸੋਧਾਂ ਕਰਦੇ ਸੀ, ਜਾਂ ਜਿਹੜਾ ਕੰਸਰਨਡ ਆਫਿਸ ਹੈਗਾ ਆ ਉਹਨਾਂ ਨੂੰ ਉਹ ਦੂਜਾ ਕਿੰਨਾ ਕੀ ਉਹਨੂੰ ਕਹਿੰਦੇ ਆ ਈਅਰ ਮਾਰਕ ਕਰ ਦਿੰਦੇ ਸੀ ਵੀ ਆਹ ਭਾਈ ਆਹ ਗੱਲ ਆ ਕਾਹਤੇ ਨਹੀਂ ਹੋ ਰਹੀ, ਇਹ ਕਰੋ। ਜਦ ਕਿ ਇਹਨੂੰ ਇਸ ਗੱਲ ਨੂੰ ਛੱਡ ਕੇ ਜਿਹੜੇ ਕੰਸਰਨਡ ਆਫਿਸਰਸ ਆ ਉਹਨਾਂ ਨੂੰ ਕੰਮ ਕਰਨ ਲਈ ਕਹਿਣ ਦੀ ਬਜਾਏ ਜਿਹੜਾ ਇੱਕ ਆਮ ਵਲੰਟੀਅਰ ਹੈਗਾ, ਮੇਰੇ ਵਰਗਾ ਬੰਦਾ ਬੈਠਾ ਆ, ਬੈਠ ਕੇ ਕਿਸੇ ਦੀ ਜਿਹੜੀ ਹੈਲਪ ਕਰ ਸਕਦਾ ਆ, ਕਿਸੇ ਦੀਆਂ ਸੀਟਾਂ ਬੁੱਕ ਕਰਾ ਸਕਦਾ ਆ, ਉਹ ਸਾਡੇ ਜਿਹੜੇ ਮਿਨਿਸਟਰਾਂ ਨੇ ਕੰਮ ਸ਼ੁਰੂ ਕਰ ਲਿਆ। ਸੋ ਜਿੱਦਾਂ ਕਿਤੇ ਨਾ ਕਿਤੇ ਇੰਨੀ ਜਿਹੜੇ ਕੰਸਰਨਡ ਆਫਿਸਰਸ ਹੈਗੇ ਆ ਉਹਨਾਂ ਦਾ ਕੰਮ ਹੋ ਕੇ ਤੇ ਉਹ ਆਪਣੇ ਖੇਮੇ ਵਿੱਚ ਲਿਜਾ ਕੇ ਕਰਨਾ ਚਾਹੁੰਦੇ ਆ, ਇਹ ਇਸ ਤਰ੍ਹਾਂ ਚਾਹੁੰਦੇ ਆ ਵੀ ਸਾਨੂੰ ਗਾਹਾਂ ਤੋਂ ਇਹੋ ਜਿਹੀ ਆਦਤ ਪਵੇ, ਜਦੋਂ ਵੀ ਕਿਤੇ ਮੈਂ ਘਰ ਬਣਾਉਣਾ, ਘਰ ਦਾ ਜੇ ਮੈਂ ਪਰਮਿਟ ਲੈਣਾ ਤਾਂ ਫਿਰ ਮੈਂ ਮਿਨਿਸਟਰ ਸਾਹਿਬ ਨੂੰ ਜਾ ਕੇ ਕਹਾਂ ਵੀ ਆਹ ਮੈਨੂੰ ਸਿਟੀ ਹਾਲ ਤੋਂ ਜਾ ਕੇ ਆਹ ਪਰਮਿਟ ਲੈ ਕੇ ਦਿਓ। ਜਿਹੜੀ ਇਹੋ ਗਲਤ ਜਿਹੜੀ ਰਾਜਨੀਤੀ ਚੱਲ ਰਹੀ ਹੈਗੀ ਆ, ਇਹ ਸਿਰਫ ਤੇ ਸਿਰਫ ਸਾਡੇ ਉੱਥੇ ਜਿਹੜੇ ਆ ਭਾਰਤ ਵਿੱਚ ਬੈਠੇ ਆ ਉਹਨਾਂ ਨਾਲ ਹੀ ਇਸ ਤਰ੍ਹਾਂ ਕਾਹਤੇ ਹੋ ਰਹੀ ਆ, ਬਾਕੀਆਂ ਨਾਲ ਜਿਹੜਾ ਆ ਉਹ ਪ੍ਰੋਪਰ ਚੈਨਲ ਥਰੂ ਜਿਹੜੀ ਆ ਸਾਰੀ ਦੁਨੀਆ ਆਈ ਹੈਗੀ ਆ, ਇਹ ਇਸ ਤਰ੍ਹਾਂ ਕਾਹਤੇ ਹੋ ਰਿਹਾ ਆ, ਜਿਹੜਾ ਇਸ ਗੱਲ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ। ਤੇ ਦੂਸਰੀ ਗੱਲ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਆ, ਸਾਡੇ ਇਮੀਗ੍ਰੇਸ਼ਨ ਮਿਨਿਸਟਰ ਬਿਆਨ ਦੇ ਰਿਹਾ ਇਹਨਾਂ ਟਾਈਮਾਂ ਦੇ ਵਿੱਚ ਵੀ ਸਾਨੂੰ ਹੋਰ ਇਮੀਗ੍ਰੇਸ਼ਨ ਵਧਾਉਣੀ ਪੈਣੀ ਆ, ਜਿਹੜੀ ਆ ਸਾਡੇ ਜਿਹੜੇ ਜਿਸ ਹਿਸਾਬ ਨਾਲ ਹਾਲਾਤ ਆ ਵੀ ਸਾਨੂੰ ਹੋਰ ਲੋਕਾਂ ਦੀ ਲੋੜ ਪੈਣੀ ਆ ਇੱਥੇ ਆਉਣ। ਤੇ ਜਿਹੜੇ ਇਸ ਦੇਸ਼ ਦੇ ਵਿੱਚ ਕੰਟਰੀਬਿਊਟ ਕਰ ਰਿਹਾ ਸੀ, ਜਿਨ੍ਹਾਂ ਦੀਆਂ ਇੱਥੇ ਪ੍ਰਾਪਰਟੀਆਂ, ਜਿਨ੍ਹਾਂ ਦੇ ਘਰ ਇੱਥੇ ਆ, ਜਿਨ੍ਹਾਂ ਦੀਆਂ ਫੈਮਲੀਆਂ ਇੱਥੇ, ਬਾਲ ਬੱਚੇ ਇੱਥੇ ਆ, ਸਾਰੇ ਸਭ ਕੁਛ ਜਿਨ੍ਹਾਂ ਦਾ ਸੈਟਅਪ ਇੱਥੇ ਆ, ਉਹ ਸਿਰਫ ਤੇ ਸਿਰਫ ਆਪਣੇ ਮਦਰਲੈਂਡ ਜਿਹੜਾ ਕੰਟਰੀ ਆ ਉੱਥੇ ਗਏ ਆ, ਆਪਣੀ ਜਨਮ ਭੂਮੀ ਤੇ ਜਾ ਕੇ ਉੱਥੇ 4 ਦਿਨ ਛੁੱਟੀਆਂ ਕੱਟ ਕੇ ਜਿੱਦਾਂ ਆਮ ਲੋਕ ਜਾਂਦੇ ਆ ਉਹ ਕਰਨ ਗਏ ਆ, ਤਾਂ ਉਹਨਾਂ ਨੂੰ ਉੱਥੇ ਸਜ਼ਾ ਦੇ ਦਿੱਤੀ ਗਈ ਵੀ ਭਾਈ ਤੁਸੀਂ ਬਾਹਰ ਨਿਕਲੇ ਤਾਂ ਨਿਕਲੇ ਕਾਹਤੇ, ਹੁਣ ਤੁਹਾਨੂੰ ਅਸੀਂ ਲਿਆਉਣਾ ਨਹੀਂ। ਲਿਆਓ ਉਹਨਾਂ ਨੂੰ ਪ੍ਰੋਪਰਲੀ ਲਿਆ ਕੇ, ਜਿੱਦਾਂ ਬਾਕੀਆਂ ਨੂੰ ਕੁਆਰੰਟਾਈਨ ਕੀਤਾ ਉਸੇ ਤਰ੍ਹਾਂ ਕੁਆਰੰਟਾਈਨ ਕਰਕੇ ਉਹਨਾਂ ਨੂੰ ਜਿਹੜੇ ਆਮ ਸਿਟੀਜ਼ਨਸ ਵਿੱਚ ਸ਼ਾਮਲ ਕਰੋ। ਇੱਕ ਪਾਸੇ ਤਾਂ ਉਹ ਜਿਹੜੇ PR ਹੈਗੇ ਆ ਉਹਨਾਂ ਨੂੰ ਇੱਥੇ ਆਉਣ ਲਈ ਬੰਦ ਕੀਤਾ ਜਾ ਰਿਹਾ, ਦੂਜੇ ਪਾਸੇ ਟੈਂਪਰੇਰੀ ਜਿਹੜੇ ਵਰਕਰ ਹੈਗੇ ਆ ਉਹਨਾਂ ਨੂੰ ਇੱਥੇ ਲਿਆਂਦਾ ਜਾ ਰਿਹਾ। ਹੋ ਕੀ ਰਿਹਾ ਇਹੋ, ਜੇ ਅਸੀਂ ਨਹੀਂ ਜਾਗਦੇ, ਜੇ ਅਸੀਂ ਸਾਨੂੰ ਜਿਹੜਾ ਉਹ ਪਿੱਛੇ ਵਾਲੀ ਰਾਜਨੀਤੀ ਵਾਲੀ ਆਦਤ ਅਸੀਂ ਨਹੀਂ ਛੱਡਦੇ, ਇਹਨਾਂ ਸਾਡੇ ਮਿਨਿਸਟਰ ਤੇ ਜਿਹੜੇ MP MLA ਹੈਗੇ ਆ, ਜੇ ਇਹਨਾਂ ਨੂੰ ਅਸੀਂ ਨਹੀਂ ਇਹ ਗੱਲਾਂ ਪੁੱਛਦੇ ਭਾਈ ਕੱਲ ਨੂੰ ਇਹ ਸਾਡੇ ਹਾਲ ਇਹੋ ਹੀ ਹੋ ਜਾਣੇ ਆ। ਇਹਨਾਂ ਦੇ ਮੋਰੇ ਪਿੱਛੇ ਠੂਠਾ ਲੈ ਕੇ ਫਿਰਿਆ ਕਰਾਂਗੇ। ਇਹ ਜੇ ਚਾਹੁੰਗੇ ਤਾਂ ਸਾਡਾ ਕੰਮ ਹੋਇਆ ਕਰੂ, ਨਹੀਂ ਤਾਂ ਕੰਮ ਸਾਡਾ ਹੋਇਆ ਨਹੀਂ ਕਰਨਾ। ਜਿਹੜੀ ਪਿੱਤ ਪੈ ਰਹੀ ਆ ਜੇ ਅੱਜ ਨਾ ਜਾਗੇ ਤਾਂ ਕੱਲ ਨੂੰ ਅਸੀਂ ਪਛਤਾਵਾਂਗੇ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਗੁਰਫਤਿਹ ਜੀ। ਜੀ ਲਾਈਨ ਨੰਬਰ 5। ਹੈਲੋ ਜੀ, ਹਰਜੀਤ ਸਿੰਘ ਗਿੱਲ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਦੇਖੋ ਜੀ, ਆ ਦੋਹੇ ਸਿੰਘ ਬਹੁਤ ਵਧੀਆ ਗੱਲਾਂ ਕਰਕੇ ਗਏ ਆ ਤੇ ਬਹੁਤ ਸੋਹਣੇ ਵਿਚਾਰ ਸੀ ਇਹਨਾਂ ਦੇ, ਬਹੁਤ ਵਧੀਆ ਗੱਲਾਂ ਕੀਤੀਆਂ। ਹੁਣ ਮੈਂ ਤੁਹਾਨੂੰ ਦੱਸਦਾ ਵਿਚਾਰ ਆਪਦੇ ਬਈ ਸਿਟੀਜ਼ਨ ਤਕਰੀਬਨ ਸਾਰੇ ਹੀ ਆ ਗਏ। ਜਗਰਾਉਂ ਰਾਏਕੋਟ ਏਰੀਏ 'ਚ ਤਾਂ ਕੋਈ ਰਿਹਾ ਹੀ ਨਹੀਂ ਸਿਟੀਜ਼ਨ, ਤੇ ਦੂਜੇ ਸਾਰੇ ਉੱਥੇ ਆ। ਉਹਦੇ 'ਚ ਬਜ਼ੁਰਗ ਵੀ ਆ, ਦਰਮਿਆਨੇ ਬੰਦੇ ਵੀ ਆ, ਸਾਰੇ ਤਰ੍ਹਾਂ ਦੇ ਆ। ਹੁਣ ਗਿੱਲ ਸਾਹਿਬ ਜਦੋਂ ਯਾਰ ਹਰੇਕ ਚੀਜ਼ ਤੇ ਟੈਕਸ ਦਿੰਦਾ, ਸਾਰਾ ਕੁਛ ਕਰਦਾ, ਉਹਨੂੰ ਸਹੂਲਤਾਂ ਵੀ ਠੀਕ ਆ, GST ਹੋਰ ਸਾਰੇ ਲਾ ਲਓ ਬਈ, ਜਿਵੇਂ ਉਹਨੂੰ ਪੈਨਸ਼ਨ ਵੀ ਲੱਗੀ ਆ, ਬੈਨੀਫਿਟ ਵੀ ਦਿੰਦੇ ਆ। ਇਹ ਚੀਜ਼ ਨਹੀਂ ਇਹਨਾਂ ਨੂੰ ਕਰਨੀ ਚਾਹੀਦੀ ਸੀ। ਹੁਣ ਇਹ ਸਾਰੇ ਲਿਆਉਂਦੇ ਇੱਕ ਤੋਂ ਵੱਧ, ਚਾਹੇ ਕੋਈ ਸਿਟੀਜ਼ਨ ਸੀਗਾ, ਚਾਹੇ ਕੋਈ ਇਮੀਗ੍ਰੇਸ਼ਨ ਸੀ। ਇਹ ਜਿਹੜਾ ਇਹਨਾਂ ਨੇ ਆਹ ਕੰਮ ਕੀਤਾ ਕਿ ਨਾ, ਇਹ ਜਿਹੜੇ ਉਹ ਲਿਆਂਦੇ ਉਹ ਵੀ ਨੇ ਖਾਲੀ ਇਹਨਾਂ ਦਾ, ਜਿੰਨਾ ਚਿਰ ਉਹ ਵਿਚਾਰੇ ਉੱਥੇ ਬੈਠੇ ਆ। ਹੁਣ ਕਈ ਬੰਦੇ ਇਹੋ ਜਿਹੇ ਬੈਠੇ ਆ, ਕਈ ਤਾਂ ਆ ਗਏ ਬੱਚਿਆਂ ਦੇ ਨਾਲ, ਬਜ਼ੁਰਗ ਕਈ ਇਕੱਲੇ ਹੀ ਗਏ ਆ, ਉਹ ਹੁਣ ਹਜੇ ਆ ਨਹੀਂ ਸਕਦੇ। ਜਾਣੀ ਕੱਲ ਹਾਲੇ ਦਾ ਕਰਨਾ ਚਾਹੀਦਾ। ਮਿਹਰਬਾਨੀ, ਸਤਿ ਸ੍ਰੀ ਅਕਾਲ ਜੀ। ਵਪਾਰਕ ਸੰਦੇਸ਼ ਹਰਦੀਪ ਸਿੰਘ ਜੀ, ਮਨਪ੍ਰੀਤ ਸਿੰਘ ਜੀ ਤੁਹਾਡੇ ਨਾਲ ਗੱਲ ਕਰ। ਹਰਦੀਪ ਸਿੰਘ ਜੀ ਲਾਈਨ ਨੰਬਰ। ਹੈਲੋ, ਸਤਿ ਸ੍ਰੀ ਅਕਾਲ। ਹਰਜੀਤ ਸਿੰਘ ਜੀ ਗਿੱਲ, ਮੈਂ ਕੈਲਗਰੀ ਤੋਂ ਗੱਲ ਕਰ ਰਿਹਾ ਜੀ। ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ। ਮੈਂ ਐਕਚੁਅਲੀ ਤੁਹਾਡਾ ਪ੍ਰੋਗਰਾਮ ਸੁਣ ਰਿਹਾ ਸੀ ਤੇ ਮੈਂ
ਗੱਲਬਾਤ ਇੰਨੀ ਕੀ ਕਰਨੀ ਆ ਛੋਟੀ ਰੱਖ ਕੇ ਵੀ ਮੇਰੀ ਵਾਈਫ ਤੇ 2 ਬੱਚੇ 5 ਤੇ 9 ਸਾਲ ਦੇ ਉਹ ਇੰਡੀਆ ਸਟਕ ਹੋ ਗਏ ਸੀ ਤੇ ਉਹਨਾਂ ਦੇ ਜਿੰਨਾ ਕੁ ਵੀ ਆਪਣੀ ਸੋਚ ਮੁਤਾਬਕ ਪੇਪਰ ਵਰਕ ਜੋ ਫਿਲ ਆਊਟ ਕਰਨਾ ਸੀ ਕੀਤਾ, ਪਰ ਕਈ ਚੀਜ਼ਾਂ 'ਚ ਥੋੜਾ ਜਿਹੀ ਕਮੀ ਰਹਿ ਗਈ। ਕੋਈ ਉਹਨਾਂ ਦਾ ਸਰਵੇ ਸੀਗਾ ਉਹ ਨਹੀਂ ਫਿਲ ਹੋਇਆ ਤੇ ਉਹ ਜਿਹੜੀਆਂ ਐਮਰਜੈਂਸੀ ਫਲਾਈਟਸ ਆਉਣੀਆਂ ਸੀ ਉਹਦੇ ਵਿੱਚ ਕੰਟੈਕਟ ਹੋ ਨਹੀਂ ਰਿਹਾ ਸੀ। ਈਮੇਲਾਂ ਕੀਤੀਆਂ ਸਾਰੇ ਪਾਸੇ, ਹਾਈ ਕਮਿਸ਼ਨ ਇੰਡੀਆ, ਕੈਨੇਡਾ, ਜਿੱਥੇ ਤੱਕ ਵੀ ਆਪਣੇ ਜ਼ੋਰ ਲਾ ਸਕਦਾ ਸੀ ਲਾਇਆ, ਪਰ ਕੋਈ ਕਿਸੇ ਪਾਸਿਓਂ ਕਿਸੇ ਨੇ ਹੱਥ ਪੱਲਾ ਨਹੀਂ ਫੜਾਇਆ ਜੀ। ਤੇ ਫਾਈਨਲੀ ਫਿਰ ਕੈਨੇਡੀਅਨ ਬ੍ਰਿੰਗ ਬੈਕ ਹੋਮ ਜਿਹੜੇ ਪੰਜਾਬ ਤੋਂ ਆ, ਜੀਨਾ ਭੈਣ ਜੀ ਹੋਣੀ, ਲਵ ਕੌਰ ਤੇ ਨਿਊਟਨ ਸਿੱਧੂ ਹੋਣੀ ਜਿਹੜੇ ਇੰਡੀਆ ਤੋਂ ਪੰਜਾਬ ਤੋਂ, ਇਹ ਗਰੁੱਪ ਨਾਲ ਕੰਟੈਕਟ ਹੋਇਆ ਤੇ ਕਾਫੀ ਹੈਲਪ ਹੋਈ। ਰੀਜ਼ਨ ਮੇਰਾ ਕਾਲ ਕਰਨ ਦਾ ਸੀਗਾ ਵੀ ਮੈਂ ਜਿੱਦਣ KLM ਦੀ ਟਿਕਟ ਬੁੱਕ ਕਰ ਰਿਹਾ ਸੀ ਨਾ ਆਪਣੇ ਗਿੱਲ ਸਾਹਿਬ, ਤੇ ਤੁਸੀਂ ਮੰਨਣਾ ਨਹੀਂ ਮੈਨੂੰ 10 PM ਤੋਂ ਲੈ ਕੇ 12-1 ਵੱਜ ਗਿਆ ਸੀ ਕਿਉਂਕਿ ਮੇਰੀ ਪੇਮੈਂਟ ਥਰੂ ਨਹੀਂ ਹੋ ਰਹੀ ਸੀ। ਅੱਛਾ ਜੀ। ਟਿਕਟ ਮੇਰੀ ਬੁੱਕ ਹੋ ਗਈ ਸੀ ਤੇ ਪੇਮੈਂਟ ਮੇਰੀ ਥਰੂ ਹੋ ਨਹੀਂ ਰਹੀ ਸੀ ਤੇ ਮੈਂ ਉਹ ਜਦੋਂ ਕਿਉਂਕਿ ਫਿਰ ਤੁਸੀਂ ਉਹ ਟਿਕਟਾਂ ਬੁੱਕ ਹੋ ਜਾਂਦੀਆਂ ਫਿਰ ਤੁਹਾਡੀ ਵਾਰੀ ਨਹੀਂ ਆਉਂਦੀ, ਰਾਈਟ? ਤੇ 11:30-12 ਵਜੇ ਮੈਨੂੰ ਜੀਨਾ ਭੈਣ ਜੀ ਦਾ ਮੈਸੇਜ ਆਇਆ ਵੀ ਤੇਰੀ ਹਰਦੀਪ ਟਿਕਟ ਬੁੱਕ ਹੋ ਗਈ। ਮੈਂ ਕਿਹਾ ਭੈਣ ਜੀ ਵੀ ਮੇਰੀ ਟਿਕਟ ਬੁੱਕ ਨਹੀਂ ਹੋ ਰਹੀ, ਮੇਰੇ ਕੋਲੇ ਕੋਈ ਕ੍ਰੈਡਿਟ ਕਾਰਡ ਦੀ ਮੈਨੂੰ ਪ੍ਰੋਬਲਮ ਆ ਰਹੀ ਆ ਵੀ ਮੇਰੀ ਪੇਮੈਂਟ ਥਰੂ ਹੋ ਨਹੀਂ ਰਹੀ ਹੈ। ਉਦੋਂ ਬਾਅਦ ਉਹਨੇ ਇੰਡੀਆ ਜਿਹੜੀ ਉਹ ਲੇਡੀ ਉਹਨੇ ਭੈਣ ਜੀ ਨੇ ਜ਼ਿਕਰ ਵੀ ਕੀਤਾ ਸ਼ਿਵਾਨੀ ਦੁੱਗਲ ਦਾ, ਉਹਨਾਂ ਨਾਲ ਕੰਟੈਕਟ ਕਰਕੇ ਉਹਨਾਂ ਦੀ ਮੈਨੂੰ ਈਮੇਲ ਆਈ। ਮਤਲਬ 2 ਤੋਂ 3 ਵਜੇ ਰਾਤ ਹੋ ਗਈ ਸੀ ਇੱਥੇ ਆਪਣੀ, ਤੇ ਸਾਡੇ ਈਵਨ ਸਾਰੇ ਟੱਬਰ ਦੇ ਬੰਦੇ ਵੀ ਸੌਂ ਗਏ ਸੀ। ਮੈਨੂੰ ਉਸਲੇ ਇਹ ਮਤਲਬ ਭੈਣ ਜੀ ਹੁਣ ਦਾ ਮੈਸੇਜ ਆਇਆ ਤੇ ਮੈਂ ਸ਼ੌਕ ਹੋ ਗਿਆ। ਮੈਂ ਕਿਹਾ ਵੀ ਬੰਦਾ ਕੋਈ ਇੰਨਾ ਹਾਰਡ ਵਰਕ ਵੀ ਕਰ ਸਕਦਾ, ਇੰਨਾ ਜ਼ਿਆਦਾ। ਇਹ ਮੈਂ ਤਾਂ ਇਹ ਤੁਹਾਨੂੰ ਕਾਲ ਕਰਨ ਦਾ ਮੇਰਾ ਇਹ ਰੀਜ਼ਨ ਸੀ। ਬਹੁਤ ਬੰਦੇ ਨੈਗੇਟਿਵ ਕਿਸੇ ਬਾਰੇ ਕਹੀ ਜਾਂਦੇ, ਕੋਈ ਪੋਜ਼ਿਟਿਵ। ਮੇਰਾ ਤਾਂ ਇਹ ਜਿਹੜਾ ਤਾਂ ਕੋਈ ਕਿਸੇ ਦੀ ਹੈਲਪ ਕਰਦਾ ਉਹ ਰੀਅਲੀ ਉਹਦਾ ਐਪਰੀਸ਼ੀਏਟ ਕਰਨਾ ਚਾਹੀਦਾ। ਕੋਈ ਤੁਸੀਂ ਕਿਸੇ ਦੀ ਗਿੱਲ ਸਾਹਿਬ ਹੈਲਪ ਕਰਦੇ ਹੋ, ਤੁਸੀਂ ਕਈ ਚੀਜ਼ਾਂ ਨਹੀਂ ਵੀ ਕਰ ਪਾਉਂਦੇ, ਜ਼ਰੂਰੀ ਨਹੀਂ ਤੁਸੀਂ ਜਿਹੜੀ ਚੀਜ਼ ਕਹਿੰਦੇ ਤੁਸੀਂ ਕਰ ਹੀ ਪਾਓਗੇ ਹੋ ਨਾ। ਜੀ ਜੀ। ਦੂਜਾ KLM ਦੀ ਜਿਹੜੀ ਭੈਣ ਜੀ ਉਹਨਾਂ ਨੇ ਗੱਲ ਕੀਤੀ ਸੀ, KLM 'ਚ ਮੇਰੇ ਬ੍ਰਦਰ ਇਨ ਲਾ ਤੇ ਉਹਨਾਂ ਦੀ ਫੈਮਿਲੀ 19 ਤਰੀਕ ਨੂੰ ਆਈ ਹੈ ਕੈਲਗਰੀ। ਉਹ ਬਿਲਕੁਲ ਉਹਨਾਂ ਦੀ KLM ਦੀਆਂ ਟਿਕਟਾਂ ਬੁੱਕ ਸੀਗੀਆਂ ਤੇ KLM ਨੇ ਉਹਨਾਂ ਨੂੰ ਟੋਰਾਂਟੋ ਤੱਕ ਸੇਮ ਫੇਅਰ ਦੇ ਵਿੱਚ ਲੈ ਕੇ ਆਂਦਾ ਆ। KLM ਨੇ ਉਹਨਾਂ ਨੇ ਟੋਰਾਂਟੋ ਤੋਂ ਕੈਲਗਰੀ ਦੀਆਂ ਆਪਣੀਆਂ ਜਿਹੜੀਆਂ ਐਕਸਟਰਾ ਜਿਹੜੀਆਂ ਨਾ ਟਿਕਟਸ ਬੁੱਕ ਕਰਾਈਆਂ ਤੇ ਜਿਹੜੀਆਂ ਐਮਰਜੈਂਸੀ ਫਲਾਈਟਸ ਜਿਹੜੀ ਅੰਮ੍ਰਿਤਸਰ ਤੋਂ ਚੱਲ ਰਹੀ ਸੀ, ਜਿਹੜੀ ਆਪਣੇ ਟੋਰਾਂਟੋ ਜਾਂ ਵੈਨਕੂਵਰ ਆਉਂਦੀ ਸੀ, ਜਿਹਦੀ ਹੁਣ ਟਿਕਟ $3300 ਰੱਖੀ ਹੋਈ ਸੀ, ਹੈ ਨਾ, ਉਹ ਅਫੋਰਡ ਕਰਨੀ ਕਾਫੀ ਬੰਦੇ ਲਈ ਹਾਰਡ ਹੈ। ਈਵਨ ਮੈਂ ਆਪਣੇ ਲਈ, ਵਾਈਫ ਨੇ ਮੈਨੂੰ ਇੰਡੀਆ ਤੋਂ ਕਿਹਾ, ਕਹਿੰਦੀ ਵੀ ਤੁਸੀਂ ਇੰਨੇ ਪੈਸੇ ਨਾ ਲਓ, ਹਜੇ ਵੇਟ ਕਰ ਲਓ। ਤੇ ਕੋਈ ਗੱਲ ਨਹੀਂ, ਆਪਾਂ ਵੇਟ ਕਰ ਲੈਂਦੇ ਹਾਂ ਨਾ। ਕਹਿਣ ਦਾ ਮਤਲਬ ਵੀ ਗਿੱਲ ਸਾਹਿਬ ਕੋਈ ਸਮਝ ਨਹੀਂ ਆ ਰਹੀ ਵੀ ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਗਵਰਨਮੈਂਟ ਦਾ ਕੋਈ ਅਫੀਸ਼ੀਅਲ ਨਹੀਂ। ਆਪਾਂ ਹੁਣ ਇੰਨੇ ਵੈਲ ਐਡਵਾਂਸ ਕੰਟਰੀ 'ਚ ਕੋਈ ਬੰਦਾ ਕਿਉਂ ਨਹੀਂ ਮੀਡੀਆ ਤੇ ਆ ਕੇ ਗਵਰਨਮੈਂਟ ਅਫੀਸ਼ੀਅਲ ਕਰਦਾ ਵੀ ਆਹ ਕੰਮ ਆਪਾਂ ਕਰਨਾ, ਜਾਂ ਸਾਡੇ ਬੰਦੇ ਉੱਥੇ ਸਟਕ ਆ ਆਪਾਂ ਲੈ ਕੇ ਆਉਣੇ ਆ। ਆਪਾਂ ਇੰਡੀਆ ਨੂੰ ਮਾੜਾ ਕਹੀ ਜਾਂਦੇ ਆ, ਉਹਨੇ ਆਪਣੇ ਬੰਦੇ ਲੈ ਕੇ ਜਾ ਰਹੇ, ਡਜ਼ਨ ਮੈਟਰ ਜਿੱਦਾਂ ਮਰਜ਼ੀ ਉਹ ਲੈ ਕੇ ਤਾਂ ਜਾ ਰਹੇ ਹਨ। ਬਿਲਕੁਲ। ਤੇ ਆਪਾਂ ਇੰਨੀ ਐਡਵਾਂਸ ਕੰਟਰੀ 'ਚ ਬਹਿ ਕੇ ਵੀ ਆਪਾਂ ਇਹਨਾਂ ਦੇ, ਇਹਦਾ ਮਤਲਬ ਵੀ ਮੈਂ ਮੇਰੀਆਂ ਈਮੇਲਾਂ ਜਿਹੜੀਆਂ ਗਵਰਨਮੈਂਟ ਨੂੰ, ਹਾਈਲੀ ਅਫੀਸ਼ੀਅਲ ਬੰਦੇ ਨੂੰ, ਉਹਦਾ ਕੋਈ ਵੈਲਿਊ ਨਹੀਂ ਨਿਕਲੀ। ਜਿਹੜੀ ਮੈਂ ਗੱਲ ਬ੍ਰਿੰਗ ਬੈਕ ਕੈਨੇਡੀਅਨ ਹੋਮ ਭੈਣ ਜੀ ਹੁਣਾਂ ਨਾਲ ਕੀਤੀ, ਉਹਦਾ ਮੈਨੂੰ ਬੈਨੀਫਿਟ ਹੋਇਆ। ਇਹਦਾ ਮਤਲਬ ਤਾਂ ਇਹ ਹੋ ਗਿਆ ਵੀ ਇਹ ਬੰਦੇ ਹਾਈਲੀ ਪੇਡ ਆ, 4-3 ਲੱਖ ਦੀ ਇਹਦੀ ਸਾਲ ਦੀ ਸੈਲਰੀ ਆ, ਤੇ ਇਹ ਸਾਡੇ ਲਈ ਕੁਝ ਵੀ ਨਹੀਂ ਕਰ ਰਹੇ। ਬਿਲਕੁਲ ਬਸ ਮੈਂ ਤਾਂ ਇਹੀ ਗੱਲ ਤੁਹਾਨੂੰ, ਜੇ ਕੋਈ ਹਾਂਜੀ ਮੇਰਾ ਤਾਂ ਇੰਨਾ ਸੀ, ਮੈਂ ਓਨੈਸਟਲੀ ਆਪਣੇ ਦਿਲੋਂ ਮੈਨੂੰ ਸੀਗਾ ਵੀ ਮੈਂ ਆਪਣਾ ਥੋੜਾ ਜਿਹਾ, ਮੈਂ ਤਾਂ ਕਿਉਂਕਿ ਗਿੱਲ ਸਾਹਿਬ ਜਦੋਂ ਤੁਹਾਡੀ ਫੈਮਿਲੀ ਉੱਥੇ ਸਟਕ ਹੈ, ਤੁਸੀਂ ਇੱਥੇ ਆ, ਤੁਹਾਨੂੰ ਪਤਾ 2 ਮਹੀਨੇ ਮੈਨੂੰ ਹੋ ਗਿਆ ਮੈਂ ਕਿੱਦਾਂ ਰੋਜ਼ ਕੁਛ ਨਾ ਕੁਛ ਟਰਾਈ ਕਰ ਰਿਹਾ ਨਾ। ਬਿਲਕੁਲ, ਬਹੁਤ ਰੀਅਲੀ ਟਫ ਟਾਈਮ ਸੀਗਾ ਮੇਰੇ ਲਈ। ਥੈਂਕ ਯੂ ਵੀਰ ਜੀ। ਮੈਂ ਇੰਨੀ ਗੱਲ ਕਰ ਰਹੀ ਸੀ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੀਰ ਜੀ। ਸਾਹਿਬ ਮਨਪ੍ਰੀਤ, ਆਖਰੀ ਲਾਈਨ ਨੰਬਰ 3। ਹਾਂਜੀ ਗਿੱਲ ਸਾਹਿਬ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੱਚਾਈ ਹੈ ਨਾ, ਜਿਹੜੀ ਸੱਚਾਈ ਹੁੰਦੀ ਹੈ ਨਾ, ਇਹ ਹੌਲੀ 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 ਸਰੋਤਿਆਂ ਦੇ ਸਾਹਮਣੇ ਆ ਹੀ ਜਾਂਦੀ ਹੈ। ਹੁਣ ਜਦੋਂ ਹੋਸਟ ਦੀ ਤਿਆਰੀ ਘੱਟ ਹੋਵੇ ਨਾ, ਉਹ ਕਾਲਰਾਂ ਨੂੰ ਆਪਸ ਵਿੱਚ ਹੀ ਲੜਾ ਦਿੰਦੇ ਨੇ। ਉਹ ਮੰਨ ਵੀ ਜਾਂਦੇ ਨੇ ਕਿ ਅਸੀਂ ਆਹ ਕੁਛ ਕਰਦੇ ਹਾਂ। ਜਿਹੜੇ ਹੋਸਟ ਨੇ ਤਿਆਰੀ ਕਰਕੇ ਆਈ ਹੁੰਦੀ ਹੈ ਨਾ, ਉਹਨੂੰ ਪਤਾ ਹੁੰਦਾ ਕਿ ਟਾਕ ਸ਼ੋ ਕਿਹਨੂੰ ਕਹਿੰਦੇ ਨੇ। ਗਿੱਲ ਸਾਹਿਬ, ਮੈਂ ਕਈ ਦਿਨ ਪਹਿਲਾਂ ਦੱਸਦਾ ਸੀਗਾ, MP ਹੋ ਕੇ ਜਾਂ MLA ਹੋ ਕੇ ਉਹ ਬੰਦਾ ਕਹੇ ਕਿ ਮੈਂ
ਜਿਹੜੇ ਆਹ ਸੋਸ਼ਲ ਵਰਕਰ ਨੇ, ਮੈਂ ਇਹਨਾਂ ਨਾਲ ਰਲ ਕੇ ਕੰਮ ਕਰ ਰਿਹਾ। ਉਦੋਂ ਸਾਨੂੰ ਤਾਂ ਪਤਾ ਲੱਗ ਗਿਆ ਸੀਗਾ ਕਿ ਇਹ ਜਿਹੜੇ ਚੁਣੇ ਹੋਏ ਲੋਕ ਨੇ ਇਹ ਉਹਨਾਂ ਦੀਆਂ ਝੋਲੀਆਂ ਦੇ ਉੱਲੇ ਲੁਕਦੇ ਨੇ। ਇਹ ਕਰ ਕੋਈ ਨਹੀਂ ਸਕਿਆ। ਹੁਣ ਜੇ ਕੋਈ ਬੰਦਾ ਕਹਿੰਦਾ ਜੀ ਆ ਟੈਕਸੀ ਤੇ ਟਰੱਕਾਂ ਵਾਲੇ ਲਈ ਕੁਛ ਨਹੀਂ ਕੀਤਾ, ਏਦਾਂ ਖੰਗੂਰਾ ਮਾਰ ਕੇ 3-4 ਮਿੰਟ ਏਦਾਂ ਹੀ ਕੱਢਤੇ, ਪਤਾ ਕਿ ਮੈਂ ਇਹਨਾਂ ਦਾ ਕੁਛ ਨਹੀਂ ਕਰਨਾ। ਜੇ ਇਹ ਰੱਜ ਕੇ ਫਿਰ ਇਹਨਾਂ ਨੇ ਮੈਨੂੰ ਵੋਟ ਨਹੀਂ ਪਾਉਣੀ, ਇਹ ਏਦਾਂ ਹੀ ਰਹਿਣ, ਅਸੀਂ ਕਰਾਂਗੇ, ਕਰਨਾ ਕਰਾਉਣਾ ਕੁਛ ਨਹੀਂ। ਆਪਣੇ ਕੋਲ ਬਹੁਤ ਵਧੀਆ ਬੰਦੇ ਨੇ, ਪਤਾ ਨਹੀਂ ਕਿਉਂ ਤੁਹਾਨੂੰ ਪੋਲਿਟਿਕਸ ਨਾਲ ਜੋੜ ਦਿੰਦੇ ਨੇ। ਤੁਸੀਂ ਤਾਂ ਜਿਹਦੀ ਪਾਰਟੀ ਜਿਹੜਾ ਪ੍ਰਧਾਨ ਸੀ ਉਹਨੂੰ ਨਹੀਂ ਬਖਸ਼ਿਆ, ਉਹਨੂੰ ਵੀ ਸੱਚ ਦੇ ਸਾਹਮਣਾ ਕਰਨਾ ਪਿਆ, ਸੱਚ ਬੋਲਣਾ ਪਿਆ। ਪਤਾ ਨਹੀਂ ਕਿਉਂ ਲੋਕ ਜੋੜ ਦਿੰਦੇ ਨੇ। ਬਾਕੀ ਤੁਸੀਂ ਹੈਲਪ ਕਰਦੇ ਹੋ, ਬਹੁਤ ਵਧੀਆ ਜੀ, ਤੁਹਾਡਾ ਥੈਂਕ ਯੂ, ਬਹੁਤ ਵਧੀਆ ਜੀ। ਗਿੱਲ ਸਾਹਿਬ ਸਲੂਟ ਹੈ ਤੁਹਾਨੂੰ, ਬਹੁਤ ਬਹੁਤ ਧੰਨਵਾਦ ਜੀ, ਧੰਨਵਾਦ ਜੀ। ਉਹ ਕਿਸੇ ਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਆਪਾਂ ਇਹ ਸੋਚ ਕੇ ਕਦੇ ਨਹੀਂ ਕੁਛ ਕੀਤਾ। ਮੈਂ ਤਾਂ ਹਰ ਰੋਜ਼ ਇਹ ਪੰਗਾ ਲੈਣਾ। ਬੈਂਕਟ ਹਾਲ ਤੇ ਗੁਰਦੁਆਰਾ ਸਾਹਿਬ ਵਾਲਿਆਂ ਦੇ ਲੋਕਾਂ ਦੇ ਐਡਵਾਂਸ ਨਹੀਂ ਮਿਲ ਰਹੇ ਪੈਸੇ, ਇੱਥੇ ਸਾਰਿਆਂ ਨੂੰ ਪਤਾ, ਸਵੇਰ ਤੋਂ ਸਾਰਿਆਂ ਨੂੰ ਦੱਸਦੇ ਨੇ। ਕਰਵਾਓ ਤਾਂ ਸਹੀ ਕਿਸੇ ਨੂੰ, ਕੱਲ ਨੂੰ ਕੋਈ ਹੋਰ ਇੱਥੇ ਸਿੰਗੜੀ ਛਿੜ ਜੂ, ਕਰਾਇਓ ਗੱਲ ਵੀ ਕਰ ਸਕਦੇ। ਗੱਲ ਇਹ ਨਹੀਂ ਹੈ ਮੈਂ ਕਹਿੰਦਾ ਵੀ ਮੈਂ ਸਭ ਕੁਛ ਕਰਦਾ, ਮਤਲਬ ਜੇ ਮੈਨੂੰ ਕੋਈ ਗੱਲ ਦਾ ਪਤਾ ਲੱਗਦਾ ਮੈਂ ਉਹਦੇ ਉੱਪਰ ਪਹਿਰਾ ਦਿੰਦਾ। ਤੁਹਾਨੂੰ ਫਿਰ ਯਾਦ ਹੋਊ, ਇਹਨੂੰ ਮੈਂ ਹੁਣ ਸਮ ਅਪ ਕਰਾਂ, ਮੈਂ ਇਹ ਗੱਲ ਨਹੀਂ ਕਰਦਾ ਜਦੋਂ ਤੱਕ ਬਹੁਤ ਜ਼ਿਆਦਾ ਇਸ ਤੇ ਐਨਰਜੀ ਵੇਸਟ ਹੋਈ ਤੇ ਲੋਕਾਂ ਦੀਆਂ ਗੱਲਾਂ ਸੁਣਨੀਆਂ ਪਈਆਂ। ਤੇ ਇਹ ਆਪਾਂ ਗੱਲ ਇਸ ਤਰ੍ਹਾਂ ਤੋੜੀ ਸੀ ਕਿ ਲਿਸਟ ਬਣਾਉਣ ਲੱਗ ਗਏ। ਉਹ ਲਿਸਟ ਬਣਾਉਂਦਿਆਂ ਅੱਜ ਕੱਲ ਤੇ ਦੂਸਰੇ ਆਪਣਾ ਪੰਜਾਬੀ ਸੁਭਾਅ ਜਦ ਗੱਲ ਤੋੜ ਲਈ ਉਹ ਤੋਂ ਮੁੱਕਰ ਨਹੀਂ ਸਕਦੇ। ਨਿਊਟਨ ਸਿੱਧੂ ਨਹੀਂ ਉੱਥੋਂ ਫੋਨ ਕਰ ਲਿਆ ਕਰਨ, ਬਾਈ ਜੀ ਆਹ ਗੱਲ ਚੱਲ ਪਈ। ਹੁਣ ਕਰਦੇ ਤੁਸੀਂ ਉਹਦੇ ਵਿੱਚ ਆ ਗਏ। ਫਿਰ ਉਹ ਜਦ ਮੌਰਾਂ ਤੇ ਆ ਗਈ ਵੀ ਹੁਣ ਪੈਸਾ ਧੇਲਾ ਤਾਂ ਉੱਥੋਂ ਇੱਥੇ ਲਿਆਉਣਾ ਪੈਣਾ। ਫਿਰ ਉਹ ਜਗ੍ਹਾ ਨਾ ਲੱਭੀ, ਕੋਈ ਜਗ੍ਹਾ ਕਿੱਥੇ ਦੀ ਕੋਈ ਸਾਂਝੀ ਨਾ, ਆਪਣੇ ਨਾਂ ਵੀ ਕਰਾਉਣੋਂ ਡਰ ਲੱਗੇ, ਕਿਸੇ ਦੇ ਵੀ ਕਰਾਉਣੋਂ ਕਰੇ ਵੀ ਚਲੋ ਗੁਰਦੁਆਰਾ ਸਾਹਿਬ ਦੇ ਨਾਂ ਕਰਾ ਕੇ ਇੱਥੋਂ ਪੈਸਾ ਆਪਣੇ ਕੋਲ ਕੰਟਰੋਲ 'ਚ ਰਹੂ, ਸਾਂਝੀ ਸਾਡੀ ਜਗ੍ਹਾ। ਜਦੋਂ ਥੁੜਦੇ ਆ ਜਾਂ $2 ਲੱਖ ਪਾਉਣਾ ਪੈਂਦਾ, ਫੇਰ ਪਤਾ ਲੱਗਦਾ ਵੀ ਸੇਵਾ ਕਿ ਤੇ ਰਾਜਨੀਤੀ ਹੈ। ਇਹ ਕਿਸੇ ਲਈ, ਕਿਸੇ ਦਾ ਮਤਲਬ ਆਪਣੇ ਪਰਿਵਾਰਾਂ ਲਈ, ਆਪਣੇ ਲੋਕਾਂ ਲਈ। ਪਰ ਉਹ ਨਹੀਂ ਗੱਲ ਚੜ੍ਹਨ ਦਿੱਤੀ ਸਿਰੇ। ਉਹ ਵੀ ਹੌਲੀ ਹੌਲੀ ਬਾਹਰ ਆ ਜਾਣੀ ਹੈ ਕਿਹਨੇ ਕੀ ਕੀਤਾ। ਮੈਂ ਤਾਂ ਚਾਹੁੰਦਾ ਵੀ ਉੱਥੋਂ ਜਿੰਨਾ ਵੀ ਕੋਈ ਪਤਾ ਕਰ ਸਕੇ ਉਹਨੂੰ ਜਨਤਕ ਕਰੋ ਆ ਕੇ, ਬਈ ਆਹ ਗੱਲ ਹੋਈ, ਫਲਾਣੇ ਬੰਦੇ ਨੇ ਆਹ ਗੱਲ ਕੀਤੀ। ਕਿਉਂਕਿ ਹੁਣ 2 ਕੌਂਸਲੇਟ ਤੇ ਇੰਡੀਅਨ ਗਵਰਨਮੈਂਟ ਇਨਵੋਲਵ ਆ। ਅਸਲ ਗੱਲ ਚੱਲਣੀ, ਬਾਹਰ ਨਹੀਂ ਆਉਣ ਦੇਣੀ। ਪਰ ਇੰਡੀਅਨ ਗਵਰਨਮੈਂਟ ਜੇ ਮੁਸ਼ਕਲ ਪਾਉਂਦੀ ਤਾਂ ਸਾਡੀਆਂ ਤੋਰੀ ਹੋਈ ਗੱਲ ਨੂੰ, ਕਤਰ 에ਅਰਲਾਈਨ ਨੂੰ ਉੱਥੋਂ ਚੜ੍ਹ ਨਾ ਦਿੰਦੀ। ਫਿਰ ਉਹ ਅੰਮ੍ਰਿਤਸਰ ਲਿਆ ਕੇ 20-22 ਫਲਾਈਟਾਂ ਸਿੱਟਦੀਆਂ ਤੇ ਡਿੱਗਦੀਆਂ ਫਲਾਈਟਾਂ ਸਾਡੀਆਂ। ਰਾਹ ਜਿਹਨੇ ਪਾਇਆ ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਵੀ ਰਾਹ ਕਿਹਨੇ ਪਾਇਆ ਹੈ। ਇਹ ਬਾਹਰ ਲੋਕਾਂ ਨੂੰ ਵੀ ਪਤਾ ਵੀ ਕਿਹਨੇ ਗੱਲ ਤੋਰੀ। ਪਹਿਲਾਂ ਨਾ ਅੰਮ੍ਰਿਤਸਰੋਂ ਕਤਰ 에ਅਰ ਆ ਗਈ ਕਦੇ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ, ਸਟਿਲ ਮੈਂ ਇਹ ਚਾਹੁੰਦਾ ਬਈ ਜਿਹੜੇ ਬਜ਼ੁਰਗ ਨੇ ਉੱਥੇ ਉਹਨਾਂ ਦਾ ਆਪਾਂ ਖਾਸ ਖਿਆਲ ਕਰ ਲਓ। ਬਹੁਤ ਔਖਾ ਹੈ, ਬਹੁਤ 80-80, 82-82 ਸਾਲ ਦੇ ਬਜ਼ੁਰਗ ਬਹੁਤ ਔਖੇ ਨੇ ਜਿਨ੍ਹਾਂ ਨੇ ਆਉਣਾ ਹੈ। ਪਤਾ ਕਰ ਲਓ, ਅੱਜ ਲੈ ਰੇਟ ਕਰਾ ਲਿਓ 3000 ਤੋਂ 1500-1400, ਦੇਖ ਲਿਓ ਵੀ ਲੋਕ ਕਿਵੇਂ ਆਉਂਦੇ। ਆ ਜਿਹੜੇ 3-3 ਵਾਰ ਰੀਬੁੱਕ ਕਰੀ ਜਾਂਦੇ ਏਅਰ ਕੈਨੇਡਾ ਵਾਲੇ, ਇੱਕ ਭੇਜ ਕੇ ਚਿੱਠੀ 1.5 ਇੰਚ ਦੀ ਅਗਲੇ ਦੀ ਜਾਨ ਕੱਢ ਦਿੰਦੇ ਆ ਵੀ 7 ਜੁਲਾਈ ਵਾਲੀ ਵੀ ਕੈਂਸਲ। ਤੀਜੀ ਵਾਰ ਇਹ ਕੈਂਸਲ ਹੋਈ ਹੈ। ਪਤਾ ਉਹਨੂੰ ਆ ਜਿਹੜਾ ਅਗਲਾ ਕਹਿੰਦਾ ਅਸੀਂ ਇੱਥੇ ਕੰਬਲਾਂ 'ਚ ਰੇਸ਼ਮੀਆਂ 'ਚ ਪਏ, ਸਾਡੇ ਮਾਪੇ ਉੱਥੇ 82 ਡਿਗਰੀ ਦੇ 40 ਡਿਗਰੀ ਦੇ ਵਿੱਚ ਬੈਠੇ ਆ, 82-85 ਸਾਲ ਦੇ। ਸਾਡਾ ਢਿਰਗ ਕੀ ਹੈ? ਕੱਲ ਨੂੰ ਕੁਛ ਹੋ ਗਿਆ ਸਾਡੇ ਤਾਂ ਅੰਤਿਮ ਸੰਸਕਾਰ ਤੇ ਨਹੀਂ ਜਾ ਹੋਣਾ। ਹੁਣ ਗੱਲ ਇਹ ਪੇਨ ਨੂੰ ਕੋਈ ਸਮਝਦਾ ਤਾਂ ਉਹ ਗੱਲ ਹੈ। ਬਾਕੀ ਗੱਲਾਂ ਕੋਈ ਕੁਛ ਕਰੀ ਚੱਲਿਆ, ਆਪਾਂ ਕਿਸੇ ਨੂੰ ਨਹੀਂ ਰੋਕਦੇ। ਜਾਂ ਤਾਂ ਉਹਨਾਂ ਰੋਲ ਕਹੋ ਲੋਕਾਂ 'ਚ ਵੀ ਮੇਰਾ ਰੋਲ ਇੰਨਾ, ਮੇਰੇ ਤੋਂ ਇੰਨਾ ਕਿ ਹੁੰਦਾ। ਗੱਲਾਂ ਜਦ ਆਪਾਂ ਵੱਡੀਆਂ ਕਰਨੀਆਂ ਨੇ ਉਹ 'ਚੋਂ ਕੰਮ ਹੋਣਾ ਨਹੀਂ, ਫਿਰ ਉਹਦੇ ਲਈ ਮੁਸ਼ਕਲ ਆਉਂਦੀ ਹੈ। ਹੁਣ ਕਤਰ 에ਅਰ ਤੇ ਇਹਦੇ ਬਾਅਦ KLM ਤੇ 에ਅਰ ਫਰਾਂਸ ਆ ਰਹੀ ਹੈ। ਅੱਜ ਕਿਵੇਂ ਜਨਤਕ ਹੋਊਗੀ ਗੱਲ ਵੀ ਇੰਡੀਆ ਆਪਣੇ ਕੈਨੇਡੀਅਨ ਗਵਰਨਮੈਂਟ ਨਾਲ ਇਨਵੋਲਵ ਹੈ। ਪਹਿਲਾਂ ਜਦ ਤੱਕ ਕਤਰ 에ਅਰਲਾਈਨ ਆਉਂਦੀ ਰਹੀ ਗੱਲ ਕਿਉਂ ਨਾ ਨਿਕਲੀ, ਹੁਣ ਉਹ ਬੰਦ ਹੋ ਗਈ ਵੀ ਇੱਧਰ ਨੂੰ ਤੋੜ ਦਿਓ ਲੋਕਾਂ ਨੂੰ। ਮੈਂ ਫੇਸਬੁੱਕ ਤੇ ਜੀਨਾ ਤੱਕਰ ਉਹਨਾਂ ਦੀ ਸ਼ੁਰੂ ਕੀਤੀ ਹੋਈ ਹੈ ਕੈਨੇਡੀਅਨ ਹਾਈ ਕਮਿਸ਼ਨ ਦੀ 21 ਮਈ ਦੀ ਈਮੇਲ ਹੈ, ਜਿਹਦੇ ਵਿੱਚ ਇਹ ਕਿਹਾ ਹੋਇਆ ਕਿ ਬਈ ਅਸੀਂ ਇਹਨਾਂ ਦੇ ਨਾਲ ਹੁਣ ਇਨਵੋਲਵ ਆ। ਪਹਿਲਾਂ ਤੁਸੀਂ ਇਨਵੋਲਵ ਨਹੀਂ ਸੀ। ਪਹਿਲਾਂ ਫਲਾਈਟਾਂ ਜਿਹੜੀਆਂ ਆਉਂਦੀਆਂ ਉਹਦੇ ਤੁਸੀਂ ਕਹਿੰਦੇ ਸਾਡਾ ਲੈਣਾ ਦੇਣਾ ਨਹੀਂ ਕੋਈ। ਸਟਿਲ ਚਲੋ ਇਹਨੂੰ ਛੱਡੋ, ਤੁਸੀਂ ਆਪਣੇ ਮਾਪਿਆਂ ਦਾ ਆਪਣੀ ਕੋਸ਼ਿਸ਼ ਕਰੋ। KLM ਦੇ ਰਾਹੀਂ, 에ਅਰ ਫਰਾਂਸ ਦੇ ਰਾਹੀਂ ਜੇ ਤੁਹਾਡੇ ਮਾਪੇ ਆ ਸਕਦੇ ਜਿਨ੍ਹਾਂ 'ਚ ਪਰਿਵਾਰ ਦਾ ਕੋਈ ਜੀ ਸਿਟੀਜ਼ਨ ਹੈ, ਉਹਨਾਂ ਦੇ ਨਾਲ ਜਾਂ ਕਿਵੇਂ ਨਾ ਕਿਵੇਂ ਮਨੁੱਖੀ
ਇਹਦੇ ਇੱਕ ਹਿਊਮੈਨਿਟੇਰੀਅਨ ਗਰਾਊਂਡ ਤੇ ਕੋਸ਼ਿਸ਼ ਕਰਕੇ ਮਿਹਨਤ ਤਰਲਾ ਕਰਕੇ ਉਹ ਆਪਣੇ ਪਰਿਵਾਰ ਨੂੰ ਸੱਦੋ। ਬਸ 100 ਹੱਥ ਰੱਸਾ ਸਿਰੇ ਤੇ ਗੰਢ ਇਹ ਹੈ। ਇੱਕ ਬਲੈਤ ਦੇ ਵਿੱਚ ਡਾਕਟਰ ਗੁਰਨਾਮ ਸਿੰਘ ਨੇ ਹਿਊਮਨ ਰਾਈਟਸ ਤੇ ਲਿਬਰਟੀ ਤੇ ਇਕੁਐਲਿਟੀ ਤੇ ਉਹ ਕੰਮ ਕਰਦੇ ਰਹਿੰਦੇ, ਐਸੋਸੀਏਟ ਪ੍ਰੋਫੈਸਰ ਸੋਸ਼ੀਓਲੋਜੀ ਦੇ ਯੂਨੀਵਰਸਿਟੀ ਆਫ ਵਾਰਵਿਕ ਦੇ ਵਿੱਚ ਉਹ ਪ੍ਰੋਫੈਸਰ ਨੇ। ਤੇ ਉਹਨਾਂ ਨੇ ਇੱਕ ਲੇਖ ਲਿਖਿਆ ਕਿ ਸਿੱਖਾਂ ਦਾ ਧੜਿਆਂ 'ਚ ਟੁੱਟ ਜਾਣਾ ਦੁਨੀਆ ਦੇ ਵਿੱਚ ਤੇ UK ਦੇ ਵਿੱਚ। ਬਹੁਤ ਲੰਮਾ ਉਹਨਾਂ ਨੇ ਓਪੀਨੀਅਨ ਆਪਣਾ ਦਿੱਤਾ। ਉਹ ਕਹਿੰਦਾ ਆਮ ਇੱਕ ਗੱਲ ਹੈ ਕਿ ਇੱਕ ਸਟੈਪ ਅੱਗੇ ਜਾਣਾ, 2 ਸਟੈਪ ਪਿੱਛੇ ਜਾਣਾ, ਤੇ ਸਿੱਖਾਂ ਦੇ ਵਿੱਚ ਉਹ ਕਹਿੰਦਾ 1 ਸਟੈਪ ਅੱਗੇ ਤੇ 5 ਸਟੈਪ ਪਿੱਛੇ ਜਾਂਦਾ। ਗੁਰਦੁਆਰਾ ਸੁਧਾਰ ਲਹਿਰ ਦੀ ਗੱਲ ਤੇ ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ, ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀਆਂ ਗੱਲਾਂ 18 ਤੇ 19ਵੀਂ ਸੈਂਚੁਰੀ ਦੀਆਂ ਉਹਨਾਂ ਨੇ ਕੀਤੀਆਂ। ਤੇ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਘਾਟ ਡਿਵਾਈਡ ਐਂਡ ਰੂਲ ਦੀ ਜਿਹੜੀ ਐਕਟਰਾਂ ਨੇ ਸਾਡੇ ਗਲ ਪਾਈ ਗੱਲ, ਤੇ ਉਹ ਸਾਡੇ ਵਿੱਚ ਘਰ ਘਰ ਗਈ। ਸਾਨੂੰ ਟੁਕੜਿਆਂ ਦੇ ਵਿੱਚ ਉਸਨੇ ਵੰਡ ਦਿੱਤਾ। ਤੇ ਈਵਨ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਵੀ ਗੱਲ ਕਰਦਾ ਵੀ ਸਾਡਾ ਡਿਫਰੈਂਸ ਆਫ ਓਪੀਨੀਅਨ ਹੈ ਕਿ ਜੱਦਰ ਹਰਪ੍ਰੀਤ ਸਿੰਘ ਨੇ SGPC ਤੇ ਸਰਬੱਤ ਖਾਲਸਾ ਜੱਦਰ ਜਗਤਾਰ ਸਿੰਘ ਹਵਾਰਾ ਬਣਾਇਆ ਹੋਇਆ। ਤੇ ਸਿੱਖ ਪ੍ਰਚਾਰਕਾਂ ਦਾ ਰੌਲਾ ਹਰਨਾਮ ਸਿੰਘ ਧੁੰਮੇ ਦਾ ਤੇ ਰਣਜੀਤ ਸਿੰਘ ਢੱਡੀਆਂ ਵਾਲੇ ਦਾ, ਫਿਰ ਅਖੀਰ ਰਣਜੀਤ ਸਿੰਘ ਤੇ ਜਿਹੜੇ ਹਮਲੇ ਦੀ ਗੱਲ 17 ਮਈ 2016 ਦੀ ਉਹ ਗੱਲ ਕਰਦਾ। ਫਿਰ ਉਹ ਅਸਲ ਜਿਹੜੀ ਮੇਨ ਉਹਨਾਂ ਦਾ ਇਹ ਹੈ ਵੀ COVID-19 ਤੇ ਹੁਣ ਕ੍ਰਾਈਸਿਸ ਤੇ ਜਿਹਦੇ ਵਿੱਚ ਕੋਈ ਨਾ ਕੋਈ ਪਿਆਰਾ ਮਿੱਤਰ ਪਿਆਰਾ ਮਰ ਜਾਂਦਾ ਹੈ। ਇਹਦੇ ਵਿੱਚ ਗਵਰਨਮੈਂਟ ਨੇ ਸਾਡੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਲਾਕਡਾਊਨ ਕਰ ਦਿੱਤੇ। ਚਲੋ ਉਹ 'ਚ ਕਰ ਦਿੱਤੇ ਤੇ ਗੁਰਦੁਆਰਾ ਮੈਨੇਜ ਕਮੇਟੀ ਜਿਹੜੀਆਂ ਨੇ ਉਹ ਮੁਸ਼ਕਿਲ ਦੇ ਵਿੱਚ ਨੇ। ਇੰਗਲੈਂਡ ਦੇ ਵਿੱਚ ਉਹ ਕਹਿੰਦੇ ਵੀ ਇੱਕ ਟਾਸਕ ਫੋਰਸ ਬਣੀ ਹੈ ਜਿਨ੍ਹਾਂ ਦੇ ਵਿੱਚ ਇੱਕ ਨਵਾਂ ਜਿਹੜਾ ਲਾਅ ਉਹਨਾਂ ਨੇ ਬਿੱਲ ਲਿਆਂਦਾ, ਜਿਹਦੇ ਵਿੱਚ ਪਲੇਸ ਆਫ ਵਰਸ਼ਿਪ ਜਿੱਥੇ ਭਗਤੀ ਕਰਦੇ ਆ ਤੁਸੀਂ ਗੁਰਦੁਆਰਾ ਤੇ ਹੋਰ, ਤੇ ਉਹਨਾਂ ਨੇ ਇੱਕ ਪਲਾਨ ਜਿਹੜਾ ਸੈੱਟ ਕਰਨਾ ਸੈਕਟਰੀ ਰੋਬਰਟ ਜੈਨਰਿਕ ਨੇ। ਉਹਦੇ ਵਿੱਚ ਇੱਕ ਬੰਦੇ ਨੂੰ ਜਿਹੜਾ ਉਹਦੇ 'ਚ ਭਾਈਚਾਰੇ ਵੱਲੋਂ ਰੱਖਿਆ, ਉਹਦਾ ਨਾਮ ਹੈ ਜਸਵੀਰ ਸਿੰਘ। ਉਹ ਕਹਿੰਦੇ ਵੀ ਇਹ ਜਸਵੀਰ ਸਿੰਘ ਸਿਟੀ 6 ਇੱਕ ਜਥੇਬੰਦੀ ਵੱਲੋਂ ਹੈ, ਤੇ ਜਿਹੜਾ ਕਿ ਨੌਨ ਪ੍ਰੈਕਟਿਸ ਜਿਹੜਾ ਕਰਨ ਵਾਲਾ ਮਤਲਬ ਸਿੱਖ ਹੈ, ਉਹਦਾ ਕੋਈ ਉਹਦਾ ਐਕਸਪੀਰੀਅੰਸ ਨਹੀਂ ਇਨਵੋਲਵਮੈਂਟ ਗੁਰਦੁਆਰਾ ਮੈਨੇਜਮੈਂਟ ਦੇ ਵਿੱਚ। ਤੇ ਸਿੱਖ ਫੇਥ ਲੀਡਰ ਉਹਨੂੰ ਕਿਵੇਂ ਉਹ ਬਣਾ ਦਿੱਤਾ, ਜਦ ਕਿ ਦੂਜੇ ਬੰਨੇ ਆਰਚੀ ਬਿਸ਼ਪ ਜਿਹੜਾ ਕੈਂਟਰਬਰੀ ਦੇ ਤੇ ਚੀਫ ਰੱਬੀ ਜਿਹੜੇ ਨੇ ਉਹ ਯਹੂਦੀਆਂ ਦੇ ਇਸ ਫੋਰਮ ਦੇ ਵਿੱਚ ਨੇ। ਉਹ ਬੰਦਾ ਪਾ ਦਿੱਤਾ ਜਿਹੜਾ ਧਰਮ ਦੇ ਵਿੱਚ ਪ੍ਰੈਕਟਿਸ ਨਹੀਂ ਕਰ ਰਿਹਾ ਤੇ ਨਾ ਹੀ ਉਹ ਇਨਵੋਲਵ ਹੈ। ਉਸ ਤੋਂ ਅੱਗੇ ਜਾ ਕੇ ਉਹ ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇ, ਸਿੱਖ ਫੈਡਰੇਸ਼ਨ UK ਦੀ ਤੇ ਸਿੱਖ ਕੌਂਸਲ UK, ਉਸ ਦੀ ਗੱਲ ਅਪਾਇੰਟਮੈਂਟ ਦੀ ਜਸਵੀਰ ਸਿੰਘ ਦੇ ਖਿਲਾਫ ਉਹ ਗੱਲਬਾਤ ਕਰ ਰਹੇ ਨੇ। ਤੇ ਇੱਕ ਨਵੀਂ ਗਰੁੱਪ ਐਸਟੈਬਲਿਸ਼ ਹੋਇਆ ਸਿੱਖ ਅਸੈਂਬਲੀ ਐਂਡ ਗੁਰਦੁਆਰਾ ਏਡ, ਤੇ ਬੇਸਿਕਲੀ ਉਹ ਸਿੱਖ ਚੈਨਲ ਜਦ ਸ਼ੁਰੂ ਹੁੰਦਾ 10 ਸਾਲ ਪਹਿਲਾਂ, ਤੇ ਉਹਨਾਂ ਦੇ ਵਿੱਚ ਉਹ ਕਹਿੰਦੇ ਵੀ ਮੈਂ ਉਹਨੂੰ ਇੱਕ ਸ਼ੋਅ ਸ਼ੁਰੂ ਕੀਤਾ ਜਿਹਦੇ ਵਿੱਚੋਂ ਜਿਹੜੀ ਹੈ ਸਿੱਖ ਕੌਂਸਲ UK ਦੀ ਬਹੁਤ ਜਿਹੜੀ ਤਕੜੀ ਇੱਕ ਜਥੇਬੰਦੀ ਬਣੀ, ਉਹ ਇਹਦੇ ਵਿੱਚੋਂ ਨਿਕਲੀ 2010 ਦੇ ਵਿੱਚ। ਸਿੱਖ ਕੌਂਸਲ UK ਉਹ ਕਹਿੰਦਾ ਵੀ ਇਹਦੇ ਨਾਲ ਐਡੀ ਇਹ ਪਾਵਰਫੁਲ ਹੋ ਗਈ ਸੀ ਕਿ ਸਾਡੀ ਸਰਕਾਰ ਸਿੱਖ ਕੌਂਸਲ UK ਨੂੰ ਪੁੱਛ ਕੇ ਗੱਲ ਕਰਦੀ ਕੋਈ ਵੀ ਧਰਮ ਨਾਲ ਰਿਲੇਟਡ। ਹੌਲੀ ਹੌਲੀ ਕਹਿੰਦਾ ਵੀ ਈਗੋ ਨੇ ਤੇ ਡਾਊਟ ਜਿਹੜੇ ਉਹਦੇ ਬਾਅਦ ਇੰਡੀਅਨ ਤੇ ਬ੍ਰਿਟਿਸ਼ ਸਟੇਟ ਇੰਟਰਫੀਅਰੈਂਸ ਕਰ ਗਈ, ਸਿੱਖ ਕੌਂਸਲ ਵੀ ਟੁੱਟ ਗਈ ਤੇ ਹੋਰ ਬਾਡੀਜ਼ ਵਿੱਚ ਵੜ ਗਈਆਂ ਆ ਕੇ, ਤੇ ਉਹਦੇ ਵਿੱਚ ਸਿੱਖ ਫੈਡਰੇਸ਼ਨ UK ਬਣ ਗਈ। ਪਤਾ ਨਹੀਂ ਬਈ ਇਵੈਂਚੁਅਲੀ ਜਿਹੜੀ ਗੱਲ ਉਹ ਕਰਨੀ ਚਾਹੁੰਦੇ ਨੇ ਉਹ ਇਹ ਕਰਨੀ ਚਾਹੁੰਦੇ ਨੇ। ਪਿਛਲੇ ਦਿਨੀ ਜਿਹੜੇ COVID-19 ਦੇ ਕ੍ਰਾਈਸਿਸ ਹੈ, UK ਗਵਰਨਮੈਂਟ ਟਾਸਕ ਫੋਰਸ ਦੇ ਵਿੱਚ ਜਿਹੜਾ ਉਹ ਬੰਦੇ ਨੂੰ ਉਸਨੇ ਕਰ ਦਿੱਤਾ। ਅਸਲ ਸਿੱਖ ਸੈਂਸਸ ਦਾ ਇੱਕ ਖਾਨਾ ਜਿਹੜਾ 2021 ਦੀ ਮਰਦਮਸ਼ੁਮਾਰੀ ਦੇ ਵਿੱਚ 9 ਇੱਕ ਸਿੱਖ ਸੈਂਸਸ ਵੀ ਸਿੱਖ ਐਥਨੀਸਿਟੀ ਦੇ ਨਾਂ ਤੇ ਸਿੱਖ ਫੈਡਰੇਸ਼ਨ UK ਨੇ ਬੜਾ ਕੰਮ ਕੀਤਾ।
ਤੇ ਹੁਣ ਕੋਈ ਸਿੱਖ ਲਾਰਡ ਨੇ ਉੱਥੇ ਜਿਹੜੇ ਪਹਿਲੇ ਸ਼ਾਇਦ ਚੁਣੇ ਗਏ ਨੇ, ਮੈਂ ਨਾਮ ਭੁੱਲ ਰਿਹਾ ਉਹਨਾਂ ਦਾ, ਮੈਂ ਲੱਭ ਵੀ ਰਿਹਾ ਸੀ, ਉਹਨਾਂ ਨੇ ਉਹਨਾਂ ਦੀ ਵਿਰੋਧਤਾ ਕੀਤੀ। ਉਹਨਾਂ ਨੇ ਲੇਖ ਜਿਹੜਾ ਲਿਖਿਆ ਉਹ ਇਹ ਲਿਖਿਆ ਵੀ ਅਸੀਂ ਬਿਲਕੁਲ ਬਹੁਤ ਤਰੱਕੀਆਂ ਕਰਦੇ, ਬਹੁਤ ਕੰਮ ਕਰਦੇ ਹਾਂ, ਤੇ ਸਿੱਖਾਂ ਦੇ ਹੋਏ ਜ਼ੁਲਮ ਦੀ ਦਾਸਤਾਂ 36ਵੀਂ ਵਰ੍ਹੇ ਜੂਨ ਸ਼ੁਰੂ ਹੋ ਜਾਣੀ ਹੈ। ਦੁਨੀਆ ਦੇ ਵਿੱਚ ਅਸੀਂ 9 ਜਿਹੜਾ ਲਿਖਾ ਰਹੇ ਹਾਂ, ਤੇ ਲੰਗਰਾਂ ਦੀ ਸੇਵਾ ਤੇ ਸਭ ਕੁਝ ਅਸੀਂ ਕਰ ਰਹੇ ਹਾਂ, ਪਰ ਅਸੀਂ ਆਪਸ ਵਿੱਚ ਧੜੇਬੰਦੀ ਦਾ ਸ਼ਿਕਾਰ ਹੋ ਕੇ ਇੱਕ ਦੂਜੇ ਨੂੰ ਈਗੋ ਦੇ ਥੱਲੇ ਇੱਕ ਦੂਜੇ ਨੂੰ ਜਿਹੜਾ ਦੱਬ ਰਹੇ ਆ। ਉਹ ਜਿਹੜੀ ਸਿੱਖ ਫਰੈਗਮੈਂਟੇਸ਼ਨ ਆ ਜਿਹੜੀ UK ਤੇ ਗਲੋਬਲੀ ਲਈ, ਉਹ ਇੱਕ ਵਧੀਆ ਰੁਝਾਨ ਨਹੀਂ ਹੈ। ਡਾਕਟਰ ਗੁਰਨਾਮ ਸਿੰਘ ਨੇ ਇਹ ਲਿਖਿਆ। ਇਹ ਗੱਲ ਠੀਕ ਹੈ ਕਿ ਇਹ ਜਥੇ ਤੇ ਗਰੁੱਪ ਜਦ ਤੋਂ ਜੇ ਸਿੱਖ ਰਾਜ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਤੋਂ ਸਿੱਖ ਰਾਜ ਤੱਕ, ਈਵਨ ਮਿਸਲਾਂ ਇਕੱਠੀਆਂ ਕਰਨ ਤੱਕ, ਤਰਨਾ ਦਲ, ਬੁੱਢਾ ਦਲ ਤੇ ਹੋਰ ਮਿਸਲਾਂ ਆਪਸ ਵਿੱਚ ਲੜਦੇ, ਜੇ ਨਾ ਦੁਸ਼ਮਣ ਉਹਦਾ ਆਪਸ ਵਿੱਚ ਲੜ ਪੈਂਦੇ ਜੇ। ਪਰ ਹੁਣ ਦੇ ਸਮੇਂ ਦੇ ਵਿੱਚ ਵੱਡੀਆਂ ਜਥੇਬੰਦੀਆਂ ਜਿਹੜੀਆਂ ਬਣ ਜਾਂਦੀਆਂ ਨੇ, ਜਿੱਥੇ ਸਰਕਾਰਾਂ ਉਹਨਾਂ ਨਾਲ ਗੱਲ ਕਰਨ ਲੱਗ ਜਾਂਦੀਆਂ, ਉਹਨਾਂ 'ਚ ਘੁਸਪੈਠ ਹੋ ਕੇ ਫਿਰ ਉਹ ਜਥੇਬੰਦੀਆਂ ਟੁੱਟ ਜਾਂਦੀਆਂ। ਜਿਵੇਂ ਸਿੱਖ ਕੌਂਸਲ ਦੀ ਗੱਲ UK ਦੀ ਉਹ ਕਰ ਰਹੇ ਨੇ, ਬਹੁਤ ਪਾਵਰਫੁਲ ਇੱਕ ਆਰਗੇਨਾਈਜੇਸ਼ਨ ਬਣ ਗਈ ਸੀ। ਤੇ ਉਸ ਤੋਂ ਬਾਅਦ ਸਿੱਖ ਫੈਡਰੇਸ਼ਨ UK ਦੀ ਵੀ ਹੁਣ ਇੱਕ ਨਵੀਂ ਜਥੇਬੰਦੀ ਆ, ਉਸਨੇ ਬਹੁਤ ਜ਼ਿਆਦਾ ਕੰਮ ਕੀਤਾ ਸੈਂਸਸ ਦੇ ਵਿੱਚ, ਐਥਨੀਸਿਟੀ ਸਿੱਖ ਨਾ ਆ ਜਾਵੇ, ਪਰ ਗੱਲ ਨਾ ਸਿਰੇ ਚੜ ਸਕੇ। UK ਉਹਨਾਂ ਦਾ ਕਹਿਣ ਦਾ ਇਹਦੇ 'ਚ ਇਹ ਸੀ ਕਿ ਜੇ ਜਿਵੇਂ ਜਥੇਬੰਦੀਆਂ ਜਿਹੜੀਆਂ ਕੰਮ ਕਰਦੀਆਂ ਰਹਿੰਦੀਆਂ ਤਾਂ ਇਹ ਵਧੀਆ ਚੱਲ ਜਾਣਾ ਸੀ ਕੰਮ। ਮਤਲਬ ਐਥਨੀਸਿਟੀ ਦੇ ਵਿੱਚ 9 ਆ ਜਾਣਾ ਸੀ, ਖਾਸ 9 ਜਿਹਦੇ ਵਿੱਚ ਸਿੱਖ ਤੁਸੀਂ ਭਰ ਸਕਦੇ ਸੀ। ਇਹ ਉਹਨਾਂ ਨੇ ਕੁਝ ਇੱਕ ਦੱਸੇ ਨੇ ਵੀ ਜਿਹੜਾ ਕੁਝ ਹੋ ਰਿਹਾ ਇਨ ਜਨਰਲ ਵੀ ਆਪਾਂ ਨੂੰ ਪਤਾ, ਇੱਥੇ ਵੀ ਆਪਾਂ ਦੇਖਦੇ ਹਾਂ ਕਿਤੇ ਵੀ ਸਿੱਖ ਵੱਸਦਾ, ਉਹ ਬਸ ਕੰਮ ਕਰਨ ਤੋਂ ਪਹਿਲਾਂ ਜਥੇਬੰਦੀ ਬਣਦੀ ਹੈ, ਕੰਮ ਬਾਅਦ 'ਚ ਜਥੇਬੰਦੀ ਪਹਿਲਾਂ। ਕਰਨਾ ਇਹ ਚਾਹੀਦਾ ਵੀ ਤੁਸੀਂ ਵਲੰਟੀਅਰ ਕੰਮ ਕੀਤਾ ਹੋਵੇ 8-10 ਸਾਲ, ਫੇਰ ਜਥੇਬੰਦੀ ਬਣਿਓ। ਇੱਥੇ ਤੇ ਜਥੇਬੰਦੀ ਬਣਦੀ ਹੈ, ਜਥੇਬੰਦੀਆਂ ਤੋਂ ਬਾਅਦ ਫਿਰ ਕੰਮ ਹੁੰਦਾ, ਕੰਮ ਨਹੀਂ ਹੁੰਦਾ, ਫਿਰ ਉਹ ਤੇ ਰੂਲ ਆਊਟ ਹੁੰਦਾ ਵੀ ਹਾਂ ਤੂੰ ਆਹ ਕਰ, ਤੂੰ ਆਹ ਕਰ। ਪਰ ਅਸਲ ਕਹਾਣੀ ਇਹ ਹੈ ਲੋਕ ਜਿਹੜੀ ਕਿ ਪਹਿਲਾਂ ਗ੍ਰਾਸ ਰੂਟਸ ਤੇ ਕੰਮ ਕਰੋ 8-10 ਸਾਲ, ਉਹਦੇ 'ਚੋਂ ਜਥੇਬੰਦੀ ਸਿਰਜੀ ਜਾਵੇ। ਇਸ ਦੇ ਬਾਰੇ ਤੁਹਾਡੀਆਂ ਕਾਲਸ ਵਪਾਰਕ ਸੰਦੇਸ਼ਾਂ ਤੋਂ ਬਾਅਦ। ਸਰ ਜਸਵੀਰ ਸਿੰਘ ਜੀ, ਲਾਈਨ ਨੰਬਰ 1, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਸਰਦਾਰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਰਦਾਰ ਸਾਹਿਬ, ਜਿਹੜਾ ਤੁਸੀਂ ਆਰਟੀਕਲ ਪੜ੍ਹਿਆ ਨਾ, ਇਹ ਦਰਅਸਲ ਇਹਦਾ ਦਿਖਾਂਤ ਏਦਾਂ ਵੀ ਇਹਨੇ ਬੜਾ ਨੁਕਸਾਨ ਕੀਤਾ ਕੌਮ ਦਾ। ਇਹਨੂੰ ਮੈਂ ਲੈਣਾ ਵੀ ਕਈ ਵਾਰੀ ਜਦੋਂ ਕੌਮ ਦਾ ਕੰਮ ਬਣਦਾ ਜਾਂ ਅੱਗੇ ਗੱਲ ਤੁਰਦੀ ਹੈ ਸੰਘਰਸ਼ ਦੀ, ਉਹਦੇ ਵਿੱਚ ਕਈ ਵਾਰੀ ਸਰਕਾਰ ਸ਼ਾਮਲ ਨਹੀਂ ਹੁੰਦੀ, ਪਰ ਜਿਹੜੇ ਸਾਡੇ ਸਿੱਖ ਹੁੰਦੇ ਨੇ ਜਾਂ ਜਥੇਬੰਦੀਆਂ ਦੇ ਆਗੂ ਨੇ ਨਾ, ਉਹਨਾਂ ਦੀ ਪਰਸਨੈਲਿਟੀ ਕ੍ਰੈਸ਼, ਜਿਹਨੂੰ ਪੰਜਾਬੀ 'ਚ ਸ਼ਖਸੀਅਤ ਕ੍ਰੈਸ਼ ਬੋਲਦੇ ਨੇ, ਉਹ ਜ਼ਿੰਮੇਵਾਰ ਹੁੰਦਾ। ਇਹ ਮੈਂ ਸੋਚਣਾ ਵੀ ਇਹ ਉਦੋਂ ਹੀ ਸ਼ੁਰੂ ਹੋ ਗਿਆ ਸੀ ਜੇ ਬਾਬਾ ਬੰਦਾ ਸਿੰਘ ਬਹਾਦਰ ਦਾ ਤੇ ਬਾਬਾ ਬਨੋਦ ਸਿੰਘ ਦਾ ਸੀਗਾ, ਤੇ ਉਹ ਜਿਹੜਾ ਸਾਡਾ ਕੌਮੀ ਨੁਕਸਾਨ ਉਦੋਂ ਹੋਇਆ ਉਹ ਬਾਬਾ ਬਨੋਦ ਸਿੰਘ ਛੱਡ ਗਿਆ। ਉਦੋਂ ਬਾਅਦ ਤੁਰਦਾ ਇਹ ਪਹੁੰਚ ਗਿਆ ਦਰਬਾਰ ਸਾਹਿਬ 84 'ਚ ਬਾਬਾ ਜਰਨੈਲ ਸਿੰਘ ਦੇ ਭਾਈ ਰਣਜੀਤ ਸਿੰਘ ਦਾ ਹੋਇਆ, ਲੌਂਗੋਵਾਲ ਦਾ ਹੋਇਆ। ਇਹ ਤੁਰਦਾ ਫਿਰ ਜਿਹੜੇ ਕਈ ਵਾਰੀ ਮੈਂ ਵੇਚਣਾ ਉਹਨਾਂ ਵੀ ਜਿਹੜੇ ਆਪਣੇ ਜੁਝਾਰੂ ਸਿੰਘ ਨੇ ਵਿਚਾਰੇ, ਭਾਵੇਂ ਫਾਂਸੀਆਂ ਤੇ ਚੜ੍ਹਦੇ ਨੇ, ਭਾਵੇਂ ਉਹ ਜੇਲਾਂ ਕੱਟਦੇ ਨੇ, ਉਹਨਾਂ ਦੀ ਪਰਸਨੈਲਿਟੀ ਕ੍ਰੈਸ਼ ਹੁੰਦਾ। ਤੁਸੀਂ ਲਾ ਲਓ ਜਥੇਦਾਰ ਹਵਾਰਾ ਤੇ ਭਾਈ ਰਾਜੋਵਾਣਾ, ਇਹਨਾਂ ਦਾ ਕ੍ਰੈਸ਼ ਲਾ ਲਓ। ਸਿੱਖ ਲੀਡਰਸ਼ਿਪ ਦਾ ਤੁਸੀਂ ਲਾ ਲਓ, ਡਾਕਟਰ ਔਲਖ ਦਾ ਲਾ ਲਓ, ਡਾਕਟਰ ਅਮਰਜੀਤ ਸਿੰਘ ਦਾ ਲਾ ਲਓ। ਤੇ ਅੱਗੇ ਤੁਸੀਂ ਪਹੁੰਚਿਆ ਮੈਂ ਗੱਲ ਨਿਬੇੜਨਾ ਵੀ ਆਪਣਾ, ਜਦੋਂ ਵੇਖੋ 2018 'ਚ 2020 ਰਿਫੰਡਨ ਦਾ ਜਦੋਂ ਡੈਕੋਰੇਸ਼ਨ ਹੋਣੀ ਸੀ ਲੰਡਨ 'ਚ, ਉੱਥੇ ਤੁਸੀਂ ਵੇਖ ਲਓ ਆਪਣੀ ਇੰਡੀਆ ਗਵਰਨਮੈਂਟ ਨੇ ਪੂਰਾ ਜ਼ੋਰ ਲਾਤਾ ਵੀ ਡੈਕੋਰੇਸ਼ਨ ਰਿਫੰਡ 2020 ਰਖਵਾਉਣੀ ਹੈ। ਉਹਦੀ ਜਦੋਂ ਡਿਪਲੋਮੈਸੀ ਜਦੋਂ ਫੇਲ ਹੋ ਗਈ, ਉਹਨਾਂ ਨੇ ਸਾਡੇ ਖਾਲਿਸਤਾਨੀ ਵਰਤ ਲਿਆ। ਖਾਲਿਸਤਾਨੀਆਂ ਨੂੰ ਜਦੋਂ ਫੇਲ ਹੋ ਗਈ, ਉਹਨਾਂ ਨੂੰ ਲੱਗ ਗਿਆ ਪਤਾ ਵੀ ਹੋਣਾ ਹੀ ਹੋਣਾ। ਫਿਰ ਉਹ ਜਿਹਨੇ ਭਾਰਤੀ ਨਿਊਜ਼ ਮੀਡੀਆ ਸੀ, ਜਿੰਨੇ ਆਪਣੇ ਖਾਲਿਸਤਾਨੀ ਸੀਗੇ, ਜਿਨ੍ਹਾਂ ਦਾ ਪਰਸਨੈਲਿਟੀ ਕ੍ਰੈਸ਼ ਸੀ ਸਿੱਖ ਫॉर ਜਸਟਿਸ ਨਾਲ, ਉਹਨਾਂ ਨੇ ਉਹਨਾਂ ਦੇ ਬਿਆਨ ਲੈ ਲਏ। ਸੋ ਕਹਿਣ ਦਾ ਮਤਲਬ ਇਹ ਵੱਡਾ ਦਿਖਾਣ ਹੈ, ਸਾਨੂੰ ਸਾਰਿਆਂ ਨੂੰ ਆਪਣੇ ਆਪਣੇ ਪਰਮਾਤਮਾ ਤੋਂ ਸੋਝੀ ਲੈਣੀ ਚਾਹੀਏ ਜੀ। ਮਿਹਰਬਾਨੀ। ਧੰਨਵਾਦ ਜੀ। ਮਕੰਦ ਸਿੰਘ ਜੀ, ਲਾਈਨ ਨੰਬਰ 3।
ਹਰਜੀਤ ਸਿੰਘ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਸਤਿਕਾਰ ਸਾਹਿਬ ਪਿਆਰ ਭਰੀ ਸਤਿ ਸ੍ਰੀ ਅਕਾਲ। ਜਿਹੜਾ ਤੁਸੀਂ ਦੀ ਗੱਲ ਕੀਤੀ ਹੈ ਕੌਮ ਦੇ ਵਿੱਚ, ਸਾਨੂੰ ਜਿਹੜੇ ਇੱਥੇ ਵੀ ਜਿੰਨੇ ਅਸੀਂ ਸਾਡੇ ਸਰੋਤੇ ਆਪਦੇ ਉਹਦੇ ਵਿਚਾਰ ਦਿੰਦੇ ਆ, ਮੇਰਾ ਤਾਂ ਇਹ ਹੈ ਕਿ ਸਾਰੇ ਬਹੁਤ ਸਿਆਣੇ ਹੋ, ਪਰ ਇੰਨਾ ਜ਼ਰੂਰ ਕਰੀਏ ਕਿ ਆਪਾਂ ਕਮ ਸੇ ਕਮ ਬਾਹਰਲੇ ਸਿੱਖਾਂ ਨੇ ਹਮੇਸ਼ਾ ਇਹ ਅਗਵਾਈ ਕੀਤੀ ਹੈ ਕੌਮ ਦੀ, ਤੇ ਕਮ ਸੇ ਕਮ ਅਸੀਂ ਆਪਣੀ ਕੌਮ ਦੇ ਲਈ ਹਮੇਸ਼ਾ ਸੋਚੀਏ। ਬੇਸ਼ੱਕ ਅਸੀਂ ਇੱਥੇ ਆ ਗਏ ਹਾਂ, ਲੇਕਿਨ ਸਾਡਾ ਪੰਜਾਬ ਦਾ ਵਿਰਸਾ ਨਾ ਅਸੀਂ ਭੁੱਲ ਸਕਦੇ ਨਾ ਭੁੱਲਾਂਗੇ। ਦੂਜੀ ਗੱਲ, ਪੰਜਾਬ ਦੇ ਮਸਲੇ ਜਿਹੜੇ, ਭਾਵੇਂ ਪਾਣੀਆਂ ਦਾ ਮਸਲਾ ਬਹੁਤ ਵੱਡਾ ਮਸਲਾ ਹੈ, ਸੈਂਟਰ ਦੀ ਸਰਕਾਰ ਕੋਈ ਹੋਵੇ, ਚਾਹੇ ਅੱਜ ਦੀ ਵੀ ਹੋਵੇ ਚਾਹੇ ਪਹਿਲਾਂ ਹੋਈ ਹੋਵੇ, ਇਹਨਾਂ ਨੇ ਕਦੇ ਪੰਜਾਬ ਦਾ ਇਨਸਾਫ ਨਹੀਂ ਕੀਤਾ, ਤੇ ਸਾਡੀ ਫੋਟੇ ਦੇ ਲਈ ਜ਼ਿੰਮੇਵਾਰ ਹੈ, ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਜਿਹੜੀ ਕੌਮ ਕਦੇ ਇਕੱਠੀ ਨਹੀਂ ਹੁੰਦੀ ਕਿਸੇ ਮਸਲੇ ਤੇ ਵੀ, ਕਮ ਸੇ ਕਮ ਜਿਹੜੇ ਸਾਂਝੇ ਮਸਲੇ ਆ, ਜਿੱਥੇ ਸਿੱਖ ਕੌਮ ਦਾ, ਜਿੱਥੇ ਸਾਡੇ ਪੀਰਾਂ ਫਕੀਰਾਂ ਭਗਤਾਂ ਨੇ, ਗੁਰੂਆਂ ਨੇ ਕੁਰਬਾਨੀਆਂ ਦੇ ਕੇ ਇੱਕ ਸਾਡੀ ਨਵੀਂ ਕੌਮ ਦੀ ਸਿਰਜਣਾ ਕੀਤੀ ਸੀ, ਅਸੀਂ ਕਮ ਸੇ ਕਮ ਉਸ ਕੌਮ ਦੀ ਰਾਖੀ ਲਈ, ਦ੍ਰਿੜਤਾ ਲਈ ਤੇ ਉਹਨਾਂ ਦੇ ਅਸੂਲਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ, ਨਾ ਕਿ ਇੱਕ ਦੂਜੇ ਦੇ ਵਿਚਾਰਾਂ ਨੂੰ ਨਿੰਦ ਕੇ ਦੂਜੇ ਨੂੰ ਕਿਸੇ ਨੂੰ ਭੱਡੀਏ, ਕਿਸੇ ਨੂੰ ਕਰੀਏ। ਸਾਡੀ ਫੁੱਟ ਨੇ ਹਮੇਸ਼ਾ ਹੀ ਨੁਕਸਾਨ ਕੀਤਾ, ਜਿਉਂ ਦੀ ਸਾਨੂੰ ਹੋਸ਼ ਆਈ ਹੈ ਜਾਂ ਕੋਈ ਪੁਰਾਣੇ ਵਿਚਾਰ ਵੇਰੇ ਆ। ਮਹਾਰਾਜਾ ਰਣਜੀਤ ਸਿੰਘ ਰਾਜ ਜੇ ਗਿਆ ਤਾਂ ਸਾਡੀ ਫੁੱਟ ਨਾ ਗਿਆ, ਜਾਂ ਅਸੀਂ ਗਦਾਰਾਂ ਨੂੰ ਪਛਾਣ ਨਹੀਂ ਸਕੇ। ਸੋ ਮੈਂ ਤਾਂ ਇਹੋ ਹੀ ਕਹਿੰਦਾ ਹਰਜੀਤ ਸਿੰਘ ਕਿ ਸਾਨੂੰ ਗਦਾਰਾਂ ਦੀ ਪਛਾਣ ਨਹੀਂ ਕਰਨੀ ਆਉਂਦੀ, ਕਿ ਕਿਹੜਾ ਬੰਦਾ ਕੌਮ ਦੇ ਨਾਲ ਗਦਾਰੀ ਕਰ ਰਿਹਾ ਤੇ ਕਿਹੜਾ ਕੌਮ ਦਾ ਵਿਸ਼ਵਾਸ ਪਾਤਰ ਹੈ। ਮੈਂ ਤਾਂ ਇੰਨਾ ਹੀ ਕਹਿਣਾ ਸੀ ਕਿ ਮੇਰੇ ਜਿੰਨੇ ਵੀ ਮੇਰੇ ਵਿਚਾਰ ਹੈ, ਕੋਈ ਕਿਸੇ ਕਿੰਨੇ ਵੀ ਬੁੱਧੀ ਹੋਵੇ, ਕੋਈ ਕਿੰਨੇ ਵਿਦਵਾਨ ਹੋਣ, ਆਪਾਂ ਕੌਮ ਨੂੰ ਇਕੱਠੀ ਰੱਖ ਕੇ ਕੌਮ ਦੇ ਮਸਲਿਆਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰੀਏ। ਧੰਨਵਾਦ ਤੁਹਾਡਾ। ਬਹੁਤ ਬਹੁਤ। ਪ੍ਰੋਗਰਾਮ ਤੁਹਾਡੇ ਤੱਕ ਪਰਮਿੰਦਰ ਸਿੰਘ ਥਿੰਦ ਪਹੁੰਚਾਉਂਦੇ ਨੇ। 6048287213 ਥਿੰਕ ਇੰਸ਼ੋਰੈਂਸ.ca ਅਲਬਰਟਾ ਤੇ BC ਸੁਬਾਮਾ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਮਾਰਗੇਜ, ਸੁਪਰ ਵੀਜ਼ਾ, ਡਿਸੇਬਿਲਿਟੀ ਦੀ ਇੰਸ਼ੋਰੈਂਸ ਆਨਲਾਈਨ ਸਾਰੀ ਤੁਸੀਂ ਹੁਣ ਗੱਲਬਾਤ ਕਰ ਸਕਦੇ ਹੋ। ਆਨਲਾਈਨ ਹੀ ਤੁਹਾਡੀ ਜਿਹੜੀ ਸਾਰੀ ਕੁਝ ਵੀ ਡਿਮਾਂਡ ਹੈ ਉਹ ਪੂਰੀ ਹੋ ਜਾਂਦੀ ਹੈ। ਤੁਹਾਨੂੰ ਕੋਟੇਸ਼ਨ ਜਿਹੜੀ ਆਨਲਾਈਨ ਭੇਜ ਦਿੰਦੇ ਨੇ, ਤੁਹਾਡੀ ਪਾਲਿਸੀ ਆਨਲਾਈਨ ਹੋ ਜਾਣੀ ਹੈ। ਮਤਲਬ ਤੁਹਾਨੂੰ ਪਰਸਨਲੀ ਜੇ ਨਹੀਂ ਵੀ ਤੁਸੀਂ ਮਿਲਣਾ ਚਾਹੁੰਦੇ ਤਾਂ 6048287213 ਤੇ ਪਰਮਿੰਦਰ ਸਿੰਘ ਥਿੰਦ ਨਾਲ ਫੋਨ ਕਰਕੇ ਤੁਸੀਂ ਆਨਲਾਈਨ ਇਹ ਸਾਰਾ ਕੰਮ ਕਰ ਸਕਦੇ ਹੋ। ਐਟਲਸ ਆਟੋ ਬਾਡੀ ICBC ਦੀ ਐਕਸਪ੍ਰੈਸ ਬਾਡੀ ਸ਼ਾਪ ਹੈ, ਬੈਲੇ ਸਰਵਿਸ ਹੈ 76 ਤੇ 129A ਤੇ 604 594 9707। ਤੁਸੀਂ ਕੋਈ ਵੀ ਕਿਸੇ ਕਿਸਮ ਦੀ ਗੱਡੀ ਤੁਹਾਡੀ ਐਕਸੀਡੈਂਟ ਹੋ ਗਿਆ, ਪੇਂਟ ਦੀ ਜੌਬ ਹੈ ਤੇ ਜਾਂ ਬੋਡੀ ਵਰਕ ਹੈ ਤੇ ਜਾਂ ਵੀਲ ਟੁੱਟ ਗਿਆ, ਕੋਈ ਵੀਲ ਦਾ ਕੰਮ ਹੈ ਜਾਂ ਵਿੰਡ ਸਕਰੀਨ ਤੁਹਾਡੀ ਟੁੱਟ ਗਈ, ਉਸ ਦੇ ਲਈ 604 594 9707 ਗੱਡੀ ਲੈ ਜਾਓ ਤੇ ਗੱਡੀ ਵਾਂਗ ਵਰਗੀ ਬਣਾ ਦੇਣਗੇ। ਘੱਟਸੀ ਕਾਰਾਂ ਇਹਨਾਂ ਦੇ ਕੋਲ ਨੇ 6045949707। ਐਟਲਸ ਆਟੋ ਬਾਡੀ ICBC ਦੀ ਐਕਸਪ੍ਰੈਸ ਬਾਡੀ ਸ਼ਾਪ ਹੈ। ਸਰ ਜਸਵੀਰ ਸਿੰਘ, ਲਾਈਨ ਨੰਬਰ 4। ਮਿਹਰਬਾਨੀ ਸਰਦਾਰ ਜੀ। ਜਿਹੜਾ ਤੁਹਾਡਾ ਪਹਿਲਾ ਵਿਸ਼ਾ ਸੀ ਤੇ ਜਿਹੜਾ ਦੂਸਰਾ ਵਿਸ਼ਾ ਨਾ, ਇਹਨਾਂ ਦੇ ਦੋਨਾਂ ਵਿਸ਼ਿਆਂ ਦਾ ਜਿਹੜਾ ਤੁਸੀਂ ਸਵਾਲ ਹੁਣ ਕੀਤਾ ਹੈ, ਇਹ ਬੇਸਿਕਲੀ ਸਮਾਨ ਅੰਤਰ ਹੈ। ਸਮਾਨ ਅੰਤਰ ਇਸ ਕਰਕੇ ਹੈ ਵੀ ਜਿਹੜੀਆਂ ਗੱਲਾਂ ਅਸੀਂ ਕਰਦੇ ਹਾਂ ਵੀ ਕੌਮ, ਕਈ ਵਾਰੀ ਅਸੀਂ ਕਰਦੇ ਹਾਂ ਜੀ ਕੌਮ ਨੂੰ ਇਕੱਠੀ ਹੋ ਜਾਣਾ ਚਾਹੀਦਾ। ਕੌਮ ਤਾਂ ਗੁਰੂ ਸਾਹਿਬਾਂ ਵੇਲੇ ਵੀ ਇਕੱਠੀ ਨਹੀਂ ਸੀ। ਗੁਰੂ ਸਾਹਿਬਾਂ ਦੇ ਆਪਣੇ ਔਲਾਦ, ਆਪਣੇ ਭਾਈ, ਉਹ ਗੁਰੂ ਸਾਹਿਬਾਂ ਦੀ ਮੁਖਾਲਫਤ ਕਰਕੇ ਸਰਕਾਰ ਦੇ ਮੁਖਬਰ ਬਣ ਕੇ ਜਾਂ ਢੋਲੀ ਚੁੱਕ ਚੱਕ ਕੇ ਚੱਲਦੇ ਰਹੇ ਨੇ। ਇਹ ਕਦੇ ਵੀ ਇਕੱਠੀ ਨਹੀਂ ਹੋਈ, ਨਾ ਇਹਨੇ ਹੋਣਾ। ਉਹਦਾ ਕਾਰਨ ਹੈ ਜਦੋਂ ਵਿਚਾਰਧਾਰਾ ਦੇ ਉੱਤੇ ਕੁਝ ਲੋਕ, ਕੁਝ ਜਥੇਬੰਦੀਆਂ ਜਾਂ ਕੁਝ ਕੌਮੀਅਤ ਵਿਚਾਰ ਨੂੰ ਵਰਤਣ ਵਾਲੇ ਸੋਚ ਇੱਕ ਵਿਚਾਰਧਾਰਾ ਦੇ ਉੱਤੇ ਆਪਣੇ ਆਪ ਨੂੰ ਚਲਾਉਣਾ ਸ਼ੁਰੂ ਕਰ ਦਿੰਦੀ ਹੈ, ਉਦੋਂ ਇਕੱਠ ਹੁੰਦਾ। ਹੁਣ ਇਹਦੇ ਵਿੱਚ ਜਿਹੜੀਆਂ ਗੱਲਾਂ ਅਸੀਂ ਆਮ ਕਰਦੇ ਹਾਂ, ਇਹਨਾਂ ਨੂੰ ਛੱਡ ਕੇ ਇਹਦੇ ਪਿਛੋਕੜ ਦੇ ਵਿੱਚ ਇੱਕ ਵੱਡੀ ਚੀਜ਼ ਸੋਚਣ ਦੀ ਜਿਹੜੀ ਗੱਲ ਹੈ ਉਹ ਇਹ ਹੈ ਵੀ ਇਹਦੇ ਕਾਰਨ ਕੀ ਨੇ, ਅਸੀਂ ਏਦਾਂ ਕਿਉਂ ਕਰਦੇ ਹਾਂ ਜਾਂ ਸਾਡੇ ਨਾਲ ਇਹ ਕਿਉਂ ਹੁੰਦਾ ਕਿਉਂ ਹੈ। ਗੁਰੂ ਨਾਨਕ ਪਾਤਸ਼ਾਹ ਦੇ ਪਹਿਲਾਂ ਦੀ ਜਿਹੜੀ ਹਾਲਾਤ ਗੁਰਬਾਣੀ ਚ ਮਹਾਰਾਜ ਦੱਸਦੇ ਨੇ ਬਈ ਥੋੜੇ ਜਿਹੇ ਬੰਦੇ ਸੀ, ਉਹ ਬਾਬਰ ਦੇ ਨਾਲ ਚੜ੍ਹ ਕੇ ਆ ਗਏ ਤੇ ਕੁਝ ਚੰਦ ਕੁ ਲੋਕਾਂ ਨੇ ਉੱਥੋਂ ਦੇ ਕਿੰਨੇ ਰਾਜੇ ਸੀਗੇ ਜਿਹੜੇ ਆਪਸ ਵਿੱਚ ਹੀ ਇੱਕੋ ਹੀ ਕੌਮ ਦੇ ਸੀਗੇ ਔਰ ਉਹ ਉਹਨਾਂ ਨੂੰ ਹਰਾ ਕੇ ਤੇ ਉਹਨਾਂ ਦੀ ਦੁਰਦਸ਼ਾ ਕਰਤੀ। ਉਸ ਇਤਿਹਾਸ ਨੂੰ ਜੇ ਮਾੜਾ ਜਿਹਾ ਮੈਂ ਨਾ ਟੱਚ ਕਰਨਾ ਚਾਹੁੰਦਾ ਕਿ ਉਹਦਾ ਕਾਰਨ ਇੱਕ ਸੀ ਕਿ ਇੱਕ ਰਾਜਾ ਦੂਸਰੇ ਰਾਜੇ ਨੂੰ ਸੇਮ ਕੌਮੀਅਤ ਦਾ ਸੀ, ਇਸ ਕਰਕੇ ਮਰਵਾਉਣਾ ਚਾਹੁੰਦਾ ਸੀ ਕਿ ਉਹ ਉਹਦਾ ਵਿਰੋਧੀ ਹੈ, ਨਾ ਕਿ ਕੌਮੀਅਤ ਤੌਰ ਤੇ ਉਹਦਾ ਹਮੈਤੀ ਹੈ। ਤਾਂ ਉਹਦੇ ਨਾਲ ਪੂਰਾ ਦਾ ਪੂਰਾ ਦੇਸ਼ ਜਿਹੜਾ ਉਹ ਗੁਲਾਮ ਹੋ ਗਿਆ ਤੇ ਉਹ ਸਦੀਆਂ ਤੱਕ ਗੁਲਾਮ ਰਿਹਾ। ਹੂਬਹੂ
ਉਸ ਕਾਰਨ ਦਾ, ਉਸ ਗੁਲਾਮੀ ਦਾ ਜਿਹੜਾ ਮੇਨ ਕਾਰਨ ਸੀ ਉਹ ਸੀ ਪੂਜਾ। ਗੁਰੂ ਸਾਹਿਬ ਨੇ ਉਸ ਚੀਜ਼ ਨੂੰ ਛੱਡ ਕੇ ਜਦੋਂ ਕੌਮੀਅਤ ਸਾਨੂੰ ਦਿੱਤੀ ਤਾਂ ਉਹਨਾਂ ਨੇ ਪੂਜਾ ਦਾ ਜਿਹੜਾ ਤਰੀਕਾ ਸੀ ਉਹ ਬਦਲਿਆ। ਪੂਜਾ ਅਕਾਲ ਦੀ ਤੇ ਪਰਚਾ ਸ਼ਬਦ ਦਾ। ਉਹ ਜਿਹੜਾ ਵਿਚਾਰਧਾਰਾ ਸੀ, ਜਿਨ੍ਹਾਂ ਲੋਕਾਂ ਨੇ ਉਸ ਵਿਚਾਰਧਾਰਾ ਨੂੰ ਅਪਣਾਇਆ ਉਹੀ ਕੌਮੀਅਤ ਦੇ ਹੱਕ ਵਿੱਚ ਭੁਗਤੇ ਨੇ। ਜਿਨ੍ਹਾਂ ਨੇ ਉਹਨੂੰ ਨਹੀਂ ਅਪਣਾਇਆ ਉਹ ਕੌਮੀਅਤ ਦੇ ਹੱਕ 'ਚ ਕਦੇ ਵੀ ਨਹੀਂ ਭੁਗਤੇ ਤੇ ਉਹਨਾਂ ਨੇ ਕਦੇ ਵੀ ਨਹੀਂ ਭੁਗਤਣਾ। ਹੁਣ ਪ੍ਰੋਬਲਮ ਕੀ ਹੈ, ਭਾਰਤ ਦੇ ਵਿੱਚ ਬਾਕੀ ਕਿੰਨੇ ਧਰਮਾਂ ਦੇ ਧਾਰਮਿਕ ਸਥਾਨ ਨੇ, ਕੋਈ ਧਰਮਾਂ ਦਾ ਕਿਸੇ ਵੀ ਧਾਰਮਿਕ ਸਥਾਨ ਨੂੰ ਸਰਕਾਰ ਦੇ ਕਬਜ਼ੇ ਥੱਲੇ ਦੇਖ ਰੇਖ ਨਹੀਂ ਕੀਤੀ ਜਾਂਦੀ। ਸਿਰਫ ਤੇ ਸਿਰਫ ਇੱਕੋ ਹੀ ਆ ਜਿਹੜਾ ਕਿ ਸਿੱਖਾਂ ਦਾ ਧਰਮ ਸਥਾਨ ਹੈ ਜਾਂ ਧਾਰਮਿਕ ਜਗ੍ਹਾ ਸੰਸਥਾਵਾਂ ਨੇ ਜਿਹੜੀਆਂ ਉਸ ਥੱਲੇ ਚੱਲਦੀਆਂ ਨੇ। ਇਹਦਾ ਕਾਰਨ ਇਹ ਹੈ ਕਿ ਜਿਹੜੀ ਵਿਚਾਰਧਾਰਾ ਵਿਲੱਖਣਤਾ ਦੇ ਭਾਰਤ ਦੇ ਬਾਕੀ ਧਾਰਮਿਕ ਅਕੀਦਿਆਂ ਤੋਂ ਲਾਂਭੇ ਹਟ ਕੇ ਸ਼ਬਦ ਦੀ ਤੇ ਪਰਨਾ ਕੇ ਤੇ ਉਸ ਦੇ ਨਾਲ ਜੀਵਨ ਜਿਉਣ ਦੀ ਕਿਰਿਆ ਨੂੰ ਮਨੁੱਖੀ ਜੀਵਨ ਦਾ ਹਿੱਸਾ ਬਣਾਇਆ ਸੀ, ਉਸ ਨੂੰ ਤੋੜਿਆ ਕਿਵੇਂ ਜਾਵੇ। ਜਦੋਂ ਮਨੁੱਖ ਪਰਚਾ ਜਿਹੜਾ ਸ਼ਬਦ ਆ ਤੇ ਪੂਜਾ ਅਕਾਲ ਦੀ ਪ੍ਰਕਿਰਿਆ ਨੂੰ ਜੀਵਨ ਚੋਂ ਵੱਖ ਕਰ ਲੈਂਦਾ ਤੇ ਉਸ ਨੂੰ ਫਿਰ ਪੂਜਾ ਪ੍ਰਤਿਸ਼ਠਾ ਦੇ ਸਾਹਮਣੇ ਰੱਖ ਕੇ ਕਰਦਾ, ਜਿਵੇਂ ਅਸੀਂ ਆਪਣੇ ਗੁਰਦੁਆਰਿਆਂ 'ਚ ਅੱਜ ਕਰ ਰਹੇ ਹਾਂ। ਠੀਕ ਹੈ, ਇਸ ਦੇ ਜਿਹੜੇ ਕਰਨ ਦੇ ਤਰੀਕੇ ਨੇ ਉਹ ਬੇਸਿਕਲੀ ਜੀਵਨ ਜਾਂਚ ਨਾਲੋਂ ਹਟਾ ਕੇ ਪੂਜਾ ਪ੍ਰਤਿਸ਼ਠਾ ਦੇ ਉੱਤੇ ਲਾ ਦਿੱਤੇ ਗਏ ਨੇ। ਹੁਣ ਇਹ ਜਿਹੜੀ ਚੀਜ਼ ਮਾਨਸਿਕ ਤੌਰ ਦੇ ਉੱਤੇ ਵਿਗਾੜ ਪੈਦਾ ਕਰਦੀ ਹੋਵੇ ਉਸ ਨੂੰ ਵਾਰ-ਵਾਰ ਮਨੁੱਖ ਯਾਦ ਕਰਦਾ ਰਹੇ ਜਾਂ ਉਹਦੀ ਪ੍ਰੈਕਟਿਸ ਕਰਦਾ ਰਹੇ, ਉਹਦੇ ਨਾਲ ਤਾਂ ਵਿਗਾੜ ਦੂਰ ਨਹੀਂ ਹੋਣਾ, ਕਿਉਂਕਿ ਉਸ ਵਿਗਾੜ ਦਾ ਤਾਂ ਹਿੱਸਾ ਉਹ ਜਿੰਨੀ ਦੇਰ ਤੱਕ ਕੌਮੀ ਪੱਖ ਦੇ ਵਿੱਚ ਇਸ ਵਿਚਾਰਧਾਰਾ ਨੂੰ, ਹੁਣ ਦੇਖੋ ਸਾਡੀਆਂ ਵੱਖਰੀਆਂ ਜਥੇਬੰਦੀਆਂ, ਅਗਰ ਇੱਕ ਜਥੇਬੰਦੀ ਦੇ ਖਿਲਾਫ ਕੋਈ ਦੂਸਰਾ ਵਿਅਕਤੀ ਜਥੇਬੰਦੀ ਦੇ ਕਿਸੇ ਚੀਜ਼ ਦੀ ਅਸਹਿਮਤੀ ਪ੍ਰਗਟ ਕਰਦਾ, ਉਹਦੇ ਹਮਾਇਤੀ ਬਜਾਏ ਦੇ ਕਿ ਹਲੀਮੀ ਨਾਲ ਉਹਨੂੰ ਗੱਲ ਕਰਨ, ਉਸ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਤੱਕ ਚਲੇ ਜਾਂਦੇ ਨੇ, ਲੇਕਿਨ ਹੁੰਦੇ ਉਹ ਵੀ ਸਿੱਖ ਨੇ। ਇਹਦਾ ਕਾਰਨ ਕੀ ਹੈ? ਕਾਰਨ ਹੈ, ਸਭ ਤੋਂ ਵੱਡਾ ਕਾਰਨ ਹੈ ਕਿ ਗੁਰੂ ਸਾਹਿਬਾਨ ਨੇ ਜਦੋਂ ਮਨੁੱਖ ਦੇ ਵਿੱਚ ਤਬਦੀਲੀ ਲਿਆਂਦੀ, ਉਹਨਾਂ ਨੇ ਮਾਨਸਿਕ ਆਜ਼ਾਦੀ ਦੀ ਪਹਿਚਾਣ ਕਰਾ ਕੇ ਜਿਉਣ ਦਾ ਵੱਲ ਸਿਖਾਇਆ ਸੀ। ਅੱਜ ਜਿਹੜੀ ਚੀਜ਼ ਅਸੀਂ ਕਰ ਰਹੇ ਹਾਂ, ਅਸੀਂ ਮਾਨਸਿਕ ਗੁਲਾਮੀ ਨੂੰ ਗੁਲਾਮੀ ਸਮਝਦੇ ਹਾਂ, ਪਰ ਉਹਦਾ ਸੱਭਿਆਚਾਰ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ। ਸੱਭਿਆਚਾਰ ਤੇ ਜੀਵਨ ਦੇ ਵਿੱਚ ਮਾਨਸਿਕਤਾ ਨੇ ਬਣਾਉਣੇ ਨੇ ਤੇ ਮਾਨਸਿਕਤਾ ਨੇ ਸਰੀਰ ਨੂੰ ਚਲਾਉਣਾ ਹੈ, ਬੁੱਧ ਨੇ ਸਰੀਰ ਨੂੰ ਚਲਾਉਣਾ। ਜੇ ਬੁੱਧ ਦੇ ਵਿੱਚ ਹੀ ਇਹ ਰੁਕਾਵਟਾਂ ਜਾਂ ਬੁੱਧ ਦੇ ਵਿੱਚ ਹੀ ਇਹਦਾ ਖਲਾ ਖੜ ਕੇ ਮਨੁੱਖ ਸ਼ਕਲ ਦੇ ਤੌਰ ਦੇ ਉੱਤੇ ਜਾਂ ਕਰਮਕਾਂਡ ਦੇ ਤੌਰ ਦੇ ਉੱਤੇ ਧਰਮ ਨੂੰ ਅਪਣਾ ਕੇ ਕਰਨ ਦੀ ਕੋਸ਼ਿਸ਼ ਕਰੂ, ਭਾਵੇਂ ਅਸੀਂ ਸਦੀਆਂ ਹੋਰ ਕਰਦੇ ਰਹੀਏ, ਇਹ ਹਾਲਾਤ ਇੱਦਾਂ ਹੀ ਰਹੇ ਨੇ। ਇਹਦਾ ਕੋਈ ਹੋਰ ਹੀਲਾ ਨਹੀਂ। ਇਸੇ ਕਰਕੇ ਬਣੀ ਹੋਈ ਚੀਜ਼ ਅਖੀਰ ਤੇ ਜਾ ਕੇ ਟੁੱਟ ਕਿਉਂ ਜਾਂਦੀ ਹੈ, ਇਹ ਸਵਾਲ ਸੀ ਤੁਹਾਡੀ ਲੇਖਣੀ 'ਚ। ਮੈਂ ਵੀ ਉਹ ਲੇਖਣੀ ਪੜ੍ਹੀ ਹੈ ਜਿਹੜੀ ਤੁਸੀਂ ਸੁਣਾਈ ਹੈ। ਉਹਦਾ ਮੇਨ ਕਾਰਨ ਇਹ ਹੈ, ਅਸੀਂ ਅਕਾਲ ਦੀ ਦਿੱਤੀ ਹੋਈ ਗਿਆਨ ਜਿਹੜੀ ਕਿਹਾ ਸੀ ਉਸ ਨੂੰ ਜੀਵਨ ਦਾ ਹਿੱਸਾ ਬਣਾਉਣ ਦੀ ਬਜਾਏ ਉਹਨੂੰ ਪੂਜਣਾ ਸ਼ੁਰੂ ਕਰਤਾ। ਜਿੰਨੀ ਦੇਰ ਸਿੱਖ ਉਹਦੀ ਪੂਜਾ ਕਰਦਾ ਰਹੂਗਾ ਉਨੀ ਦੇਰ ਦੁਸ਼ਵਾਰੀ ਉਹਦੇ ਗਲੋਂ ਕਦੇ ਨਹੀਂ ਨਿਕਲਣੀ, ਕਿਉਂਕਿ ਅਸੀਂ ਮਾਨਸਿਕ ਤੌਰ ਤੇ ਗੁਲਾਮ ਹਾਂ। ਧੰਨਵਾਦ ਸਰਦਾਰ ਜੀ। ਧੰਨਵਾਦ ਜੀ। ਤਾਂ ਗੁਰਮੇਲ ਸਿੰਘ ਜੀ, ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ, ਆਪਣਾ ਜਿਹੜਾ ਹੈਗਾ ਨਾ, ਹਰੇਕ ਸਾਰਾ ਕਹਿੰਦੇ ਮੈਂ ਹੀ ਕਮਾਂਡਰ ਆ, ਕਿਸੇ ਦੀ ਗੱਲ ਨਾ ਸੁਣਾ, ਆਪਦੇ ਆਪ ਨੂੰ ਨੀਵਾਂ ਸਮਝਦਾ ਨਹੀਂ, ਮੈਂ ਸਾਰਿਆਂ ਤੋਂ ਉੱਚਾ ਹੀ ਉੱਚਾ। ਇਹ ਗੱਲ ਜਿਹੜੀ ਆਪਣੀ ਕੌਮ ਨੂੰ ਬੜੀ ਘਾਟੇ ਵਾਲੀ ਆ। ਇਕੱਠੇ ਬਹਿ ਕੇ ਆਪਣਾ ਕੋਈ ਸਲਾਹ ਨਹੀਂ ਕਰਦੀ। ਅੱਗੇ ਤੱਕ ਸਭ ਤੇ ਜਾਂਦੇ ਸਾਰੇ ਹਥਿਆਰ ਬਾਹਰ ਰੱਖ ਕੇ ਜਾਂਦੇ, ਜੋ ਮਤਾ ਪਾਸ ਸਾਰੇ ਉੱਤੇ ਫੁੱਲ ਚੜਾਉਂਦੇ ਸੀਗੇ। ਜਿਵੇਂ ਜਿਵੇਂ ਆਪਦੀ ਆਪਣੀ ਈਗੋ ਵਧਾਉਣ ਲਈ ਇਹ ਸਾਰੇ ਇੱਕ ਤਾਂ ਕੰਮ ਡੱਡੂਆਂ ਦੀ ਪਸੇਰੀ ਵਾਲਾ ਹੋ ਗਿਆ ਜੀ। ਹੋਰ ਕੰਮ ਸਿੱਖਣ ਦੀ ਭਾਵਨਾ ਨਹੀਂ ਮਾੜੀ। ਇਹ ਜਿਹੜੀ ਹਉਮੈ ਲਈ ਕੇ ਬਹਿ ਜਾਂਦੀ ਹੈ ਆਪਣੀ ਕੌਮ ਨੂੰ। ਸਤਿ ਸ਼੍ਰੀ ਅਕਾਲ ਜੀ। ਸਰ ਜਗਮੇਲ ਸਿੰਘ ਜੀ, ਲਾਈਨ ਨੰਬਰ 1। ਹਾਂਜੀ ਸਿੰਘ ਸਾਹਿਬ ਜੀ, ਗੱਲ ਇਹ ਹੈ ਵੀ ਜਿਹੜੀ ਤੁਸੀਂ ਗੱਲ ਕਹੀ ਵੀ ਸਾਡੀ ਜਥੇਬੰਦੀ ਉਹ ਇੱਕ ਕਿਉਂ ਨਹੀਂ ਬਣਦੀ, ਉਹ ਇਉਂ ਹੈ ਬਈ ਤੁਸੀਂ ਇੱਕ ਜ਼ਿਕਰ ਕੀਤਾ ਸੀ ਥੋੜ੍ਹੀ ਦੇਰ ਪਹਿਲਾਂ ਕਿ ਦੁਨੀਆ ਦੇ ਸਭ ਮੁਲਕਾਂ ਨੇ ਗੱਲ ਮੰਨੀ ਕਿ ਸਿੱਖ ਸੇਵਾ ਕਰਨ ਦੇ ਵਿੱਚ, ਲੰਗਰ ਛਕਾਉਣ 'ਚ 1 ਨੰਬਰ ਤੇ ਹੈ ਔਰ ਇਹਨਾਂ ਦਾ ਕੋਈ ਮੁਕਾਬਲਾ ਹੋਰ ਨਹੀਂ ਕਰ ਸਕਦਾ। ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ
ਇੰਗਲੈਂਡ ਵਾਲੇ ਲੋਕ ਅੰਗਰੇਜ਼ ਦਾ ਉੱਥੇ ਰਾਜ ਰਿਹਾ, ਅੰਗਰੇਜ਼ ਸਿੱਖ ਕੌਮ ਵਾਸਤੇ ਬਹੁਤ ਵਧੀਆ ਜਾਣਦਾ, ਲੇਕਿਨ ਹੁਣ ਉੱਥੇ ਸੈਂਸਸ ਹੋਣੀ ਹੈ ਔਰ ਉਹਦੇ ਵਿੱਚ ਸਿੱਖ ਧਰਮ ਦਾ ਖਾਨਾ ਨਹੀਂ ਹੈ। ਇਹ ਹੋ ਸਕਦਾ ਹੈ ਵੀ ਉੱਥੇ ਜਿਹੜੇ ਸਾਡੇ ਮੈਂਬਰ ਪਾਰਲੀਮੈਂਟ ਨੇ ਉਹ ਪੂਰਾ ਯਤਨ ਕਰ ਰਹੇ ਹੋਣ, ਲੇਕਿਨ ਅਜੇ ਤੱਕ ਉਹਦੇ 'ਚ ਉਹ ਕਾਮਯਾਬ ਨਹੀਂ ਹੋਏ। ਹੁਣ ਰਹੀ ਗੱਲ ਅਕਾਲੀ ਹੋਣਾ ਮਾਣ ਦੀ ਗੱਲ ਹੈ। ਅਕਾਲੀ ਜਿਹੜੇ ਸੀ ਉਹ ਕੁਰਬਾਨੀ ਵਾਲੇ, ਉਹ ਬਹੁਤ ਪਿਛਾਂਹ ਚਲੇ ਗਏ ਔਰ ਉਹਨਾਂ ਦੀ ਜਥੇਬੰਦੀ ਜਿੰਨੀ ਦੇਰ ਰਹੀ ਉਹ ਮਜ਼ਬੂਤ ਵੀ ਰਹੀ। ਤੇ ਜਦੋਂ ਨਾ ਕੁਰਬਾਨੀ ਕਰਨ ਵਾਲੇ ਕੁਰਬਾਨੀ ਵਾਲਿਆਂ ਦੇ ਆਗੂ ਬਣ ਬੈਠਣ ਤੇ ਸਾਧਾਂ ਦੀ ਗੱਲ ਕਰੀਏ, ਜੇ ਕਹਿੰਦੇ ਇੱਟ ਚੱਕੀ ਤੋਂ ਸਾਧ ਨਿਕਲਦਾ ਤੇ ਇੱਕ ਇੱਕ ਇੱਟ ਤੇ ਚਾਰ ਚਾਰ ਸਾਧ ਬੈਠੇ ਆ। ਇਹ ਹਾਲ ਹੈ ਕਿ ਕੁਝ ਸੰਤ ਉਹ ਵੀ ਹੋਣਗੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਿੱਖ ਕੌਮ ਨੂੰ ਜੋੜਦੇ ਹੋਣਗੇ, ਲੇਕਿਨ ਬਹੁਤੇ ਉਹ ਨੇ ਜਿਹੜੇ ਇਲਾਕੇ ਦਾ ਸਾਰਾ ਦੁੱਧ ਪੀਏ ਤੇ ਉਹ ਵੋਟਾਂ ਵਾਲੀ ਮਸ਼ੀਨ ਬਣ ਗਈ ਸਿਆਸਤਦਾਨਾਂ ਵਾਸਤੇ। ਔਰ ਜਿਨ੍ਹਾਂ ਦਾ ਰਾਜ ਰਿਹਾ ਇੰਨੀ ਦੇਰ, ਉਹਨਾਂ ਨੇ ਸਿੱਖੀ ਦੀ ਖਾਤਰ ਤੇ ਪੰਜਾਬੀ ਮਾਂ ਬੋਲੀ ਦੀ ਖਾਤਰ ਕਰਨਾ ਤਾਂ ਕੀ ਸੀ, ਬਲਕਿ ਇਸ ਨੂੰ ਜਿੰਨਾ ਖੋਰਾ ਉਹਨਾਂ ਨੇ ਲਾਇਆ ਉਹਨਾਂ ਹੋਰ ਕਿਸੇ ਨੇ ਨਹੀਂ ਲਾਇਆ। ਤੇ ਇਹ ਪਹਿਲੇ ਕਾਲਰ ਸਾਹਿਬਾਨ ਬਹੁਤ ਕੁਝ ਕਹਿ ਚੁੱਕੇ ਆ, ਮੈਂ ਹੋਰ ਟਾਈਮ ਨਹੀਂ ਲਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਵਪਾਰਕ ਸੰਦੇਸ਼। ਜਸਵਿੰਦਰ ਸਿੰਘ ਜੀ, ਦਿਓਲ ਸਾਹਿਬ ਤੇ ਹਰਮੀਤ ਸਿੰਘ ਜੀ, ਮੈਂ ਗੱਲਬਾਤ ਤੁਹਾਡੇ ਨਾਲ ਆ ਕੇ ਕਰਦਾ, ਉਡੀਕਿਓ। ਸਿੰਘ ਜੀ ਲਾਈਨ ਨੰਬਰ 3। ਹਾਂਜੀ ਬਾਈ ਹਰਜੀਤ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਫਤਿਹ ਜੀ, ਗੁਰਫਤਿਹ। ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ ਤੁਹਾਡਾ ਮੈਂ ਪ੍ਰੋਗਰਾਮ ਸੁਣ ਰਿਹਾ। ਸਵੇਰ ਦਾ ਬਹੁਤ ਵਧੀਆ ਪ੍ਰੋਗਰਾਮ ਸੀਗਾ। ਗੱਲ ਇਸ ਤਰ੍ਹਾਂ ਗਿੱਲ ਸਾਹਿਬ ਜੀ, ਗੱਲ ਆਪਾਂ ਨਾ ਛੋਟੇ ਹੁੰਦੇ ਸੀਗੇ, ਇੱਕ ਸਾਨੂੰ ਫੱਟੀਆਂ ਦਿੱਤੀਆਂ ਹੁੰਦੀਆਂ ਸੀਗੀਆਂ, ਜਿਹੜੀਆਂ ਦੂਸਰੀਆਂ ਫੱਟੀਆਂ ਹੁੰਦੀਆਂ ਸੀ ਲੱਕੜ ਦੀਆਂ, ਉਹਦੇ ਉੱਤੇ ਪੂਰਨੇ ਪਾਏ ਜਾਂਦੇ ਸੀਗੇ। ਪਹਿਲਾਂ ਸਾਨੂੰ ਨਾ ਜਦੋਂ ਨਹੀਂ ਲਿਖਣਾ ਆਉਂਦਾ ਸੀ ਤਾਂ ਪੂਰਨੇ ਪਾ ਦਿੰਦੇ ਸੀਗੇ, ਤਾਂ ਫਿਰ ਉਹਦੇ ਤੇ ਵਧੀਆ ਲਿਖਾਈ ਹੋ ਜਾਂਦੀ ਸੀ। ਇਸੇ ਤਰ੍ਹਾਂ ਸਿੱਖ ਕੌਮ ਦੇ ਇਤਿਹਾਸ ਨੇ ਪੂਰਨੇ ਪਾਏ ਹੋਏ ਨੇ। ਉਹੀ ਯੂਕੇ ਦੀ ਧਰਤੀ ਹੈ ਜਿੱਥੇ ਦਾ ਆਪਾਂ ਲੇਖ ਪੜ੍ਹਦੇ ਹਾਂ ਵਰਲਡ ਦੇ ਵਿੱਚ, ਅੱਜ ਉਸੇ ਧਰਤੀ ਦੇ ਉੱਤੇ ਸਰਦਾਰ ਕਿਸ਼ਨ ਸਿੰਘ ਗੜਗੱਜ ਹੁਸ਼ਿਆਰਪੁਰ ਦੀ ਧਰਤੀ ਤੇ ਬੈਠੇ ਸੀ ਕੁਝ ਸਿੰਘ ਉਸ ਵਕਤ ਆ ਕੇ 1905 ਦੇ ਵਿੱਚ। ਹੈਲੋ, ਮੇਰੀ ਆਵਾਜ਼ ਆ ਰਹੀ ਜੀ? ਸੁਣ ਰਿਹਾ ਜੀ, ਸੁਣ ਰਿਹਾ, ਮੈਂ ਗੱਲ ਸੁਣ ਰਿਹਾ। ਹਾਂਜੀ, ਉਸ ਵਕਤ ਕੌਮ ਦੇ ਵਿੱਚ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਦਾ ਰੱਖਣਾ ਤੇ ਬੜੇ ਵੱਡੇ ਪੱਧਰ ਤੇ ਕੌਮ ਦੇ ਵਿੱਚ ਫੁੱਟ ਉਸ ਟਾਈਮ ਤੋਂ ਵੀ ਸ਼ੁਰੂ ਹੋ ਗਈ ਸੀ। ਜਿੱਦਾਂ ਅੱਜ ਮਸਲੇ ਖੜੇ ਆ ਨਾ, ਇਸੇ ਤਰ੍ਹਾਂ ਮਸਲੇ ਉਸ ਵਕਤ ਵੀ ਸੀਗੇ। ਉਹਨਾਂ ਨੇ ਇੱਕ ਮਿਸ਼ਨ ਸ਼ੁਰੂ ਕਰਤਾ ਕਿ ਅੱਜ ਤੋਂ ਬਾਅਦ ਕੋਈ ਵੀ ਸਿੱਖ ਮਸਲਾ ਉਠਾਊਗਾ ਨਹੀਂ, ਸਿਰਫ ਉਹ ਸਿੱਖ ਸਾਡੇ ਨਾਲ ਜੁੜੇ ਜਿਹੜਾ ਗੁਰਦੁਆਰੇ ਆਜ਼ਾਦ ਕਰਾਉਣ ਦੀ ਗੱਲ ਕਰਦਾ। ਤੇ ਉਸ ਵਕਤ ਉਹਨਾਂ ਨੇ ਬੜੀ ਵੱਡੀ ਲਹਿਰ ਖੜੀ। ਕੋਈ ਉਹਨਾਂ ਕੋਲ ਸੋਸ਼ਲ ਮੀਡੀਆ ਨਹੀਂ ਸੀ, ਕੋਈ ਕੁਛ ਨਹੀਂ ਸੀਗਾ, ਪਰ 1916 ਤੱਕ ਜਾ ਕੇ ਉਹਨਾਂ ਨੇ ਦੇਖ ਲਓ ਦਰਬਾਰ ਆਪਣੇ ਭਾਰਤ ਦੀ ਧਰਤੀ ਤੇ, ਆਪਾਂ ਇਤਿਹਾਸ ਸਾਰੇ ਜਾਣਦੇ ਹਾਂ। ਪਰ ਇਹ ਜਿਹੜੇ ਮਸਲੇ ਸੀਗੇ, ਅੱਜ ਸਾਡੀ ਕੌਮ ਦਾ ਨਾ ਇਕੱਠੇ ਹੋਣ ਦਾ ਕਾਰਨ ਵੀ ਸਾਡੇ ਮਸਲੇ ਆ ਜਿਹੜੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਪਾਏ ਹੋਏ ਆ। ਜਦੋਂ ਅਸੀਂ ਇਹਨਾਂ ਨੂੰ ਬਿਠਾ ਕੇ, ਜਦੋਂ ਉਹਨਾਂ ਨੇ ਦੇਖੋ, ਉਹਨਾਂ ਨੇ ਉਸ ਵਕਤ ਕਿਹਾ ਸੀਗਾ ਕਿ ਦਰਬਾਰ ਸਾਹਿਬ ਤੇ ਅਕਾਲ ਤਖਤ ਤੇ ਤੁਹਾਨੂੰ ਬਿਠਾ ਦੇਂਗੇ, ਸਮੁੱਚੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਤੁਸੀਂ ਬੈਠ ਕੇ ਫੈਸਲੇ ਕਰ ਲਿਓ, ਪਰ ਪਹਿਲਾਂ ਸਾਡਾ ਜਿਹੜਾ ਕੰਮ ਹੈ ਉਹ ਆਜ਼ਾਦ ਕਰਾਉਣਾ। ਉਹਨਾਂ ਨੇ ਉਹੀ ਸਾਰਾ ਕੁਝ ਕਰਕੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤੇ 13 ਸਾਲ ਬੈਠ ਕੇ ਉਹਨਾਂ ਨੂੰ ਜੋ ਮਸਲੇ ਸੀ ਉਹ ਸੰਭਾਲ ਲਏ। ਤੇ ਉਸ ਤੋਂ ਉਪਰੰਤ 1947 ਤੋਂ ਬਾਅਦ ਤੁਹਾਡੇ ਸਾਹਮਣੇ ਹਾਲਾਤ ਆ। ਅੱਜ ਵੀ ਸਾਨੂੰ ਉਹੀ ਸਿਸਟਮ ਆਰੰਭ ਕਰਨਾ ਚਾਹੀਦਾ ਕਿ ਜਿਹਦਾ ਸਮੁੱਚੀਆਂ ਪੰਥਕ ਜਥੇਬੰਦੀਆਂ ਦਾ ਇੱਕ ਨੁਮਾਇੰਦਾ ਲਿਆ ਕੇ ਬਿਠਾ ਕੇ ਕਿਸੇ ਵੀ ਕੰਟਰੀ ਦੇ ਵਿੱਚ ਉਹਨਾਂ ਨੂੰ ਬੈਠ ਕੇ ਵਿਚਾਰ ਹੋਵੇ। ਜਿਹੜੇ ਮਸਲੇ ਆ ਸਾਡੇ ਉਹ ਬਾਅਦ ਵਿੱਚ ਹੋ ਜਾਣਗੇ ਹੱਲ। ਪਹਿਲਾਂ ਅਸੀਂ ਪੰਜਾਬ ਦੀ ਸਿੱਖ ਕੌਮ ਵਾਸਤੇ ਜਾਂ ਗੁਰੂ ਘਰਾਂ ਦੇ ਵਾਸਤੇ ਕੀ ਕਰਨਾ ਚਾਹੁੰਦੇ ਆ, ਜਾਂ ਪੰਜਾਬ ਦੀ ਜਨਤਾ ਵਾਸਤੇ ਅਸੀਂ ਕੀ ਕਰਨਾ ਚਾਹੁੰਦੇ ਆ। ਵਰਲਡ ਦੇ ਵਿੱਚ ਆਪਣੇ ਸਿੱਖ ਬੈਠੇ ਆ, ਘੱਟੋ ਘੱਟ ਨਹੀਂ 13 MP ਆ ਪੰਜਾਬ ਦੀ ਧਰਤੀ ਤੇ, 13 ਸਿੱਖ ਆਪਣੇ ਉੱਥੇ ਬਿਠਾਏ ਜਾਣ, ਪੰਜਾਬੀ ਇਨਸਾਨੀਅਤ ਦੇ ਤੌਰ ਤੇ ਸੇਵਾ ਕਰੇ ਉੱਥੇ, ਤੇ ਵਰਲਡ ਲੈਵਲ ਤੋਂ ਸਿੱਖ ਉਹਦੀ ਸਪੋਰਟ ਕਰੇ। ਜਿਹੜੇ ਕੰਮ ਗੌਰਮੈਂਟ ਕਰਦੀ ਆ, ਜਿਹੜੇ ਰਹਿ ਜਾਂਦੇ ਕੰਮ ਉਹ ਖੁਦ ਆਪਣੇ ਬਾਕੀ ਦੇ ਕੰਮ ਕਰਨ, ਤਾਂ ਕਿ ਪੰਜਾਬ ਦੀ ਜਨਤਾ ਖੁਦ ਜਿਹੜੇ ਉਹਨਾਂ ਦੇ ਕੰਮ ਨੇ ਉਹ ਕਰਨਗੇ ਤੇ ਲੋਕ ਆਪਣੇ ਆਪ ਉਹਨਾਂ ਨੂੰ ਚਾਹਣਗੇ ਠੀਕ ਆ ਜੀ, ਆਹ ਕੰਮ ਸਾਨੂੰ ਆਹ ਬੰਦੇ ਚਾਹੀਦੇ, ਆਹ ਚਾਹੀਦੇ, ਆਪਣੇ ਪਤਾ ਲੱਗ ਜਾਏਗਾ। ਧੰਨਵਾਦ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ, ਧੰਨਵਾਦ। ਗਿੱਲ ਸਾਹਿਬ ਲਾਈਨ ਨੰਬਰ 4। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਗਿੱਲ ਸਾਹਿਬ ਦੇਖੋ,
ਮੈਨੂੰ ਲੱਗਦਾ ਵੀ ਸਾਨੂੰ ਸਮੱਸਿਆ ਦਾ ਹੱਲ ਕੱਢਣ ਤੋਂ ਪਹਿਲਾਂ ਸਮੱਸਿਆ ਬਾਰੇ ਪਤਾ ਵੀ ਹੈਗਾ। ਇਹਦੇ ਬਾਰੇ ਆਪਾਂ ਨੂੰ ਮੇਰੇ ਖਿਆਲ ਨਾਲ ਵੱਡੀ ਜਾਗਰੂਕ ਹੋਣ ਦੀ ਲੋੜ ਆ। ਮੇਰੇ ਖਿਆਲ ਦੇ ਨਾਲ ਜਿੰਨਾ ਕੁ ਮੈਂ ਹੁਣ ਸਾਰੀਆਂ ਜਿਹੜੀਆਂ ਆਪਣੀਆਂ ਅੱਜ ਦੀਆਂ ਮਿਸਲਾਂ ਆ ਜਿੰਨੀਆਂ ਮੈਂ ਇਹਨਾਂ ਨੂੰ ਬਾਜਦਾ ਆ, ਤਕਰੀਬਨ ਇਹ 1849 ਤੋਂ ਪਹਿਲੇ ਜਿਹੜਾ ਸਾਡਾ ਇਤਿਹਾਸ ਆ ਉਹਨੂੰ ਜਿਹੜੀ ਉਹਦੀ ਵਿਆਖਿਆ ਕਰਦੇ ਆ, ਉਹ ਜਿਹੜੀਆਂ ਅੱਜ ਦੀਆਂ ਸੰਸਥਾਵਾਂ ਨੇ ਘੜੀ ਵਿਆਖਿਆ, ਉਹ ਵਿਆਖਿਆ ਰਾਹੀਂ ਹੀ ਸਮਝ ਰਹੇ ਆ। ਉਸ ਵਿਆਖਿਆ ਨੂੰ ਸਮਝਣ ਦੇ ਲਈ ਤੁਹਾਨੂੰ ਪੁਰਾਣੇ ਇਤਿਹਾਸਕਾਰ ਜਿਹੜੇ ਉਸ ਸਮੇਂ ਦੇ ਸਮਕਾਲੀ 1849 ਉਹਨਾਂ ਨੂੰ ਮੇਰੇ ਖਿਆਲ ਨਾਲ ਉਹ ਪ੍ਰਬੰਧ ਨੂੰ ਸਾਰੇ ਨੂੰ ਸਮਝਾਂਗੇ ਤਾਂ ਸਮੱਸਿਆਵਾਂ ਦਾ ਹੱਲ ਫੇਰ ਛੇਤੀ ਨਿਕਲਦਾ ਆ। ਕਿਉਂਕਿ ਆਪਾਂ ਜਥੇਬੰਦੀ ਕਹਿੰਦੇ ਨੇ, ਜਥੇਬੰਦੀ ਕੋਈ ਨਹੀਂ ਹੁੰਦੀ। ਜਥੇਬੰਦੀ ਸਿੱਖ ਪੰਥ ਆਪਣੇ ਆਪ 'ਚ ਇੱਕ ਜਥੇਬੰਦੀ ਆ। ਇਹ ਮਿਸਲਾਂ ਆ ਛੋਟੀਆਂ ਛੋਟੀਆਂ ਮਿਸਲ ਜਦੋਂ ਆਪਣੇ ਆਪ ਨੂੰ ਜਥੇਬੰਦੀ ਸਮਝੀਏ ਬਹੁਤ ਵੱਡੀ ਸਮੱਸਿਆ। ਜੇ ਇਤਿਹਾਸ ਦੇ ਵਿੱਚ ਤੁਸੀਂ ਪਹਿਲਾਂ ਦੱਸੀ ਜਿਹੜੀ ਦਲ ਖਾਲਸਾ ਦੀ 1748 ਦੀ ਘਟਨਾ ਨਾ ਬਣੀ, ਦਲ ਖਾਲਸਾ ਨਾ ਬਣਦਾ ਕਦੇ ਅੱਜ ਤੱਕ ਆਪਣਾ ਇਤਿਹਾਸ 'ਚ ਰਾਜ ਨਹੀਂ ਆਉਣਾ ਸੀਗਾ। ਬਾਬਾ ਬੰਦਾ ਸਿੰਘ ਬਹਾਦਰ ਵਾਲੀ ਪਹਿਲੇ ਇਤਿਹਾਸ ਵੱਖਰਾ ਹੈ ਕਿਉਂਕਿ ਪਹਿਲਾਂ ਉਹ ਉਦੋਂ 65-70 ਛੋਟੀਆਂ ਮਿਸਲਾਂ ਦੇ ਸਰਦਾਰ ਆਸ ਵਿੱਚ ਖਿੰਡੇ ਵੰਡੇ ਗਏ। ਉਹ ਜ਼ਰੂਰ ਮੁਗਲ ਅੰਪਾਇਰ ਨਾਲ ਲੜਦੇ ਸੀਗੇ ਪਰ ਉਹ ਗੱਲ ਨਹੀਂ ਸੀਗੀ। ਜਦੋਂ ਆਖਰ ਨੂੰ ਉਹਨਾਂ ਨੇ ਬੈਠੇ ਫਿਰ ਜਿਹੜਾ ਬੈਠ ਕੇ ਉਹਨਾਂ ਨੇ ਵਿਧੀ ਵਿਧਾਨ ਬਣਾਇਆ, ਜੇ ਉਹਨੂੰ ਅੱਜ ਦੇ ਕੰਪੈਰੀਜ਼ਨ ਤੁਸੀਂ ਅੱਜ ਦੇ ਮਾਡਰਨ ਸਟੇਟਾਂ ਦੇ ਢਾਂਚੇ ਨਾਲ ਕੰਪੈਰੀਜ਼ਨ ਕਰੋਗੇ, ਮੈਨੂੰ ਨਹੀਂ ਲੱਗਦਾ ਕਦੇ ਵੀ ਉੱਦਾਂ ਦਾ ਉਸ ਟਾਈਮ ਤੇ ਕਿਸੇ ਨੇ ਸੋਚਿਆ ਵੀ ਹੋਊਗਾ ਕਦੇ ਬੈਸਟ ਨੇ। ਉਹਨਾਂ ਨੇ 65-70 ਜਿਹੜੇ ਜਥੇ ਉਹਨਾਂ ਨੂੰ ਖਤਮ ਕਰਕੇ 12 ਮਿਸਲਾਂ ਬਣਾਈਆਂ, ਉਹਨਾਂ 'ਚੋਂ ਅਲੱਗ ਫੂਲਕੀਆਂ ਮਿਸਲਾਂ ਲੱਗ ਰਹੀ 11 ਜੁਦੀਆਂ ਕਰ ਦਿੱਤੀਆਂ, 11 ਦਾ ਇੱਕ ਜਥੇਦਾਰ ਬਣਾਇਆ, ਉਹ ਦਲ ਖਾਲਸਾ ਦੇ ਅਧੀਨ। ਤੇ ਸਾਰਿਆਂ ਨੂੰ ਇਹ ਖੁੱਲ੍ਹ ਦਿੱਤੀ ਗਈ ਵੀ ਜਿਹੜਾ ਮਰਜ਼ੀ ਜਥੇਦਾਰ, ਜਿਹੜੇ ਮਰਜ਼ੀ ਸਰਦਾਰ, ਜਿਹੜੀ ਮਰਜ਼ੀ ਮਿਸਲ 'ਚ ਜਾ ਸਕਦਾ ਆ ਤੇ ਸਾਰੇ ਭਾਈ ਹੋਊਗੇ, ਬਰਾਬਰ ਹੋਊਗੇ, ਕੋਈ ਕਿਸੇ ਨਾਲ ਭੇਦਭਾਵ ਨਹੀਂ ਹੋਊਗਾ। ਪਲੱਸ ਜਥੇਦਾਰੀ ਬਣਨ ਤੋਂ, ਮਿਸਲਾਂ ਬਣਨ ਤੋਂ ਬਾਅਦ ਵੀ ਜਿਹੜਾ ਮਰਜ਼ੀ ਜਦੋਂ ਮਰਜ਼ੀ ਛੱਡ ਕੇ ਜਿਹਨੂੰ ਮਰਜ਼ੀ ਜਿੱਧਰ ਜਾ ਸਕਦਾ ਆ। ਤੇ ਸਾਰੀਆਂ ਮਿਸਲਾਂ ਆਪਣੇ ਆਪ 'ਚ ਆਜ਼ਾਦ ਆ, ਇੰਟਰਨਲ ਤੌਰ ਤੇ ਉਹ ਆਪਣੀ ਖੁਦ ਮੁਖਤਿਆਰ ਆ। ਪਰ ਖਾਲਸਾ ਪੰਥ ਦੇ ਸਾਂਝੇ ਕਾਰਜ ਲਈ ਸਾਰੀਆਂ ਖਾਲਸਾ ਪੰਥ ਦਲ ਖਾਲਸਾ ਦੇ ਅਧੀਨ ਆ। ਮੈਨੂੰ ਲੱਗਦਾ ਅੱਜ ਦੇ ਸਮੇਂ 'ਚ ਸਾਡੇ ਕੋਈ ਵੀ ਇਸ ਵਿਜ਼ਨ ਤੇ ਕੰਮ ਨਹੀਂ ਕਰ ਰਿਹਾ। ਹਰ ਕੋਈ ਆਪਣੀ ਜਥੇਬੰਦੀ ਨੂੰ ਹੀ ਪ੍ਰਮੁੱਖ ਦੱਸ ਰਿਹਾ। ਉਹ ਆਪਣੀ ਜਥੇਬੰਦੀ ਲਈ ਸਤਿਕਾਰ ਵੱਧ ਤੋਂ ਵੱਧ ਚਾਹੁੰਦਾ ਆ, ਮੰਨ ਲਓ ਮਿਸਲ ਲਈ ਚਾਹੁੰਦਾ ਦੂਜਿਆਂ ਲਈ। ਇਹਦੇ ਵਿੱਚ ਦੇਖੋ ਮੇਰੇ ਖਿਆਲ ਦੇ ਨਾਲ ਜੇ ਇਹ ਚੀਜ਼ਾਂ ਆਪਾਂ ਉਸ ਆਪਣੇ ਇਤਿਹਾਸ ਨਾਲ ਜੁੜਾਂਗੇ ਫੇਰ ਜ਼ਿਆਦਾ ਸਮਝ ਆਉਂਦੀਆਂ। ਅਦਰਵਾਈਜ਼ ਮਾਡਰਨ ਸਟੇਟ ਦੇ ਵਿੱਚ ਉਹ ਜਿਹੜੀ ਮਾਡਰਨ ਸਟੇਟ ਦਾ ਸੰਵਿਧਾਨ ਆ ਉਹਦੇ ਅਕੋਰਡਿੰਗ ਉਹਦੀਆਂ ਸ਼ਰਤਾਂ ਦੇ ਅਧੀਨ ਹੀ ਸਾਰੀਆਂ ਆਪਾਂ ਚੀਜ਼ਾਂ ਮੰਨ ਰਹੇ ਆ। ਨੋ ਡਾਊਟ ਜੇ ਬਰਾਬਰ ਦਾ ਕੋਈ ਪ੍ਰਬੰਧ ਪਿਛਾ ਕੈਨੇਡਾ 'ਚ ਹੋਵੇ ਉਹਦਾ ਸਤਿਕਾਰ ਕਰਨਾ ਚਾਹੀਦਾ, ਪਰ ਜਿਹੜਾ ਪ੍ਰਬੰਧ ਬਰਾਬਰ ਦਾ ਸਰਕਾਰ ਦਾ ਨਹੀਂ, ਉਹ ਤੇ ਤੁਹਾਨੂੰ ਆਪਣਾ ਖਾਲਸਾ ਪੰਥ ਦੇ ਅਕੋਰਡਿੰਗ ਹੀ ਵਿਚਰਨਾ ਪੈਣਾ। ਈਵਨ ਉਦੋਂ ਖਾਲਸਾ ਪੰਥ ਦੇ ਵਿੱਚ ਕੇਵਲ ਤੇ ਕੇਵਲ ਬੁੱਢਾ ਦਲ ਨੂੰ ਅੰਮ੍ਰਿਤ ਛਕਾਉਣ ਦਾ ਹੱਕ ਸੀਗਾ ਤੇ ਖਾਲਸਾ ਰਾਜ ਦੇ ਪਤਨ ਤੱਕ ਬੁੱਢਾ ਦਲ ਅਕਾਲ ਤਖਤ ਤੇ ਕਾਬਜ ਰਿਹਾ। ਉਹਨਾਂ ਤੋਂ ਇਲਾਵਾ ਕੋਈ ਦੁਨਿਆਵੀ ਤੌਰ ਤੇ ਕਿਸੇ ਨੂੰ ਉਹ ਇਜਾਜ਼ਤ ਨਹੀਂ ਸੀਗੀ ਕਿਉਂਕਿ ਉਹਨਾਂ ਨੂੰ ਪਤਾ ਦੁਨਿਆਵੀ ਲੋਕ ਅੰਮ੍ਰਿਤ ਦਾ ਇਹ ਇਸ ਤਰੀਕੇ ਨਾਲ ਸਮਝੀ ਜਾਂਦੇ ਗਿਣਤੀ ਵਧਾਉਣ ਦੇ ਲਈ ਜਿੱਦਾਂ ਅੱਜ ਕੀਤਾ ਜਾਂਦਾ। ਜਿੱਦਾਂ ਬਾਬਿਆਂ ਨੇ ਵੀ ਮੈਂ ਲੱਖਾਂ ਦਾ ਆਖਿਆ ਤਾਂ ਮੈਂ ਲੱਖਾਂ ਨੂੰ ਅੰਮ੍ਰਿਤ ਛਕਾਤਾ, ਏਦਾਂ ਨਹੀਂ ਸੀਗਾ ਪ੍ਰਬੰਧ ਕਿਉਂਕਿ ਉਹ ਕਹਿਣੀ ਤੇ ਕਰਨੀ ਵਾਲੇ ਸੰਤ ਸਿਪਾਹੀ ਵਾਲੇ ਕਿਰਦਾਰ ਵਾਲੇ ਸੀਗੇ। ਮੇਰੇ ਖਿਆਲ ਨਾਲ ਉਹ ਸਾਨੂੰ ਇਤਿਹਾਸ ਜ਼ਿਆਦਾ ਸਮਝਣ ਦੀ ਲੋੜ ਆ। ਉਹਦੇ ਵਿੱਚ ਸਾਡੇ ਹੱਲ ਸਪਸ਼ਟ ਹੈ। ਈਵਨ 1922-23 ਦੇ ਵਿੱਚ ਅਕਾਲ ਤਖਤ ਸਾਹਿਬ ਦੇ ਦਰਬਾਰ ਸਾਹਿਬ ਦੇ ਆਲੇ ਦੁਆਲੇ 22-23 ਬੁੰਗੇ ਹੁੰਦੇ ਸੀਗੇ ਵੱਖ-ਵੱਖ ਮਿਸਲਾਂ ਸਰਦਾਰਾਂ ਦੇ ਪ੍ਰਬੰਧ ਦੇ। ਉਹ ਇਸ ਨਿਸ਼ਾਨੀ ਸੀਗੀ ਸੋਵਰੈਂਟੀ ਦੀ ਵੀ ਅਕਾਲ ਤਖਤ ਸਾਹਿਬ ਦੇ ਅਧੀਨ ਜਿੰਨਾ ਪ੍ਰਬੰਧ ਆ ਉਹ ਸਾਰਿਆਂ ਦੀ ਉੱਥੇ ਪ੍ਰੈਜੈਂਟੇਸ਼ਨ ਸੀਗੀ, ਮੰਨ ਲਓ ਨੁਮਾਇੰਦਗੀ ਸੀਗੀ। ਅੱਜ ਉੱਥੇ ਸਾਰੇ ਇੱਕ ਰਾਮਗੜੀਏ ਬੁੰਗੇ ਤੋਂ ਛੁੱਟ ਕੋਈ ਬੁੰਗਾ ਨਹੀਂ ਹੈਗਾ। ਸਿੰਘ ਸਭਾ ਵਾਲਿਆਂ ਤੋਂ ਬਾਅਦ ਉਹ ਕੌਣ ਖਾ ਗਿਆ, ਕਿੱਥੇ ਚਲੇ ਗਏ ਬੁੰਗੇ? ਕਹਿਣ ਤੋਂ ਬਾਅਦ ਸਾਡਾ ਇਤਿਹਾਸ ਸਾਨੂੰ ਸਾਰਾ ਸਮਝਣਾ ਪੈਣਾ। 1849 ਤੋਂ ਪਹਿਲਾਂ ਵੱਖਰਾ ਇਤਿਹਾਸ ਆ, ਉਸ ਤੋਂ ਬਾਅਦ ਵੱਖਰਾ ਆ ਜਿਹੜਾ ਕਲੋਨੀਜ਼ਮ ਦੇ ਵਿੱਚੋਂ ਨਿਕਲਿਆ। ਜੇ ਇਹ ਸਮਝਾਂਗੇ ਫੇਰ ਨਿਕਲਣਾ। ਬਾਕੀ ਤਾਂ ਮੇਰੇ ਖਿਆਲ ਨਾਲ ਅਕਾਲ ਪੁਰਖ ਦੀ ਪੂਜਾ ਛੱਡੇ ਬਿਨਾਂ ਤਾਂ ਸਿੱਖ ਦੀ ਕੋਈ ਹੋਂਦ ਹੀ ਨਹੀਂ ਹੈਗੀ। ਜੇ ਉਹ ਪੂਜਾ ਤੋਂ ਹੀ ਦੂਰ ਹੋ ਗਏ ਉਹ ਤੋਂ ਤੁਸੀਂ ਪੋਸੀਬਲ ਨਹੀਂ, ਸੰਭਵ ਹੀ ਨਹੀਂ ਕੋਈ ਚੀਜ਼ ਸਿਰਜੋਗੇ ਕਿਉਂਕਿ ਸ਼ਰਧਾ ਤੇ ਵਿਸ਼ਵਾਸ ਤਾਂ ਪੂਜਾ ਤਾਂ ਪਹਿਲਾਂ ਆ। ਅਦਰਵਾਈਜ਼ ਤੁਸੀਂ ਆਪਣਾ ਕਰੈਕਟਰ ਬਣਾ ਨਹੀਂ ਸਕਣਾ ਕਿਸੇ ਥਾਂ। ਧੰਨਵਾਦ ਧੰਨਵਾਦ ਜੀ। ਹਰਮੀਤ ਸਿੰਘ ਜੀ ਲਾਈਨ 5। ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ੍ਰੀ ਅਕਾਲ ਜੀ। ਦੇਖੋ ਗਿੱਲ ਸਾਹਿਬ, ਪੁਰਾਣੀ ਇਤਿਹਾਸ ਦੀਆਂ ਗੱਲਾਂ ਤੇ ਰਹਿ ਗਈਆਂ, ਉਹ ਤੇ ਮੈਂ ਨਹੀਂ ਕਰਨੀ ਚਾਹੁੰਦਾ। ਚਲੋ ਜੋ ਵੀ ਹੈ, ਅਜੋਕੇ ਸਮੇਂ ਦੇ ਵਿੱਚ ਕੀ ਆ, ਅਸੀਂ ਜਿਹੜੀ ਸਿੱਖ ਕੌਮ ਆ ਇਹ ਹੋ ਗਈ ਸ਼ੋਹਰਤ, ਕੁਰਸੀ, ਪੈਸੇ ਦੀ ਮਤਲਬ ਲਾਲਚ ਆ ਗਿਆ ਇਹਨਾਂ 'ਚ, ਕੁੱਟ-ਕੁੱਟ ਕੇ ਭਰ ਲਿਆ। ਇਹ ਚੀਜ਼ ਏਜੰਸੀਆਂ ਨੇ ਪਤਾ ਲੱਗ ਗਈ ਆ। ਇੰਡੀਅਨ ਗੌਰਮੈਂਟ ਸਾਡੀ ਦੁਸ਼ਮਣ ਸੀ, ਹੈ ਤੇ ਹੈ ਰਹਿਣੀ ਆ। ਉਹਨਾਂ ਏਜੰਸੀਆਂ ਨੂੰ ਪਤਾ ਆ ਹਰ ਸੰਸਥਾ ਦੇ ਵਿੱਚ 60 ਤੋਂ 70% ਏਜੰਸੀਆਂ ਦੇ ਬੰਦੇ ਆ। ਉਹਨਾਂ ਹੌਲੀ ਹੌਲੀ ਸਾਡੀ ਸੋਚ ਜਿਹੜੀ ਆ ਮਤਲਬ ਇਸ ਬੰਦੇ ਖਤਮ ਕਰਤੀ। ਤੁਸੀਂ ਟੀਵੀ ਵੱਲ ਗਾਣਿਆਂ ਵੱਲੋਂ ਲਾ ਲਓ, ਟੀਵੀ ਤੁਹਾਨੂੰ ਸੀਰੀਅਲ ਵਿਖਾ ਕੇ ਲਾ ਲਓ, ਤੁਹਾਡੀ ਪੋਲੀਟਿਕਸ 'ਚ ਵਾੜ ਦਿੱਤੇ ਬੰਦੇ। ਹੁਣ ਪਿਛਲੇ 20 ਸਾਲਾਂ 'ਚ ਪੰਜਾਬ 'ਚ ਜੋ ਕੁਛ ਹੋਇਆ, ਤੁਸੀਂ ਦੱਸੋ ਵੀ ਕੋਈ ਬਾਹਰੋਂ ਆਇਆ? ਉਹਨਾਂ ਇੱਥੋਂ ਹੀ ਬੰਦੇ ਚੁਣ ਲਏ, ਉਹਨਾਂ ਨੂੰ ਯੂਜ਼ ਕੀਤਾ ਤੇ ਉਹਨਾਂ ਦੇ ਨਾਲ ਹੀ ਹੌਲੀ 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 ਹੌਲੀ
ਸਭ ਕੁਝ ਮਤਲਬ ਸੰਸਥਾਵਾਂ ਖਤਮ ਹੀ ਕਰ ਦਿੱਤੀਆਂ। ਹੁਣ ਸ਼੍ਰੋਮਣੀ ਕਮੇਟੀ ਦਾ ਹਾਲ ਵੇਖ ਲਓ, ਬਾਕੀ ਵੇਖ ਲਓ, ਬਾਹਰ ਜਿੰਨੀਆਂ ਸੰਸਥਾਵਾਂ ਵਾ ਹਰ ਜਗ੍ਹਾ 'ਚ ਏਜੰਸੀਆਂ ਦੇ ਬੰਦੇ ਆ ਤੇ ਉਹ ਆਪਣੀ ਮਨ ਮਰਜ਼ੀ ਨਾਲ ਉਹਨਾਂ ਨੂੰ ਜਿੰਨਾ ਚਿਰ ਤੱਕ ਯੂਜ਼ ਕਰਨਾ ਕਰਦੇ ਆ। ਜਦੋਂ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਚੜ੍ਹਤ ਹੋਣ ਕੌਮ ਦੀ ਚੜ੍ਹਤ ਵੱਲ ਮੁੜ ਗਏ ਆ ਇਹ, ਜਾਂ ਇਹਨਾਂ ਦੇ ਹੱਥ ਕੁਛ ਲੱਗਣ ਵਾਲਾ ਆ, ਉਦੋਂ ਜਿਹੜੇ ਉਹਨਾਂ ਦੇ 1-2 ਬੰਦੇ ਹੁੰਦੇ ਆ ਉਹਨਾਂ ਦੇ ਨਾਲ ਉਹ ਸੰਸਥਾ ਤੋੜ ਦਿੰਦੇ ਆ ਤੇ ਕੰਮ ਉੱਥੇ ਦਾ ਉੱਥੇ ਰਹਿ ਜਾਂਦਾ। ਧੰਨਵਾਦ ਜੀ ਸਮਾਂ ਦੇਣ। ਧੰਨਵਾਦ ਜੀ। ਵੇਖੋ, ਇਤਿਹਾਸ ਦੀ ਗੱਲ ਆਪਾਂ ਕਰ ਦਿੱਤੀ ਸਾਰੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਪਹਿਲਾਂ ਗੁਰੂ ਕਾਲ ਦੇ ਸਮੇਂ ਵੀ ਕੌਮ ਗੁਰੂਆਂ ਦੇ ਲਖਤੇ ਜ਼ਿਕਰ ਉਹਨਾਂ ਦੇ ਰਾਹ ਨਹੀਂ ਆਏ। ਪਰ ਵੱਡਾ ਕੰਮ ਤੇ ਛੋਟਾ ਕੰਮ, 2 ਚੀਜ਼ਾਂ ਦਾ ਸਾਨੂੰ ਖਿਆਲ ਰੱਖਣਾ ਚਾਹੀਦਾ ਕਮਿਊਨਿਟੀ ਦੇ ਤੌਰ ਤੇ। ਹੁਣ UK ਦੇ ਵਿੱਚ ਸੈਂਸਸ ਲਈ ਐਥਨਿਸਿਟੀ ਦਾ ਖਾਨਾ ਸੈੱਟ ਹੋ ਜਾਣਾ ਸੀ, ਪਰ ਜਿਵੇਂ ਬਾਕੀ ਦੇਸ਼ਾਂ 'ਚ ਉੱਥੇ 20 ਬਣੀਆਂ ਹੋਈਆਂ ਜਥੇਬੰਦੀਆਂ। ਉਹ ਕੋਈ ਕਹਿੰਦਾ ਰਹਿਣ ਦੇ, ਕੋਈ ਕਹਿੰਦਾ ਰੱਖ ਲਓ। ਸਿੱਖ ਕੌਂਸਲ UK ਜਦ ਬਣੀ ਸੀ, ਬਹੁਤ ਪਾਵਰਫੁਲ ਆਰਗੇਨਾਈਜੇਸ਼ਨ ਬਣੀ ਸੀ। ਇਸ ਤਰ੍ਹਾਂ ਹੀ ਉੱਥੇ ਦੀ ਤਾਂ ਮੈਂ ਕੱਲ੍ਹ ਇੱਕ ਡਾਕਟਰ ਗੁਰਨਾਮ ਸਿੰਘ ਦੇ ਲੇਖ ਦੀ ਗੱਲ ਕਰਦਾ। ਬਾਕੀ ਵੀ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਵੇਖ ਲਓ, ਆਪਾਂ ਇਹ ਖੈਰ ਜੇ ਕੁਛ ਪ੍ਰਧਾਨ ਜਾਂ ਕੋਈ ਸੈਕਟਰੀ ਜਾਂ ਉੱਪਰਲੇ ਅਹੁਦੇ ਵਾਲਾ ਬੰਦਾ ਕਹੇ, ਜੇ ਤੁਹਾਡੇ ਮਨ ਦੇ ਵਿੱਚ ਸਿੱਖ ਸੱਭਿਆਚਾਰ ਆ, ਤੁਹਾਡੇ ਮਨ 'ਚ ਹੀਣਤਾ ਨਹੀਂ, ਸਾੜਾ ਨਹੀਂ, ਤਾਂ ਤੁਸੀਂ ਸਰੈਂਡਰ ਕਰ ਸਕਦੇ ਹੋ ਵੀ ਨਹੀਂ ਯਾਰ ਅਸੀਂ ਇਹ ਚੱਕਰ 'ਚ ਨਹੀਂ ਜਾਣਾ। ਕਿਸੇ ਵੀ ਪਾਰਟੀ, ਰਾਜਨੀਤਿਕ ਪਾਰਟੀ ਜਾਂ ਕਿਸੇ ਜਥੇਬੰਦੀ ਦਾ ਮੁਖੀ ਕੋਈ ਵਕਤੀ ਤੌਰ ਤੇ ਕੋਈ ਹੋ ਸਕਦਾ ਤੇ ਉਹ ਜਥੇਬੰਦੀਆਂ ਉੱਥੇ ਰਹਿਣੀਆਂ, ਬੰਦੇ ਬਦਲ ਜਾਂਦੇ। ਇੱਕ ਜੇ ਤੁਸੀਂ ਧੁੱਦਲ 'ਚ ਕੰਮ ਕੀਤਾ ਹੋਵੇ ਕੁਰਸੀ ਤੇ ਬੈਠਣ ਤੋਂ ਪਹਿਲਾਂ, ਤੁਹਾਨੂੰ ਯਾਦ ਰਹੂ ਜਦੋਂ ਕੁਰਸੀ ਤੇ ਬੈਠ ਕੇ ਦੂਜਿਆਂ ਨੂੰ ਧੁੱਦਲ 'ਚ ਪੈਰ ਮਾਰਨ ਨੂੰ ਕਹਿੰਦੇ ਨੇ, ਉੱਥੇ ਬਹੁਤ ਵੱਡੀ ਪ੍ਰੋਬਲਮ ਹੈ। ਈਗੋ ਬਹੁਤ ਹੈ। ਜਥੇਬੰਦੀ ਬਣਾ ਕੇ ਕੰਮ ਕਰਦੇ ਆ, ਕੰਮ ਕਰਕੇ ਜਥੇਬੰਦੀ ਨਹੀਂ ਬਣਾਉਂਦੇ। ਇਹ ਸਿੱਖਾਂ ਦੀ ਬਹੁਤ ਵੱਡੀ ਪ੍ਰੋਬਲਮ। ਹੁਣ ਆਹ 2 ਮਹੀਨਿਆਂ 'ਚ 3 ਮਹੀਨੇ 'ਚ ਦੁਨੀਆ 'ਚ ਦਿਖਾ ਦਿੱਤਾ ਕਿ ਕੀ ਅਸੀਂ ਕਰ ਸਕਦੇ ਹਾਂ। ਕੀ ਦਿੱਲੀ, ਕੀ ਲੰਡਨ, ਕੀ ਨਿਊਯਾਰਕ, ਕੀ ਆਟਵਾ, ਵੈਨਕੂਵਰ ਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਭਾਰਤ ਦੇ ਵਿੱਚ ਜਿੱਥੇ ਮਰਜ਼ੀ ਲੰਗਰ ਛਕਾ ਕੇ ਦੁਸ਼ਮਣ ਦੇ ਖੇਮਿਆਂ ਦੇ ਵਿੱਚ ਹਲਚਲ ਜਿਹੜੀ ਮਚਾਤੀ। 36 ਸਾਲ ਹੋ ਗਏ 84 ਨੂੰ ਨਵੰਬਰ ਨੂੰ ਦਿੱਲੀ ਦੇ ਵਿੱਚ, ਪਰ ਹੁਣ ਉਹ ਤਾਂ ਨਸਲ ਹੈ ਨਹੀਂ ਜਿਹੜੇ ਛਕਦੇ ਆ ਕੇ, ਉਹ ਤਾਂ ਗਰੀਬ ਗੁਰਬੇ ਨੇ। ਪਰ ਇਹਦੇ ਨਾਲ ਹੀ ਜਦ ਆਹ ਕੁਛ ਕਰਦੇ ਆ, ਮੈਂ ਉਹਨੂੰ ਸਿੰਬੋਲਿਕ ਕਹਿਣਾ। ਜੇ ਤੁਹਾਡਾ ਆਪਸ ਵਿੱਚ ਪਿਆਰ, ਮੈਂ ਬਾਹਰ ਕੀ ਭਲਾ ਕਰ ਲੈਣਾ ਜੇ ਮੈਂ ਆਪਣੇ ਭੈਣ ਭਾਈ ਦਾ ਉਹਦਾ ਪਿਆਰ ਨਹੀਂ ਕਰਦਾ। ਸੋ ਇਸ ਦੀ ਮੈਂ ਗੱਲ ਤਾਂ ਕਰਨੀ ਚਾਹੁੰਦਾ ਸੀ। ਇਸ ਲੇਖ ਦੇ ਵਿੱਚ ਬੜਾ ਦਰਦ ਸੀ, ਜਿਸ ਨੂੰ ਮੈਂ ਪੜ੍ਹ ਕੇ ਮਹਿਸੂਸ ਕੀਤਾ ਵੀ ਕਿਵੇਂ ਜਥੇਬੰਦੀਆਂ ਬਣਦੀਆਂ ਨੇ। ਸਾਲਾਂ ਦਾ ਸਮਾਂ ਲੱਗਦਾ, ਪਰ ਕਿਤੋਂ ਆ ਕੇ ਬੰਦੇ ਸਿਰ ਤੇ ਬੈਠ ਜਾਂਦੇ, ਦੱਬ ਜਾਂਦੇ ਨੇ। ਇੰਸਟੀਚਿਊਟ ਦੇਖ ਲਓ ਤੁਸੀਂ, ਲੋਕਲ ਵੇਖ ਲਓ, ਸਮਾਜਿਕ, ਧਾਰਮਿਕ ਤੇ ਐਜੂਕੇਸ਼ਨਲ ਬਣਾਉਂਦੇ ਕੌਣ ਨੇ, ਕਰਦੇ ਕੌਣ ਨੇ, ਘਰਾਂ ਦੇ ਉੱਪਰ ਕਰਜ਼ੇ ਚੱਕ ਬਣਾਉਂਦੇ ਕੌਣ ਨੇ ਤੇ ਮਾਲਕ ਕੌਣ ਹੈ। ਕੱਢ ਦਿੰਦੇ ਹੌਲੀ ਹੌਲੀ ਬੰਦੇ। ਮਤਲਬ ਇਹ ਫਾਰਮੇਸ਼ਨ ਆ ਜਿਹੜੀ ਸਾਡੇ ਬੇਸਿਕ ਚੀਜ਼ਾਂ ਦੀ, ਉਹਦਾ ਖਿਆਲ ਰੱਖਣਾ ਚਾਹੀਦਾ ਸਾਨੂੰ। ਇਸ ਤੇ ਫਿਰ ਕਿਸ ਦਿਨ ਗੱਲ ਕਰਾਂਗੇ। ਇੱਕ ਅਖੀਰ 'ਚ ਗੀਤ ਤੁਹਾਨੂੰ ਸੁਣਾਉਣਾ ਹੈ। ਸਾਡੇ ਸਰੀ ਦੇ ਸਰਾ ਅਮਰਜੀਤ ਸਿੰਘ ਸਿੱਧੂ ਹੋਰਾਂ ਨੇ COVID-19 ਦੇ ਚੱਲਦਿਆਂ ਸਿੱਖ ਰਹਿਤ ਦੀ ਗੱਲ ਕੀਤੀ, ਜਿਸ 'ਚ ਫਤਿਹ ਬੁਲਾਉਣੀ ਲੋਕਾਂ ਨੇ ਸ਼ੁਰੂ ਕਰ ਦਿੱਤੀ। ਲੋਕਲ ਆਰਟਿਸਟ ਨੇ ਬਹੁਤ ਵਧੀਆ ਲਿਖਿਆ, ਅਮਰਜੀਤ ਸਿੰਘ ਸਿੱਧੂ ਮੋਗਾ, ਤੇ ਗਾਇਆ ਵੀ ਉਹਨਾਂ ਨੇ ਹੈ। ਤੇ ਅਖੀਰ 'ਚ ਗੀਤ ਤੁਹਾਡੇ ਲਈ ਕੱਲ੍ਹ ਨੂੰ 11 ਵਜੇ ਮੁੜਦਾ ਫਿਰ। ਰੱਬ ਰੱਖਾ।